ਚਰਚਾ ਤੇ ਜੁੜੇ ਹੋਏ ਸਾਰੇ ਸਾਡੇ ਸੱਜਣਾ ਮਿੱਤਰਾਂ ਦਾ, ਭੈਣਾਂ ਭਰਾਵਾਂ ਦਾ ਤੇ ਜਿਹੜੇ ਬਜ਼ੁਰਗ ਨੇ ਸਾਡੇ ਅੱਜ ਸਾਨੂੰ ਫੇਸਬੁੱਕ ਚਰਚਾ ਤੇ ਦੇਖ ਰਹੇ ਨੇ, ਉਹਨਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਅਮਰਜੀਤ ਸੈਕਰਾਮੈਂਟੋ ਤੋਂ ਅੱਜ ਇਸ ਪ੍ਰੋਗਰਾਮ ਨੂੰ ਹੋਸਟ ਕਰ ਰਿਹਾ। ਇਹ ਸਾਡਾ 36 ਸੈਸ਼ਨ ਹੈਗਾ। ਸਾਡੇ ਜਿਹੜੇ 35 ਸੈਸ਼ਨ ਹੋਏ ਆ ਉਹਨਾਂ ਦੇ ਵਿੱਚ ਥੋੜਾ ਜਿਹਾ ਮੈਂ ਤੁਹਾਨੂੰ ਐਕਸਪਲੇਨ ਕਰਦੇ ਆ ਕਿ ਅਸੀਂ ਕਿਸਾਨ ਅੰਦੋਲਨ ਤੇ ਗੱਲ ਕੀਤੀ ਤਕਰੀਬਨ ਸਾਰੇ ਸੈਸ਼ਨਾਂ ਦੇ ਵਿੱਚ। ਥੋੜੇ ਸੈਸ਼ਨ ਜਿਹੜੇ ਸੀਗੇ ਉਹਦੇ ਵਿੱਚ ਅਸੀਂ ਗ੍ਰਾਮ ਸਭਾ ਬਾਰੇ ਜਾਂ ਇੱਕ ਕਵੀ ਸੰਮੇਲਨ ਕੀਤਾ ਤੇ ਮੋਸਟਲੀ 33 ਸੈਸ਼ਨ ਜਿਹੜੇ ਸਾਡੇ ਸੀਗੇ ਉਹ ਕਿਸਾਨ ਅੰਦੋਲਨ ਤੇ ਹੋਏ ਨੇ। ਅੱਜ ਦਾ ਵੀ ਇਹ ਸੈਸ਼ਨ ਸਾਡਾ ਕਿਸਾਨ ਅੰਦੋਲਨ ਨੂੰ ਸਮਰਪਿਤ ਹੈ ਜੀ, ਕਿਉਂਕਿ ਸਾਡੇ ਵੀਰਾਂ ਭੈਣ ਸਾਡੇ ਬਜ਼ੁਰਗ ਸਾਰੇ ਇਸ ਵਕਤ ਸਿੱਧੂ ਬਾਰਡਰ ਤੇ ਕਾਫੀ ਪੰਜਾਬ ਤੋਂ ਇਕੱਠੇ ਹੋਏ ਨੇ ਜਾਂ ਰਾਜਸਥਾਨ ਤੋਂ ਜਾਂ ਦੂਸਰੀਆਂ ਸਟੇਟਾਂ ਤੋਂ ਆਏ ਹੋਏ ਨੇ। ਉਹਨਾਂ ਨੂੰ ਹੌਸਲਾ ਦੇਣ ਲਈ, ਅਸੀਂ ਦੱਸਣ ਲਈ ਕਿ ਅਸੀਂ ਉਹਨਾਂ ਦੇ ਨਾਲ ਆ, ਜਾਂ ਉੱਥੇ ਜੋ ਕੁਝ ਵੀ ਹੋ ਰਿਹਾ, ਚੰਗਾ ਹੋ ਰਿਹਾ ਜਾਂ ਮਾੜਾ ਹੋ ਰਿਹਾ, ਉਹਨੂੰ ਡਿਸਕਸ ਕਰਨ ਲਈ, ਤਾਂ ਜੋ ਜਿਹੜੇ ਸਾਡੇ NRI ਵੀਰ ਇਸ ਪ੍ਰੋਗਰਾਮ ਨੂੰ ਦੇਖ ਰਹੇ ਆ ਕਿ ਉਹਨਾਂ ਨੂੰ ਅਪਡੇਟ ਕਰ ਸਕੀਏ ਕਿ ਉੱਥੇ ਕੀ ਚੱਲ ਰਿਹਾ। ਇਸ ਸਾਰੀ ਚਰਚਾ ਦੇ ਨਾਲ ਨਾਲ ਅਸੀਂ ਹੋਰ ਵੀ ਜਿਹੜੇ ਬਾਕੀ ਪਹਿਲੂ ਵੀ ਆ ਜੋ ਹੋ ਰਹੇ ਆ ਸਾਈਡ ਤੇ, ਉਹ ਵੀ ਇਹ ਟੱਚ ਕਰਾਂਗੇ। ਤੇ ਜਿਹੜੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਆ ਕਿ ਤੁਸੀਂ ਸੁਣਨਾ ਬੜਾ ਔਖਾ ਹੁੰਦਾ, ਬੋਲਣਾ ਤਾਂ ਬਹੁਤ ਸੌਖਾ ਆ ਪਰ ਸੁਣਨਾ ਸਭ ਤੋਂ ਔਖਾ ਆ। ਤੁਸੀਂ 1 ਘੰਟਾ ਸਾਨੂੰ ਸੁਣਦੇ ਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਇਸ ਦੇ ਨਾਲ ਤੁਸੀਂ ਸ਼ੇਅਰ ਵੀ ਕਰਦੇ ਆ, ਸਾਨੂੰ ਸ਼ੇਅਰ ਵੀ ਕਰਿਓ ਤੇ ਵੱਧ ਤੋਂ ਵੱਧ ਜਿੰਨੇ ਵੀ ਸਾਡੇ ਹੋਰ ਸਰੋਤੇ ਨੇ, ਤੁਹਾਡੇ ਦੋਸਤ ਨੇ, ਮਿੱਤਰ ਨੇ, ਉਹਨਾਂ ਤੱਕ ਸਾਡੀ ਇਹ ਆਵਾਜ਼ ਪਹੁੰਚ ਸਕੇ। ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਪਾਰਟਿਸਿਪੇਟ ਜੋ ਗੈਸਟ ਆਏ ਨੇ, ਉਹ ਸਭ ਤੋਂ ਪਹਿਲਾਂ ਮੈਂ ਇੰਡੀਆ ਤੋਂ ਵਾਲੀਆ ਸਾਹਿਬ ਸਤਵੀਰ ਸਿੰਘ ਵਾਲੀਆ ਜੀ ਨੂੰ ਇੰਟਰੋਡਿਊਸ ਕਰਾਉਣਾ ਚਾਹੁੰਦਾ। ਵਾਲੀਆ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਜੀ। ਹਾਂਜੀ, ਤੇ ਸਾਡੇ ਦੂਸਰੇ ਗੈਸਟ ਨੇ ਅੱਜ ਅਕਵਿੰਦਰ ਸਿੰਘ ਜੀ ਗਿੱਲ, ਆਪਣੇ ਸਨੋਜ਼ੇ USA ਤੋਂ। ਅਕਵਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਤਵੀਰ ਜੀ ਸਤਿ ਸ਼੍ਰੀ ਅਕਾਲ। ਤੇ ਥੋੜਾ ਜਿਹਾ ਮੈਂ ਐਡ ਕਰਨਾ ਚਾਹੁੰਦਾ ਹਾਂ ਕਿ ਸਤਵੀਰ ਸਿੰਘ ਜੀ ਬਹੁਤ ਹੀ ਵਧੀਆ ਡਿਬੇਟਰ ਨੇ ਤੇ ਅਸੀਂ ਇਹਨਾਂ ਨੂੰ TV ਦੇ ਉੱਤੇ ਦੇਖਦੇ ਸੀ। ਇਹਨਾਂ ਦੀ ਜੋ ਰਾਏ ਸੀ ਉਹਦੀ ਬਹੁਤ ਜ਼ਿਆਦਾ ਮਹੱਤਤਾ ਹੁੰਦੀ ਸੀ ਸਾਡੇ ਲਈ ਕਿ ਇਹ ਕੀ ਕਹਿ ਰਹੇ ਨੇ, ਕਿਵੇਂ ਰਹੇ ਸੀ, ਇਹਨਾਂ ਤੋਂ ਡਾਇਰੈਕਸ਼ਨ ਲੈਂਦੇ ਸੀਗੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਵੀਰ ਜੀ, ਤੁਸੀਂ ਆਏ ਆ। ਥੈਂਕ ਯੂ ਸੋ ਮਚ ਜੀ। ਧੰਨਵਾਦ ਭਾਜੀ, ਧੰਨਵਾਦ ਇੰਟਰੋਡਕਸ਼ਨ ਕਰਾਉਣ ਦਾ। ਤੇ ਇਹੀ ਫਾਇਦਾ ਹੁੰਦਾ ਜੀ ਜਦੋਂ ਆਪਾਂ ਇੱਕ ਸੂਝਵਾਨ ਸੱਜਣਾ ਨੂੰ ਨਾਲ ਲੈ ਕੇ ਆਈਏ। ਜੇ ਕਿਤੇ ਹੋਸਟ ਛੱਡ ਵੀ ਦੇਵੇ ਤਾਂ ਸੂਝਵਾਨ ਸੱਜਣਾ ਨੂੰ ਕਵਰ ਕਰ ਜਾਂਦੇ ਆ। ਧੰਨਵਾਦ ਤੁਹਾਡਾ। ਮੈਂ ਇਸੇ ਕਰਕੇ ਆਇਆ ਜੀ ਨਾਲ, ਮੈਨੂੰ ਸਤਵੀਰ ਜੀ ਕਵਰ ਕਰ ਲੈਣਗੇ ਜੀ। ਬਿਲਕੁਲ ਸਹੀ ਗੱਲ ਆ। ਹਾਂਜੀ ਹਾਂਜੀ ਬਿਲਕੁਲ ਜੀ। ਨਹੀਂ ਜੀ, ਆਪਾਂ ਸਾਰੇ ਭਰਾ ਇੱਕ ਦੂਜੇ ਦੇ ਨਾਲ ਆ ਜੀ। ਹਾਂਜੀ ਅੱਛਾ ਸਤਵੀਰ ਜੀ, ਪਹਿਲਾਂ ਤਾਂ ਮੈਂ ਥੋੜੀ ਜਿਹੀ ਤੁਹਾਡੀ ਇੰਟਰੋਡਕਸ਼ਨ ਚਾਹੁੰਦਾ ਵੀ ਸਰੋਤੇ ਤੁਹਾਡੇ ਬਾਰੇ ਜਾਣਨ। ਤੁਸੀਂ ਜਿੱਦਾਂ ਚੰਡੀਗੜ੍ਹ 'ਚ ਰਹਿੰਦੇ ਆ ਤੁਸੀਂ, ਤੇ ਤੁਹਾਡਾ ਹੋਰ ਪੰਜਾਬ ਦੇ ਵਿੱਚ ਪਿੰਡ ਕਿਹੜਾ ਜ਼ਿਲ੍ਹਾ ਆ, ਤੇ ਤੁਸੀਂ ਕਿਹੜਾ ਕੰਮ ਕਰਦੇ ਆ ਉੱਥੇ, ਜਾਂ ਕਿੱਦਾਂ ਤੁਸੀਂ ਸਮਾਜ ਸੇਵਾਵਾਂ ਨਾਲ ਜੁੜੇ ਹੋਏ ਆ? ਪਲੀਜ਼ ਥੋੜਾ ਜਿਹਾ ਸਾਡੇ ਸਰੋਤਿਆਂ ਨੂੰ ਦੱਸੋ ਪਹਿਲਾਂ। ਡੈਫੀਨੇਟਲੀ ਜੀ, ਮੈਂ ਐਕਚੁਅਲੀ ਮੇਰਾ ਪਿੰਡ ਖਾਨਪੁਰ ਹੈ ਜੀ, ਖਰੜ ਦੇ ਲਾਗੇ, ਹਲਕਾ ਖਰੜ ਪੈਂਦਾ ਹੈ। ਇੱਥੇ ਚੰਡੀਗੜ੍ਹੋਂ ਅਰਾਊਂਡ 10-12 ਕਿਲੋਮੀਟਰ ਹੈ। ਤੇ ਅਸੀਂ ਸ਼ੁਰੂ ਤੋਂ ਹੀ, ਮੇਰੀ ਫੈਮਿਲੀ ਜਿਹੜੀ ਹੈ ਫਾਰਮਰ ਫੈਮਿਲੀ ਰਹੀ। ਮੇਰੇ ਪੜਦਾਦਾ ਜੀ ਵੀ ਫਾਰਮਰ ਸੀਗੇ, ਦਾਦਾ ਜੀ ਵੀ ਫਾਰਮਰ ਸੀ। ਈਵਨ ਕਿ ਫਾਦਰ ਸਾਹਿਬ ਨੇ ਵੀ ਪਹਿਲਾਂ ਫਾਰਮਰ ਰਹੇ ਨੇ, ਫਿਰ ਫੌਜ 'ਚ ਨੌਕਰੀ ਕੀਤੀ। ਉਹ ਤੋਂ ਬਾਅਦ ਫਿਰ ਆਪਣਾ PCS ਅਲਾਈਡ 'ਚ ਜਦੋਂ ਉਹਨਾਂ ਦੀ ਅਪਾਇੰਟਮੈਂਟ ਹੋ ਗਈ, ਉਸ ਤੋਂ ਬਾਅਦ ਫਿਰ ਉਹ ਸਿਲੈਕਸ਼ਨ ਹੋ ਗਈ। ਉਸ ਤੋਂ ਬਾਅਦ ਅਸੀਂ ਚੰਡੀਗੜ੍ਹ ਸ਼ਿਫਟ ਕਰ ਗਏ ਸੀਗੇ। ਸੋ ਮੇਰੇ ਅੱਜ ਵੀ ਚਾਚਾ ਜੀ, ਹੋਰ ਬਾਕੀ ਬੂਆ ਤੇ ਬਾਕੀ ਫੈਮਿਲੀ ਜਿਹੜੀਆਂ ਉਹ ਫਾਰਮਰ ਫੈਮਿਲੀਜ਼ ਤੋਂ ਹੀ ਬਿਲੋਂਗ ਕਰਦੀਆਂ। ਤੇ ਮੈਂ ਐਜ਼ ਏ ਐਡਵੋਕੇਟ ਚੰਡੀਗੜ੍ਹ ਪ੍ਰੈਕਟਿਸ ਕਰਦਾ। ਸੋ ਪਿੰਡ ਖੈਰ ਹੈ, ਹਜੇ ਵੀ ਸਭ ਕੁਛ ਆਉਣਾ ਜਾਣਾ ਸਭ ਕੁਛ ਪਿੰਡ ਹੈਗਾ ਹੀ ਹੈ। ਸੋ ਕੋਈ ਜ਼ਿਆਦਾ ਦੂਰ ਨਹੀਂ ਹੈਗਾ। ਤੇ ਬਾਕੀ ਸੋਸ਼ਲ ਐਕਟੀਵਿਟੀਜ਼ ਜਿਹੜੀਆਂ ਸ਼ੁਰੂ ਤੋਂ ਹੀ ਮੈਂ 2002 ਚ ਵਕਾਲਤ ਜੁਆਇਨ ਕੀਤੀ ਸੀ। ਤੇ 2006 ਚ ਅਸੀਂ ਇੱਕ ਹਿਊਮਨ ਰਾਈਟ ਦੇ ਨੂੰ ਲੈ ਕੇ ਇੱਕ NGO ਬਣਾਈ ਸੀਗੀ, ਤੇ ਉਹਨੂੰ ਲੈ ਕੇ ਕੰਮ ਕਰਦੇ ਰਹੇ, ਲੋਕਾਂ ਵਿੱਚ ਸ਼ੁਰੂ ਤੋਂ ਹੀ ਲੱਗੇ ਰਹੇ। ਤੇ ਉਸ ਤੋਂ ਬਾਅਦ ਫਿਰ ਜਦੋਂ 2013 ਚ ਇੱਕ ਪੋਲੀਟੀਕਲ ਪਾਰਟੀ ਬਣੀ ਤੇ ਉਹ ਲੱਗਿਆ ਵਧੀਆ ਹੈਗੀ, ਤਾਂ ਫਿਰ ਉਹਨੂੰ ਜੁਆਇਨ ਕੀਤਾ। ਅੱਜ ਵੀ ਅਸੀਂ ਇੱਕ ਲੋਕ ਕ੍ਰਾਂਤੀ ਮੰਚ ਦੇ ਨਾਂ ਤੇ ਹੁਣ ਇੱਕ NGO ਜਿਹੜੀ ਹੈਗੀ ਹੈ ਸ਼ੁਰੂ ਕੀਤੀ ਹੈ, ਫਾਰਮਰਸ ਪ੍ਰੋਟੈਸਟ ਨੂੰ ਲੈ ਕੇ, ਕਿਉਂਕਿ ਫਾਰਮਰ ਨੂੰ ਸਪੋਰਟ ਕਰਨ ਵਾਸਤੇ। ਤੇ ਪਿੱਛੇ ਵੀ ਅਸੀਂ ਉਹਦਾ ਇਵੈਂਟ ਕਰਦੇ ਰਹੇ। ਅੱਜ ਵੀ ਅਸੀਂ ਉਹਦਾ ਇਵੈਂਟ ਰੱਖਿਆ ਹੋਇਆ ਮੋਹਾਲੀ 7-8 ਫੇਸ ਦੇ ਲਾਈਟਾਂ ਦੇ ਨਾਲ ਮਾਰਕੀਟ 'ਚ, ਕਿਉਂਕਿ ਸਾਡਾ ਏਮ ਹੈਗਾ ਕਿ 26 ਜਨਵਰੀ ਤੋਂ ਪਹਿਲਾਂ ਅਸੀਂ ਤਕਰੀਬਨ ਇੱਕ ਸਟਿੱਕਰ ਰਿਲੀਜ਼ ਕੀਤਾ ਹੈਗਾ। ਤੇ ਅਸੀਂ ਮੈਕਸਿਮਮ ਤੋਂ ਮੈਕਸਿਮਮ ਜਿਹੜੇ ਸਟਿੱਕਰ ਹੈਗੇ, ਇਨੀਸ਼ੀਅਲੀ ਅਸੀਂ 500 ਸਟਿੱਕਰ ਹਜੇ ਪ੍ਰਿੰਟ ਕਰਵਾਏ ਨੇ।
ਤੇ ਉਹ ਅਸੀਂ ਗੱਡੀਆਂ ਤੇ ਲਾਈਏ 26 ਜਨਵਰੀ ਤੋਂ ਪਹਿਲਾਂ, ਤਾਂ ਕਿ ਅਸੀਂ ਜਿੰਨਾ ਵੀ ਹਿੱਸਾ ਯੋਗਦਾਨ ਇਸ ਮੂਵਮੈਂਟ 'ਚ ਪਾ ਸਕਦੇ ਹੋ ਪਾ ਸਕੀਏ। ਨਾਲ ਇੱਕ ਪੈਂਪਲੇਟ ਬਣਾਇਆ ਜਿਹਦੇ ਵਿੱਚ ਆਪਾਂ ਤਕਰੀਬਨ 20 ਦੇ ਕਰੀਬ ਕੁਐਸਚਨਸ ਲਿਖੇ ਹੈ ਸਰਕਾਰ ਤੋਂ, ਜੋ ਬੀਜੇਪੀ ਵਾਲੇ ਦੱਸਦੇ ਫਿਰਦੇ ਆ ਕਿ ਅਸੀਂ ਬਹੁਤ ਕੁਝ ਬਿੱਲ 'ਚ ਲਿਆਂਦਾ ਹੈਗਾ, ਵੀ ਉਹ ਸਵਾਲ ਕੁਝ ਲਿਖੇ ਹੈ, ਉਹ ਸਵਾਲ ਪਬਲਿਕ ਜ਼ਰੂਰ ਬੀਜੇਪੀ ਵਾਲਿਆਂ ਦੇ ਨੁਮਾਇੰਦਿਆਂ ਤੋਂ ਤੇ ਸਰਕਾਰ ਤੋਂ ਪੁੱਛਣ। ਉਹ ਪੈਂਪਲੇਟ ਵੀ ਤਕਰੀਬਨ 1000 ਕੁ ਪ੍ਰਿੰਟ ਕਰਾਏ, ਉਹ ਅੱਜ ਵੰਡਾਂਗੇ ਅਸੀਂ। ਸੋ ਪਿੱਛੇ ਗਏ ਵੀ ਸੀ ਅਸੀਂ ਆਪਣਾ ਸਿੰਧੂ ਬਾਰਡਰ ਤੇ ਗਏ ਸੀਗੇ, ਸਾਡੇ ਕੁਝ ਮਿੱਤਰ ਨਾਲ ਸੀਗੇ, ਅਸੀਂ ਜਾ ਕੇ ਕੁਝ ਜਿੰਨਾ ਕਿ ਸਾਡੀ ਸਮਰੱਥਾ ਕੰਟਰੀਬਿਊਟ ਕਰਕੇ ਆਏ ਸੀਗੇ। ਤੇ ਬਟ ਉੱਥੇ ਮਾਹੌਲ ਜੋ ਹੈ, ਜੋ ਮਤਲਬ ਮੈਂ ਤਾਂ ਤੁਹਾਡੇ ਫੇਸਬੁੱਕ ਦੇ ਜਰੀਏ ਸਭ ਨੂੰ ਬੇਨਤੀ ਕਰੂੰਗਾ ਕਿ ਜਦੋਂ ਵੀ 1% ਵੀ ਸ਼ੱਕ ਜਾਂ ਸ਼ੁਬਾ ਉਸ ਲਹਿਰ ਕਹੂੰਗਾ ਮੈਂ, ਅੰਦੋਲਨ ਦਾ ਛੋਟਾ ਵਰਡ ਹੋ ਜਾਂਦਾ, ਜੋ ਕਿਸਾਨੀ ਲਹਿਰ ਦੇ ਪ੍ਰਤੀ ਹੈ, ਤਾਂ ਉਹ ਉਸ ਜਾ ਕੇ ਲਹਿਰ ਦੀ ਉਸ ਮੂਵਮੈਂਟ ਨੂੰ ਜਾ ਕੇ ਜ਼ਰੂਰ ਦੇਖ ਕੇ ਆਵੇ। ਮੈਂ 100% ਗਰੰਟੀ ਕਹਿੰਦਾ, ਮੈਂ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਵੀ ਕਹਿੰਦਾ, ਇੱਕ ਵਾਰੀ ਸਿਰਫ 10 ਮਿੰਟ ਵਾਸਤੇ ਉੱਥੇ ਜਾ ਕੇ ਗੇੜਾ ਮਾਰਿਆਣ, ਮੈਂ 100% ਗਰੰਟੀ ਦਿੰਦਾ 11ਵੇਂ ਮਿੰਟ ਉਸ ਤਿੰਨੋਂ ਦੇ ਤਿੰਨੋਂ ਬਿੱਲ ਰੱਦ ਕਰ ਦੇਣਗੇ, ਦੇਣਗੇ, ਦੇਖ ਲੈਣਗੇ ਉੱਥੇ ਵਧੀਆ ਮਾਹੌਲ ਬਣਿਆ ਹੋਇਆ ਤੇ ਕਿੰਨੇ ਸਬਰ ਦਾ। ਮੈਂ ਕਹੂੰਗਾ ਕਿ ਸਰਕਾਰ ਦੇ ਜ਼ਬਰ ਦਾ ਜਿਹੜਾ ਅਸੀਂ ਜਵਾਬ ਸਬਰ ਨਾਲ ਦੇ ਰਹੇ ਹਾਂ, ਜੋ ਜ਼ਬਰ ਸਰਕਾਰ ਨੇ ਸਾਡੇ ਤੇ ਕੀਤਾ, ਉਦੋਂ ਅਸੀਂ ਕਿੰਨੇ ਕੁ ਸਬਰ ਨਾਲ ਵਰਲਡ ਦਾ ਸਭ ਤੋਂ ਜਿਹਨੂੰ ਕਹਿੰਦੇ ਆ ਸ਼ਾਂਤੀਪੂਰਨ ਪ੍ਰਦਰਸ਼ਨ, ਤੁਹਾਡੇ ਸਾਹਮਣੇ ਕੱਲ ਵਾਸ਼ਿੰਗਟਨ ਡੀਸੀ 2 ਘੰਟਿਆਂ 'ਚ ਗੋਲੀ ਚੱਲ ਗਈ, ਬਹੁਤ ਕੁਝ ਹੋ ਗਿਆ, ਪਰ ਵਰਲਡ ਦਾ ਸਭ ਤੋਂ ਸ਼ਾਂਤੀਪੂਰਨ ਪ੍ਰਦਰਸ਼ਨ ਜਿਹੜਾ ਹੈਗਾ, ਜੋ ਇਹ ਕਿਸਾਨੀ ਲਹਿਰ ਦੇ ਮਾਧਿਅਮ ਨਾਲ ਚੱਲ ਰਿਹਾ ਹੈ। ਸੋ ਮੈਂ ਸਲੂਟ ਕਰਦਾ ਆਪਣੇ ਕਿਸਾਨ ਵੀਰਾਂ ਤੇ ਸਾਰੇ ਉਹ ਦੇਸ਼ ਵਾਸੀਆਂ ਨੂੰ ਜਿਹੜੇ ਲਹਿਰ ਦੀ ਸਪੋਰਟ ਕਰ ਰਹੇ। ਬਿਲਕੁਲ ਵਾਲੀਆ ਜੀ, ਤੁਸੀਂ ਗੱਲ ਬਿਲਕੁਲ ਸਹੀ ਕਹੀ ਹੈ। ਬਾਕੀ ਮੈਂ ਤੁਹਾਡਾ ਧੰਨਵਾਦ ਕਰਦਾ। ਦੇਖੋ, ਅੰਦੋਲਨ ਦੇ ਨਾਲ ਜਾਗਦੀ ਜ਼ਮੀਰ ਵਾਲੇ ਜੁੜਦੇ ਆ, ਤੇ ਤੁਸੀਂ ਇੱਕ ਜਾਗਦੀ ਜ਼ਮੀਰ ਵਾਲੇ ਇਨਸਾਨ ਹੋ, ਤਾਂ ਕਰਕੇ ਤੁਸੀਂ ਇਹ ਸਾਰਾ ਕੁਝ ਕਰ ਰਹੇ ਆ। ਜੋ ਵੀ ਤੁਸੀਂ ਪੈਂਫਲੇਟ ਬਣਾ ਰਹੇ ਆ, ਉੱਥੇ ਜੋ ਪਲੈਨਿੰਗ ਆ ਉਹਦੇ ਬਾਰੇ ਕਰ ਰਹੇ ਆ, ਜੋ ਸਰਕਾਰ ਬਾਰੇ ਲਿਖ ਕੇ ਦੇ ਰਹੇ ਆ, ਇਹ ਇੱਕ ਜਗਾਉਣ ਦੀ ਜਿਹੜੀ ਤੁਸੀਂ ਕੰਮ ਕਰ ਰਹੇ ਆ ਜਨਤਾ ਨੂੰ, ਬਹੁਤ ਵਧੀਆ ਕੰਮ ਕਰ ਰਹੇ ਆ। ਧੰਨਵਾਦ ਤੁਹਾਡਾ। ਹੁਣ ਮੈਂ ਅਕਵਿੰਦਰ ਭਾਜੀ ਤੋਂ ਵੀ ਕੁਐਸਚਨ ਕਰਾਂਗਾ। ਭਾਜੀ, ਤੁਸੀਂ ਵੀ ਤੁਹਾਡੀ ਬੈਕਗ੍ਰਾਉਂਡ ਸ਼ੇਅਰ ਕਰੋ ਆਪਣੇ ਬਾਰੇ, ਤੁਸੀਂ ਸਨੋਜ਼ੇ ਵਿੱਚ ਕਦੋਂ ਆਏ ਜਾਂ ਕਿੱਦਾਂ ਤੁਸੀਂ ਵੀ ਸੇਵਾ ਕਰ ਰਹੇ ਆ? ਹਾਂਜੀ, ਦੇਖੋ ਜੀ, ਮੈਂ ਤਾਂ ਤੈਨੂੰ 40 ਸਾਲ ਹੋ ਗਏ, ਤਕਰੀਬਨ ਆਲਮੋਸਟ 40 ਸਾਲ ਹੋ ਗਏ ਆ ਕਿ ਅਮਰੀਕਾ 'ਚ ਆਏ ਆ। ਤੇ ਇਸ ਵੇਲੇ ਕਹਿ ਲਓ ਕਿ ਤੁਹਾਡੇ ਨਾਲ ਰਲ ਕੇ ਜਿੰਨਾ ਕੁ ਹੋ ਸਕਦਾ ਉਹ ਕੋਸ਼ਿਸ਼ ਕਰਦੇ ਆ ਕਿ ਉਹਨਾਂ ਨੂੰ ਮੋਰਲ ਸਪੋਰਟ ਹੈ ਜਿਹੜੀ ਉੱਥੇ ਬੈਠੇ ਬਾਰਡਰ ਦੇ ਉੱਤੇ, ਉਹਨਾਂ ਨੂੰ ਮੋਰਲ ਸਪੋਰਟ ਦਿੱਤੀ ਜਾਵੇ। ਉਹਨਾਂ ਨੂੰ ਪਤਾ ਹੋਵੇ ਕਿ ਕੋਈ ਨਾ ਕੋਈ ਮਗਰ ਖੜਾ ਹੈ ਜਾਂ ਕੋਈ ਕੋਸ਼ਿਸ਼ ਕਰ ਰਿਹਾ ਹੈਗਾ। ਸੋ ਇੰਨਾ ਕੀ ਹੈ। ਬਾਕੀ ਜ਼ਿਆਦਾ ਕੁਛ ਨਾ ਕਹਿੰਦਾ ਹੋਇਆ ਮੈਂ ਕਹੂੰਗਾ ਕਿ ਆਪਾਂ ਦੂਜੇ ਪਾਸੇ ਚੱਲੀਏ। ਮੇਰਾ ਹਾਲ ਮੋਸਟਲੀ ਜਾਣਦੇ ਹੋਣੇ ਆ। ਧੰਨਵਾਦ 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 ਤੁਹਾਡਾ। ਅੱਛਾ ਜੀ, ਪਹਿਲਾਂ ਤਾਂ ਮੈਂ ਜਿਹੜੇ ਸਰੋਤੇ ਆਪਣਾ ਜੁੜ ਚੁੱਕੇ ਆ, ਸਿਮਰਜੀਤ ਕੌਰ, ਅਮਨ ਸ਼ਰਮਾ ਜੀ ਆਪਣੇ ਨਾਲ ਜੁੜ ਚੁੱਕੇ ਆ, ਲਿਖਤਾਂ ਉਮੀ ਸਾਹਿਬ ਜੁੜ ਚੁੱਕੇ ਆ ਸਾਡੇ ਨਾਲ, ਤੇ ਸੂ ਧਾਲੀਵਾਲ ਜੀ ਜੁੜ ਚੁੱਕੇ ਆ, ਫਿਰ ਸਤਪਾਲ ਸ਼ਰਮਾ ਜੀ ਜੁੜ ਚੁੱਕੇ ਆ, ਜੇ ਕੇ ਖੰਨਾ ਜੀ ਜੁੜ ਚੁੱਕੇ ਆ। ਇਹਨਾਂ ਸਾਰੇ ਵੀਰਾਂ ਦਾ ਧੰਨਵਾਦ। ਹੌਲੀ ਹੌਲੀ ਫਿਰ ਸਰੋਤੇ ਜੁੜਦੇ ਜਾ ਰਹੇ ਆ। ਇੱਕ ਲਿਖਤ ਲਿਖੀ ਆ, ਲਿਖਤਾਂ ਉਮੀ ਦੀਆਂ, ਉਹਨਾਂ ਨੇ ਲਿਖਤ ਲਿਖੀ ਆ ਜੀ। ਕੰਡਿਆਂ ਦੀ ਸੇਜ ਉੱਤੇ ਸੌਣਾ ਅਸੀਂ ਜਾਣਦੇ, ਬੈਠ ਤੱਤੀ ਤਵੀ ਉੱਤੇ ਉਹਦਾ ਭਾਣਾ ਰਹੇ ਮਾਣਦੇ, ਦੂਜਿਆਂ ਲਈ ਸੀਸ ਨੂੰ ਕਟਾਉਣਾ ਅਸੀਂ ਜਾਣਦੇ, ਠੰਡੇ ਬੁਰਜ 'ਚ ਬੈਠ ਉਹਦੀ ਨਿੱਘ ਰਹੇ ਮਾਣਦੇ, ਫਾਂਸੀ ਤੇ ਚੜਨ ਲਈ ਭੱਜ ਚੁੰਮਦੇ ਆ ਰੱਸੇ, ਬਾਰਡਰਾਂ ਤੇ ਅੜਨ ਲਈ ਉਮੀ ਪੰਜਾਬੀ ਹੀ ਨਾ ਜਾਣਦੇ, ਬਾਰਡਰਾਂ ਤੇ ਅੜਨ ਲਈ ਉਮੀ ਪੰਜਾਬੀ ਹੀ ਨੇ ਜਾਣਦੇ। ਉਮੀ ਸਾਹਿਬ ਬਹੁਤ ਵਧੀਆ, ਗ੍ਰੇਟ ਜੌਬ ਮੈਨ, ਥੈਂਕ ਯੂ। ਤੇ ਉਮੀ ਸਾਹਿਬ ਦੇ ਇਸ ਤੋਂ ਬਾਅਦ ਅਸੀਂ ਹੁਣ ਆਪਣੀ ਫੇਸਬੁੱਕ ਚਰਚਾ ਤੇ ਚੱਲਦੇ ਹਾਂ ਜੀ। ਜੇ ਫੇਸਬੁੱਕ ਚਰਚਾ ਤੇ ਕੋਈ ਵੀ ਤੁਹਾਨੂੰ ਕੁਐਸਚਨ ਹੋਵੇ ਤਾਂ ਮੈਂ ਵਾਚ ਕਰ ਰਿਹਾ ਫੇਸਬੁੱਕ ਚਰਚਾ ਤੇ ਵੀ, ਆਪਣਾ ਪੇਜ ਤੇ ਤੁਸੀਂ ਲਿਖ ਸਕਦੇ ਆ। ਮੈਂ ਜਿਨ੍ਹਾਂ ਨੂੰ ਵੀ ਤੁਸੀਂ ਕੁਐਸਚਨ ਕਰਨਾ ਚਾਹੁੰਦੇ ਆ ਕਰ ਸਕਦੇ ਆ, ਤੇ ਮੈਂ ਉਹ ਕੁਐਸਚਨ ਆਪਣੇ ਗੈਸਟ ਨਾਲ ਕਰੂੰਗਾ। ਅੱਛਾ, ਪਹਿਲਾਂ ਤਾਂ ਮੈਂ ਵਾਲੀਆ ਸਾਹਿਬ ਤੋਂ ਇੱਕ ਕੁਐਸਚਨ ਕਰਾਂਗਾ। ਵਾਲੀਆ ਸਾਹਿਬ, ਤੁਹਾਡੇ ਫਾਦਰ ਸਾਹਿਬ ਆਰਮੀ ਵਿੱਚ ਰਹੇ, ਤੁਸੀਂ ਜਿੱਦਾਂ ਦੱਸਿਆ, ਤੇ ਕਿਸਾਨ ਵੀ ਰਹੇ ਤੁਸੀਂ। ਆਪਾਂ ਪਹਿਲਾਂ ਗੱਲ ਆਰਮੀ ਦੀ ਕਰਦੇ ਆ। ਇੱਕ ਥੋੜਾ ਜਿਹਾ ਕੇਸ ਹੋਇਆ ਆਰਮੀ ਦੇ ਵਿੱਚ, ਜਿਹਦੇ ਤੇ ਕਾਫੀ ਗੱਲਾਂ ਚੱਲੀਆਂ, ਜਿਹਦੇ ਵਿੱਚ ਇੱਕ ਹੋਰ ਆਰਮੀ ਪਰਸਨ ਨੇ ਵੀ ਵੀਡੀਓ ਪਾਈ। ਅਜੇ ਸਿੰਘ ਨਾਂ ਦਾ ਇੱਕ ਮੁੰਡਾ ਸੀ ਜਿਹਨੂੰ ਗ੍ਰਿਫਤਾਰ ਕੀਤਾ ਗਿਆ। ਉਹਦਾ ਫਾਦਰ ਜਿਹੜਾ ਸੀਗੇ ਉਹ ਸਿੰਧੂ ਬਾਰਡਰ ਤੇ ਬੈਠੇ ਆ। ਜਦੋਂ ਤੁਹਾਡੇ ਆਪਣੇ ਲੜ ਰਹੇ ਹੋਣ ਕਿਸੇ ਹੱਕਾਂ ਦੇ ਲਈ,
ਤਾਂ ਫਿਰ ਬੰਦੇ ਦੇ ਜਜ਼ਬਾਤ ਕਈ ਵਾਰੀ ਕੰਟਰੋਲ 'ਚ ਨਹੀਂ ਰਹਿੰਦੇ, ਤੇ ਉਹਨਾਂ ਨੇ ਇਹ ਗੱਲ ਕਹੀ ਵੀ ਜੇ 10 ਡਿਗਰੀ ਟੈਂਪਰੇਚਰ ਦੇ ਵਿੱਚ, -10 ਡਿਗਰੀ ਟੈਂਪਰੇਚਰ ਦੇ ਵਿੱਚ ਅਸੀਂ ਜੇ ਲੜਨਾ ਜਾਣਦੇ ਹਾਂ ਤਾਂ ਅਸੀਂ ਆਪਣੇ ਹੱਕਾਂ ਲਈ ਵੀ ਲੜਨਾ ਜਾਣਦੇ ਹਾਂ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ? ਦੇਖੋ, ਇਸ ਦੇ ਦੋ ਪਾਰਟ ਹੈਗੇ, ਦੋ ਪਹਿਲੂ ਹੈਗੇ, ਆਪਾਂ ਦੋ ਪਹਿਲੂਆਂ ਤੇ ਗੱਲ ਕਰਾਂਗੇ। ਇੱਕ ਪਹਿਲੂ ਤੇ ਗੱਲ ਕਰਾਂਗੇ ਕਿ ਜਿਹੜੀ ਸਾਡੀ ਫੋਰਸਿਸ ਹੈਗੀਆਂ ਨੇ, ਉਹ ਫੋਰਸਿਸ ਹਮੇਸ਼ਾ ਕੰਟਰੀ ਦੇ ਇੰਟਰਨਲ ਮੈਟਰਸ ਤੇ ਜਿਹੜੇ ਕੁਝ ਵੀ ਹੋ ਰਿਹਾ, ਚਾਹੇ ਉਹਨਾਂ ਦੀ ਫੈਮਿਲੀ ਨਾਲ ਗਲਤ ਹੋ ਰਿਹਾ, ਚਾਹੇ ਦੇਸ਼ 'ਚ ਕੁਝ ਗਲਤ ਹੋ ਰਿਹਾ, ਫੋਰਸਿਸ ਉਸ ਤੇ ਕਮੈਂਟ ਨਹੀਂ ਕਰ ਸਕਦੀਆਂ, ਕਿਉਂਕਿ ਉਹਦੇ ਨਾਲ ਫਿਰ ਕੀ ਹੁੰਦਾ, ਫੋਰਸਿਸ 'ਚ ਇੰਟਰਨਲੀ ਗੁੱਟਬਾਜੀ ਜਾਂ ਫਿਰ ਵਿਦਰੋਹ ਹੋਣ ਦਾ ਖਤਰਾ ਹੁੰਦਾ ਹੈ। ਇੱਕ ਪਹਿਲੂ ਤਾਂ ਇਹ ਹੈਗਾ, ਤਾਂ ਹੀ ਸਰਕਾਰ ਜਿਹੜੀ ਏਦਾਂ ਦੇ ਐਕਸ਼ਨ ਲੈਂਦੀ ਹੈ। ਦੂਜਾ ਸੈਂਟੀਮੈਂਟਸ। ਦੇਖੋ, ਪੰਜਾਬ ਔਰ ਹਰਿਆਣਾ ਅੱਜ ਇਕੱਠੇ, ਯੂਪੀ ਵੀ ਇਕੱਠੇ ਇੱਕ ਮੋਢੇ ਦਾ ਮੋਢਾ ਲਾ ਕੇ ਖੜੇ ਨੇ ਇਸ ਕਿਸਾਨੀ ਲਹਿਰ ਦੇ ਨਾਲ, ਤੇ ਉਹਦੇ ਦੂਜੇ ਪਾਸੇ ਵਿਪਰੀਤ, ਚਾਹੇ ਪੰਜਾਬ ਰੈਜੀਮੈਂਟ ਹੋਵੇ, ਚਾਹੇ ਸਿੱਖ ਰੈਜੀਮੈਂਟ ਹੋਵੇ, ਚਾਹੇ ਜਾਟ ਰੈਜੀਮੈਂਟ ਹੋਵੇ, ਸਾਡੇ ਸਾਰੇ ਪੰਜਾਬ ਹਰਿਆਣੇ ਦੇ ਜਿਹੜੇ ਧੀ ਪੁੱਤ ਨੇ ਉੱਥੇ ਜਿਹੜੇ ਬਾਰਡਰਾਂ ਤੇ ਖੜੇ ਨੇ, ਆ ਹੋਰ ਸੇਵਾਵਾਂ ਜਿਹੜੀਆਂ ਸਾਡੇ ਫੋਰਸਿਸ ਦੇ ਰਹੇ ਆ। ਤੇ ਉਹ ਜੋ ਗੱਲ ਸਾਡੇ ਫੌਜੀ ਵੀਰ ਨੇ ਕੀਤੀ ਹੈ, ਉਹ ਉਹਨਾਂ ਦੇ ਪਰਸਨਲ ਸੈਂਟੀਮੈਂਟਸ ਜਿਹੜੇ ਉਹਨਾਂ ਦੇ ਹੈਗੇ ਆ, ਇੱਕ ਤਰ੍ਹਾਂ ਦੇ, ਉਹ ਉਹਨਾਂ ਤੋਂ ਰਿਹਾ ਨਹੀਂ ਗਿਆ, ਉਹ ਗੱਲ ਕੀਤੀ ਗਈ, ਬਟ ਉਹ ਉਹਨਾਂ ਦੇ ਦਿਮਾਗ 'ਚ ਇਹ ਨਹੀਂ ਰਿਹਾ ਕਿ ਵੀ ਉਸ ਟਾਈਮ ਡਿਊਟੀ ਤੇ ਨੇ, ਉਸ ਟਾਈਮ ਆਪਣੀ ਜੌਬ ਕਰ ਰਹੇ, ਕੰਟਰੀ ਦੀ ਸੇਵਾ ਕਰ ਰਹੇ ਆ। ਸੋ ਇਹ ਦੋਨੇ ਆਪਣੇ ਆਪਣੇ ਤਰੀਕੇ ਨਾਲ ਆਪਾਂ ਇਹਨੂੰ ਕਹਿ ਸਕਦੇ ਕਿ ਉਹਨਾਂ ਦੇ ਉਹ ਸੈਂਟੀਮੈਂਟ, ਉਹ ਜਿਹੜੀ ਭਾਵਨਾਵਾਂ ਸੀਗੀਆਂ, ਉਹ ਭਾਵਨਾਵਾਂ ਉਹਨਾਂ ਤੋਂ ਰੋਕੀਆਂ ਨਹੀਂ ਗਈਆਂ। ਤੇ ਦੂਜੇ ਪਾਸੇ ਸਰਕਾਰ ਨੇ ਜਿਹੜਾ ਐਕਸ਼ਨ ਲਿੱਤਾ ਹੈ, ਉਹ ਜਿਹੜੇ ਸਰਵਿਸ ਰੂਲਸ ਹੈਗੇ ਨੇ, ਜੋ ਫੌਜ ਕਿਤੇ ਵਿਦਰੋਹ ਨਾ ਹੋ ਜੇ, ਬਗਾਵਤ ਨਾ ਹੋ ਜੇ, ਤੇ ਉਸ ਕਰਕੇ ਸਰਕਾਰ ਨੂੰ ਇਹ ਸਟੈਪ ਲੈਣਾ ਪਿਆ। ਇਵੇਂ ਹੀ ਸੰਗਰੂਰ 'ਚ ਸਾਡਾ ਇੱਕ ਵੀਰ, ਫੌਜੀ ਵੀਰ ਛੁੱਟੀ ਤੇ ਆਇਆ ਸੀਗਾ, ਤੇ ਉਹਨੇ ਸੰਗਰੂਰ 'ਚ ਆਪਣੇ ਫਾਦਰ ਦੇ ਨਾਲ ਪੋਸਟਰ ਫੜ ਕੇ ਫੋਟੋ ਖਿਚਵਾਈ ਸੀਗੀ, ਤੇ ਉਸ ਤੇ ਵੀ ਡਿਸਪਲਿਨਰੀ ਐਕਸ਼ਨ ਜਿਹੜਾ ਹੈਗਾ ਸਰਕਾਰ ਨੇ ਲਿਆ ਕਿ ਵੀ ਜਦ ਤੁਸੀਂ ਛੁੱਟੀ ਤੇ ਹੋ ਤਾਂ ਤੁਸੀਂ ਫੌਜੀ ਦੀ ਡਰੈਸ ਪਾ ਕੇ ਕਿਵੇਂ ਤੁਸੀਂ ਪ੍ਰੋਟੈਸਟ ਸ਼ਾਮਿਲ ਹੋ ਸਕਦੇ ਹੋ। ਇਹ ਬੇਸਿਕਲੀ ਸਾਡੀ ਜਿਹੜੀ ਫੋਰਸਿਸ ਹੈਗੀਆਂ, ਉਹ ਕਿਸੇ ਪਾਸੇ ਨੂੰ ਡਿਵਰਟ ਨਾ ਹੋ ਜਾਣ, ਉਹਦਾ ਮਾਈਂਡ ਸੈਟ ਡਿਵਰਟ ਨਾ ਹੋ ਜੇ, ਜਾਂ ਕਿਤੇ ਕੋਈ ਵਿਦਰੋਹ ਨਾ ਹੋ ਜੇ, ਉਹਦੇ ਕਰਕੇ ਸਰਕਾਰ ਨੇ ਇਹ ਕੀਤਾ, ਇਹ ਸਰਵਿਸ ਰੂਲ ਦੇ ਅਕੋਰਡਿੰਗਲੀ ਜੋ ਕੀਤਾ, ਉਹਨਾਂ ਨੇ ਜੋ ਵੀ ਕੀਤਾ ਹੈਗਾ। ਤੇ ਹੁਣ ਆਪਾਂ ਇਹਦਾ ਦੂਜਾ ਪਹਿਲੂ ਵੀ ਹੋਰ ਦੇਖੀਏ, ਸਰਕਾਰ। ਹੈਲੋ, ਹਾਂਜੀ, ਗੋ ਹੈਡ ਭਾਜੀ, ਗੋ ਹੈਡ। ਹਾਂਜੀ, ਤੇ ਦੂਜਾ ਆਪਣਾ ਆਪਾਂ ਸਰਕਾਰ ਦਾ ਰਵੱਈਆ ਦੇਖੀਏ, ਸਰਕਾਰ ਆਪਣੇ ਤਰੀਕੇ ਨਾਲ ਚੱਲਦੀ ਹੈ। ਹੁਣ ਪੁਲਵਾਮਾ ਹਮਲਾ ਹੋਇਆ ਸੀਗਾ, ਪੁਲਵਾਮਾ ਹਮਲੇ 'ਚ ਮੈਂ ਸਾਫ਼ ਸਿੱਧੇ ਤਰੀਕੇ ਨਾਲ ਕਹੂੰਗਾ ਕਿ ਗ੍ਰਹਿ ਮੰਤਰੀ ਉਸ ਟਾਈਮ ਰਾਜਨਾਥ ਸਿੰਘ, ਉਸ ਤੇ ਐਕਸ਼ਨ ਕਿਉਂ ਨਹੀਂ ਹੋਇਆ, ਉਸ ਤੇ ਸਰਕਾਰ ਨੇ ਐਕਸ਼ਨ ਕਿਉਂ ਨਹੀਂ ਲਿੱਤਾ? ਪੁਲਵਾਮਾ ਹਮਲੇ 'ਚ ਕਸ਼ਮੀਰ ਜਾਣ ਵਾਸਤੇ 에ਅਰ ਲਿਫਟਿੰਗ ਦੀ ਪਰਮਿਸ਼ਨ ਲਿਖੀ ਗਈ ਫੌਜ ਵੱਲੋਂ, ਪਰ ਰਾਜਨਾਥ ਸਿੰਘ ਨੇ ਚਿੱਠੀ ਦੱਬ ਕੇ ਰੱਖੀ ਔਰ ਲਾਸਟ ਪਰਮਿਸ਼ਨ ਨਹੀਂ ਦਿੱਤੀ ਗਈ। ਤੇ ਉਹਦਾ ਨਤੀਜਾ ਸਾਨੂੰ ਭੁਗਤਣਾ ਪਿਆ ਕਿ ਸਾਡੇ 40 ਜਵਾਨ ਜਿਹੜੇ ਹੈਗੇ ਆ ਸ਼ਹੀਦ ਹੋਏ। ਜਦ ਕਿ ਰੂਲ ਇਹ ਹੁੰਦਾ ਹੈ ਕਿ JNK 'ਚ ਰੂਲ ਸਿਸਟਮ ਇਹ ਬਣਿਆ ਹੁੰਦਾ ਫੌਜ ਦਾ ਕਿ ਜਦੋਂ ਵੀ ਕੋਈ ਵੱਡਾ ਕਨਵੋਏ ਜਾਣਾ ਹੈ ਤਾਂ ਉਹ ਤੋਂ ਪਹਿਲਾਂ ਪ੍ਰੋਪਰ ਐਡਵਾਂਸ ਪਾਰਟੀ ਜਾਂਦੀ ਹੈ, ਪੂਰਾ ਹਰ ਚੀਜ਼ ਚੈੱਕ ਕਰਦੀ ਹੈ ਵੀ ਕਿਤੇ ਕੋਈ ਇਹੋ ਜਿਹੀ ਮਿਸਹੈਪਨਿੰਗ ਨਾ ਹੋ ਜੇ। ਬਟ ਮੈਨੂੰ ਲੱਗਦਾ ਉਹ ਪੈਰਾਮੀਟਰ ਸ਼ਾਇਦ ਨਹੀਂ ਅਡਾਪਟ ਕੀਤੇ ਗਏ, ਕਿਉਂਕਿ ਸਰਕਾਰ ਨੇ ਉਸ ਹਮਲੇ ਨੂੰ ਇਲੈਕਸ਼ਨ 'ਚ ਯੂਜ਼ ਕੀਤਾ, ਉਹ ਸ਼ਹੀਦਾਂ ਦੀ ਸ਼ਹਾਦਤ ਨੂੰ ਇਲੈਕਸ਼ਨ 'ਚ ਜਾ ਕੇ ਵੇਚਿਆ। ਜਦ ਕਿ ਇੱਕ ਮੰਦਭਾਗੀ ਗੱਲ ਹੈ, ਜਿਹੜਾ ਉੱਥੇ DSP ਅਪਾਇੰਟਡ ਸੀਗਾ, ਉਹ DSP ਟੈਰਰਿਸਟਾਂ ਨਾਲ ਫੜਿਆ ਗਿਆ। ਫੜਨ ਤੋਂ ਬਾਅਦ ਸਰਕਾਰ ਨੇ ਜਦ ਤੁਹਾਡੇ ਮੇਰੇ ਤੇ ਮਾੜੀ ਜੀ ਗੱਲ ਕਰਦੀ ਹੈ, 1 ਮਿੰਟ 'ਚ ਦੇਸ਼ ਦਰੋਹ ਦਾ ਪਰਚਾ ਦਰਜ ਕਰਦਾ। UP ਦਾ ਮਸ਼ਹੂਰ ਹੋ ਚੁੱਕਿਆ ਹੈ ਕਿ ਦੇਸ਼ ਦਰੋਹ ਦਾ ਪਰਚਾ ਦਰਜ ਕਰਨ ਨੂੰ ਯੋਗੀ ਆਦਿੱਤਿਆਨਾਥ ਮਿੰਟ ਨਹੀਂ ਲਾਉਂਦਾ। ਸੋ ਉਸ ਤੇ ਦੇਸ਼ ਦਰੋਹ ਦਾ ਪਰਚਾ, ਉਸਦੇ ਦੇਸ਼ ਦਰੋਹ ਦੇ ਜਿਹੜੇ ਧਾਰਾ ਸੀਗੀ ਉਹ ਵਿਡਰਾ ਕੀਤੀ ਗਈ, ਤਾਂ ਕਿ ਉਹਨੂੰ ਜ਼ਮਾਨਤ ਮਿਲ ਸਕੇ। ਮਤਲਬ ਜਿਹਦੇ ਕਰਕੇ ਮਿਲ ਗਈ। ਦੂਜਾ ਸਾਡਾ ਡਿਫੈਂਸ ਮਿਨਿਸਟਰ ਜਿਹਨੇ ਉਹਨੇ ਉਹਦੇ ਉੱਤੇ ਕੁਛ ਨਹੀਂ ਲਿੱਤਾ। ਸੋ ਇਹ ਦੋ ਗੱਲਾਂ ਆਪਾਂ ਦੋ ਗਲੀ ਰਹੀ ਮੈਨੂੰ ਕਹੂੰਗਾ, ਕਿਉਂਕਿ ਸਾਡੇ ਸਿਰਫ ਪ੍ਰਾਈਮ ਮਿਨਿਸਟਰ ਜਿਹੜੇ ਹੈਗੇ ਆ ਉਹ ਦੇਸ਼ ਦੇ ਪ੍ਰਧਾਨ ਮੰਤਰੀ ਘੱਟ, ਇੱਕ ਕੱਟੜਪੰਥੀ ਲੀਡਰ ਦੇ ਰੂਪ ਦੇ ਵਿੱਚ ਅੱਜ ਪੂਰੇ ਵਰਲਡ ਨੂੰ ਪਤਾ ਲੱਗ ਗਿਆ ਕਿ ਉੱਭਰ ਕੇ ਆਏ ਨੇ, ਉਹ ਸਿਰਫ ਆਪਣੀ BJP ਔਰ ਕੁਝ ਕਾਰਪੋਰੇਟ ਘਰਾਣਿਆਂ ਦੇ ਲਈ ਹੀ ਪ੍ਰਧਾਨ ਮੰਤਰੀ ਬਣੇ ਆ, ਦੇਸ਼ ਲਈ ਨਹੀਂ। ਭਾਜੀ ਬਿਲਕੁਲ ਸਹੀ ਗੱਲ ਹੈ, ਤੁਸੀਂ ਬੜੀ ਡਿਟੇਲ 'ਚ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਹ ਸਭ ਕੁਝ ਹੋ ਰਿਹਾ ਫੌਜ ਦੇ ਨਾਲ, ਤੇ ਵਾਕਈ ਇਹ ਗੱਲ ਸੱਚੀ ਹੈ ਜੀ। ਦੇਖੋ, ਜੇ ਤਾਂ ਉਹ ਪ੍ਰਧਾਨ ਮੰਤਰੀ ਇੱਕ ਸਮਝਦਾਰ ਪ੍ਰਧਾਨ ਮੰਤਰੀ ਹੋਣ ਤਾਂ ਇਹ ਸਾਰੇ ਵਤਾਰੇ ਨੂੰ ਦੇਖ ਕੇ ਤੇ ਆਪਣਾ ਇੱਕ ਸਹੀ ਡਿਸੀਜਨ ਲੈਣ, ਪਰ ਜਦੋਂ ਤੁਸੀਂ ਕਿਸੇ ਤੋਂ, ਜਿੱਦਾਂ ਚੋਣਾਂ ਦੇ ਵਿੱਚ ਇੰਨਾ ਪੈਸਾ ਲਿਆ, ਜਿਹੜੇ ਸਰਮਾਏਦਾਰ ਲੋਕ ਆ ਉਹਨਾਂ ਨੇ ਹੁਣ ਇਹਨਾਂ ਨੂੰ ਕੰਟਰੋਲ ਕੀਤਾ ਹੋਇਆ, ਉਹਨਾਂ ਦੇ ਨਾਲ ਲੱਗੇ ਹੋਏ ਆ,
ਤੇ ਮੈਂ ਹੁਣ ਅਕਵਿੰਦਰ ਭਾਜੀ ਵੱਲ ਚੱਲਦਾ। ਅਕਵਿੰਦਰ ਭਾਜੀ, ਜਿਹੜੀ ਆਪਣੀ 26 ਜਨਵਰੀ ਦੀ ਪਰੇਡ ਆ ਰਹੀ ਆ, ਉੱਥੇ ਪਤਾ ਲੱਗਿਆ ਕਿ ਜਿਹੜੇ ਆਪਣੇ ਪ੍ਰਾਈਮ ਮਿਨਿਸਟਰ ਆ ਰਹੇ ਸੀਗੇ, ਉਹਨਾਂ ਨੇ ਇੰਗਲੈਂਡ ਤੋਂ ਉਹਨਾਂ ਨੇ ਆਪਣਾ ਦੌਰਾ ਕੈਂਸਲ ਕਰਤਾ। ਉਹਦੇ ਬਾਰੇ ਤੁਸੀਂ ਕੀ ਚਰਚਾ ਕਰਨਾ ਚਾਹੁੰਦੇ ਆ ਜੀ? ਦੇਖੋ, ਇਹਨੂੰ ਅਲੱਗ-ਅਲੱਗ ਤਰੀਕੇ ਨਾਲ ਦੇਖਿਆ ਜਾ ਰਿਹਾ, ਪਰ ਅਸਲੀਅਤ ਇਹ ਹੈ ਕਿ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਦੀ ਜਿਹੜੀ ਭਾਰਤ ਫੇਰੀ ਕੈਂਸਲ ਹੋਈ ਹੈ, ਉਹ ਇੱਕ ਕਿਸਾਨਾਂ ਲਈ ਸਿਆਸੀ ਜਿੱਤ ਹੈ ਤੇ ਮੋਦੀ ਲਈ ਇਹ ਡਿਪਲੋਮੈਟਿਕ ਡਿਫੀਟ ਹੈ। ਚਾਹੇ ਇਸ ਨੂੰ ਤੁਸੀਂ ਜੋ ਮਰਜ਼ੀ ਕਰੋਨਾ ਦਾ ਰੂਪ ਦੇ ਲਓ, ਚਾਹੇ ਕੋਈ ਹੋਰ ਦੇ ਲਓ, ਪਰ ਇਹਦਾ ਜਿਹੜਾ ਅਸਰ ਹੈਗਾ, ਇਹ ਜਿਵੇਂ ਪੰਜਾਬੀ ਲੋਕਾਂ ਨੇ ਆਪਦੇ MLAs ਨੂੰ, ਆਪਦੇ MPs ਨੂੰ ਇਸ ਬਾਰੇ ਇੰਗਲੈਂਡ ਦੇ ਵਿੱਚ ਲੈਟਰ ਲਿਖੇ, ਉਹਨਾਂ ਨੂੰ ਕਨਵਿੰਸ ਕੀਤਾ ਕਿ ਇਹ ਕੀ ਹੋ ਰਿਹਾ, ਮੋਦੀ ਕੀ ਕਰ ਰਿਹਾ। ਮੇਰਾ ਖਿਆਲ ਹੈ ਕਿ ਉਹਦਾ ਬਹੁਤ ਵੱਡਾ ਅਸਰ ਹੈ ਤੇ ਜਿਹੜਾ ਕਿ ਹੋ ਸਕਦਾ ਹੈ ਕਿ ਮੋਦੀ ਗਵਰਨਮੈਂਟ ਨੂੰ ਇਹ ਪਚੇ ਨਾ, ਜਾਂ ਉਹਨਾਂ ਦੀ ਜਿਹੜੀ ਦੁੱਖ ਦੀ ਰਾਗ ਹੈ ਉਹਦੇ ਉੱਤੇ ਹੱਥ ਜਿਹੜਾ ਉਹ ਰੱਖਿਆ ਗਿਆ ਹੈਗਾ ਇਸ ਗੱਲ ਨਾਲ। ਬਾਕੀ ਪੋਲੀਟੀਕਲੀ ਰਾਈਟ ਹੋਣ ਵਾਸਤੇ ਬਹੁਤ ਕੁਝ ਸਟੇਟਮੈਂਟਾਂ ਜਿਹੜੀਆਂ ਡਿਫਰੈਂਟ ਕੰਟਰੀ ਦਿੰਦੇ ਆ, ਉਹ ਇੰਗਲੈਂਡ ਨੇ ਵੀ ਦਿੱਤੀ ਹੈ ਤੇ ਮੋਦੀ ਸਰਕਾਰ ਨੇ ਵੀ ਦਿੱਤੀ ਹੈ। ਠੀਕ ਹੈ ਜੀ, ਠੀਕ ਹੈ ਜੀ, ਵੈਰੀ ਗੁੱਡ ਜੀ। ਮੈਂ ਇਸ 'ਚ ਕੁਛ ਐਡ ਕਰਨਾ ਚਾਹੁੰਦਾ ਜੇ ਕਹੋ। ਹਾਂਜੀ 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 ਭਾਜੀ। ਹਾਂਜੀ, ਇਸ 'ਚ ਦੇਖੋ ਮੈਂ ਫਿਰ ਉਹੀ ਗੱਲ ਕਹੂੰਗਾ ਕਿ ਜਿਹੜੇ ਨੂੰ ਜਦੋਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਦੂਜੀ ਕੰਟਰੀਜ਼ 'ਚ ਇੰਟਰਫੇਅਰ ਕਰਦੇ ਇੰਟਰਨਲ ਮੈਟਰਸ, ਤਾਂ ਸਾਡਾ ਗੋਦੀ ਮੀਡੀਆ ਤੋਂ ਲੈ ਕੇ ਐਕਸਟਰਨਲ ਅਫੇਅਰ ਮਿਨਿਸਟਰੀ ਚੁੱਪ ਕਰ ਜਾਂਦੀ ਹੈ। ਤੇ ਜਦੋਂ ਦੂਜੀ ਕੰਟਰੀ ਸਾਡੇ ਦੇਸ਼ ਦੇ ਇੰਟਰਨਲ ਮੈਟਰ ਇੰਟਰਫੇਅਰ ਕਰਦੀ ਤਾਂ ਦੋਨੋਂ ਰੌਲਾ ਪਾਉਣ ਲੱਗ ਜਾਂਦੇ, ਚਾਹੇ ਐਕਸਟਰਨਲ ਅਫੇਅਰ ਮਿਨਿਸਟਰੀ ਹੈ। ਜਿਵੇਂ ਪਿੱਛੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਸਟੇਟਮੈਂਟ ਦਿੱਤੀ ਸੀਗੀ, ਤਾਂ ਉਹਨਾਂ ਨੂੰ ਬੁਲਾ ਲਿਆ, ਐਡਵਾਈਸ ਉਹਨੂੰ ਐਂਬੈਸਡਰ ਨੂੰ ਬੁਲਾ ਕੇ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ। ਜਿਵੇਂ ਹੋਰ ਕੰਟਰੀ ਦੇ ਲੋਕ ਵੀ ਕਰ ਰਹੇ, ਜਿਵੇਂ UK ਦਾ ਪ੍ਰਾਈਮ ਮਿਨਿਸਟਰ ਵੀ ਸਾਹਿਬ ਵੀ ਨਹੀਂ ਆ ਰਹੇ। ਸੋ ਕੱਲ ਮੈਂ ਇੱਕ ਛੋਟਾ ਜਿਹਾ ਕੱਲ ਦੀ ਐਗਜ਼ਾਮਪਲ ਦਊਂਗਾ। ਕੱਲ ਟਵੀਟ ਕੀਤਾ ਪ੍ਰਧਾਨ ਮੰਤਰੀ ਸਾਹਿਬ ਨੇ ਕਿ ਵਾਸ਼ਿੰਗਟਨ DC 'ਚ ਜੋ ਦੰਗਾ ਹੋਇਆ ਬਹੁਤ ਹੀ ਸ਼ਰਮਨਾਕ ਗੱਲ ਹੈ, ਨਹੀਂ ਹੋਣਾ ਚਾਹੀਦਾ ਸੀਗਾ। ਪਰ ਉਹੀ ਪ੍ਰਾਈਮ ਮਿਨਿਸਟਰ ਸਾਹਿਬ ਜਿਹੜੇ ਦੰਗਾ ਕਰਵਾਇਆ, ਟਰੰਪ ਸਾਹਿਬ ਦੇ ਹੌਡੀ ਮੋਦੀ ਕਰਨ, ਉਹਦੇ ਇਲੈਕਸ਼ਨ ਕੰਪੇਨ ਕਰਨ ਅਮਰੀਕਾ ਜਾਂਦੇ ਆ, ਤੇ ਨਮਸਤੇ ਟਰੰਪ ਕਰੋਨਾ ਕਾਲ 'ਚ ਕਰਾਉਣ ਵਾਸਤੇ ਉਹਨੂੰ ਇੰਡੀਆ ਬੁਲਾਉਂਦੇ ਆ। ਲੱਖਾਂ ਲੋਕ ਇਕੱਠੇ ਕਰਦੇ ਕਰੋਨਾ ਟਾਈਮ 'ਚ। ਸਾਡਾ ਐਕਸਟਰਨਲ ਅਫੇਅਰ ਮਿਨਿਸਟਰ ਚੁੱਪ ਰਹਿੰਦਾ, ਸਾਡਾ ਗੋਦੀ ਮੀਡੀਆ ਦੀ ਵਾਹਵਾਹੀ ਕਰਦਾ ਉਲਟਾ, ਉਹਨੂੰ ਕੰਡੈਮ ਕਰਨ ਦੀ ਬਜਾਏ। ਸੋ ਉਹੀ ਹੁਣ ਪ੍ਰਧਾਨ ਮੰਤਰੀ ਸਾਹਿਬ ਸਾਡੇ ਕਿਸਾਨ ਜਿਹੜੇ ਬਿਲਕੁਲ ਬਾਰਡਰ ਤੇ ਬੈਠੇ 20 ਕਿਲੋਮੀਟਰ ਉਹਨਾਂ ਦੇ ਘਰ ਤੋਂ, ਤੇ ਉੱਥੇ 57 ਤੋਂ ਵੱਧ ਸਾਡੇ ਕਿਸਾਨ ਜਥੇਬੰਦੀਆਂ ਦੇ ਜਿਹੜੇ ਕਿਸਾਨ ਸ਼ਹੀਦ ਹੋ ਚੁੱਕੇ ਆ, ਉਹਨਾਂ ਲਈ ਮੋਦੀ ਸਾਹਿਬ ਕੋਲ ਟਵੀਟ ਕਰਨ ਦਾ ਟਾਈਮ ਨਹੀਂ ਹੈਗਾ। ਤੇ ਪਰ ਉਹ ਵਾਸ਼ਿੰਗਟਨ DC ਦੇ ਸਿਰਫ ਦੰਗੇ ਤੇ ਟਵੀਟ ਕਰਦੇ ਆ। ਸੋ ਮੈਂ ਉਹੀ ਗੱਲ ਕਹਿਣਾ ਕਿ ਵੀ ਅਸੀਂ ਫੇਰ ਮੈਂ ਉਹੀ ਰਿਪੀਟ ਕਰਦਾ ਕਿ ਇੰਡੀਆ ਉਹ ਡੈਮੋਕ੍ਰੇਸੀ ਅਮਰੀਕਾ ਦੀ ਗੱਲ ਕਰਦੇ, ਪਰ ਇੰਡੀਆ ਦੀ ਡੈਮੋਕ੍ਰੇਸੀ ਕਿਵੇਂ ਖਤਮ ਕਰਨ ਲੱਗੇ ਹੋਏ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਯਾਰ BJP। ਸੋ ਇਹ ਸਾਫ਼ ਔਰ ਕਲੀਅਰ ਝਲਕਦਾ ਹੈ। ਤੇ ਜਿਹਨੂੰ ਭੁਲੇਖਾ ਹੈ ਕਿ ਹਿੰਦੁਸਤਾਨ 'ਚ ਡੈਮੋਕ੍ਰੇਸੀ ਹਜੇ ਹੈਗੀ ਹੈ, ਤਾਂ ਮੈਂ ਸੋਚਦਾ ਉਹ ਬਹੁਤ ਵੱਡੀ ਗਲਤੀ ਕਰੀ ਬੈਠਾ ਹੈ। ਸੋ ਇਹ ਡੈਮੋਕ੍ਰੈਟਿਕ ਰਾਈਟਸ ਪਹਿਲਾਂ ਸਾਡੇ ਪ੍ਰਧਾਨ ਮੰਤਰੀ ਨੂੰ ਇੰਡੀਆ ਦੇ ਦੇਖਣੇ ਚਾਹੀਦੇ ਹੈ, ਕਿਉਂਕਿ ਜੋ ਤਸ਼ੱਦਦ ਕਿਸਾਨਾਂ ਤੇ ਹਰਿਆਣਾ ਸਰਕਾਰ ਨੇ ਕੀਤੀ ਹੈ, ਜੋ ਹਾਲਾਤ ਜੋ ਪਹਿਲਾਂ ਸਾਡੇ ਵੀਰ ਨੇ ਦੱਸਿਆ ਕਿ ਜੋ ਹਰਿਆਣਾ ਸਰਕਾਰ ਨੇ ਕਿਸਾਨਾਂ ਤੇ ਤਸ਼ੱਦਦ ਕੀਤੀ, ਅੱਜ ਵੀ ਕਰ ਰਹੇ ਹੈ। ਸਾਡੇ ਬੇਸਿਕ ਰਾਈਟਸ ਹੈ, ਟਾਇਲਟਸ, ਪਾਣੀ ਤੇ ਬੇਸਿਕ ਨੀਡਸ ਪ੍ਰੋਵਾਈਡ ਕਰਨਾ ਸਰਕਾਰ ਦੇ ਜ਼ਿੰਮੇਵਾਰੀ ਹੈ, ਬੇਸਿਕ ਰਾਈਟ ਪ੍ਰੋਵਾਈਡ ਕਰਾਉਣਾ। ਮੈਂ ਉੱਥੇ ਧਰਨੇ ਜਾ ਕੇ ਆਇਆ ਤੇ ਉੱਥੇ ਨਾ ਸਰਕਾਰ ਵੱਲੋਂ ਟਾਇਲਟਸ ਨੇ, ਨਾ ਪਾਣੀ ਦੀ ਵਿਵਸਥਾ, ਨਾ ਕੋਈ ਹੋਰ ਮੈਡੀਕਲ ਵਿਵਸਥਾ ਸਰਕਾਰ ਵੱਲੋਂ ਕੀਤੀ ਗਈ ਹੈ। ਇਹ ਮੈਂ ਬੇਨਤੀ ਕਰੂੰਗਾ ਤੁਹਾਡੇ ਜਰੀਏ ਕਿ ਸਾਡੇ ਪ੍ਰਧਾਨ ਮੰਤਰੀ ਪਹਿਲਾਂ ਸਾਡੇ ਦੇਸ਼ ਦੇ ਡੈਮੋਕ੍ਰੈਟਿਕ ਰਾਈਟਸ ਜਿਹੜੇ ਲੋਕਾਂ ਦੇ ਹੈਗੇ ਆ, ਪਹਿਲਾਂ ਉਹ ਸਾਂਭ ਲੈਣ। ਵਾਕਿਆ ਜੀ। ਹਾਂਜੀ, ਮੈਂ ਇਸੇ ਗੱਲ ਦੇ ਨਾਲ ਹੀ ਮੈਂ, ਕਿਉਂਕਿ ਮੇਰਾ ਉਹਨਾਂ ਦਾ ਕਨੈਕਸ਼ਨ ਟੁੱਟ ਗਿਆ, ਕਿ ਬਹੁਤ ਜ਼ਿਆਦਾ ਜਿਹੜਾ ਸਰਕਾਰ ਦਾ ਰਵੱਈਆ ਹੈਗਾ ਬਹੁਤ ਬੇਰੁਖੀ ਵਾਲਾ, ਤੇ ਮਨੁੱਖੀ ਜਿਹੜੇ ਅਧਿਕਾਰ ਹੈ ਉਹਨਾਂ ਦੀ ਬਹੁਤ ਜ਼ਿਆਦਾ ਉਲੰਘਣਾ ਹੋ ਰਹੀ ਹੈ। ਜਿਵੇਂ ਕਿ ਰੀਸੈਂਟਲੀ ਤਾਂ ਐਗਜ਼ਾਮਪਲ ਆਪਣੀ ਧਾਰੂ ਹੇੜਾ ਦੀ ਹੋਈ ਹੈ, ਜ਼ਿਲ੍ਹਾ ਰਵਾੜੀ ਦੇ ਵਿੱਚ, ਕਿਵੇਂ ਉਹਨਾਂ ਦੇ ਅਥਰੂ ਗੈਸ ਛੱਡੀ, ਹੋਰ ਥਾਵਾਂ ਦੇ ਉੱਤੇ ਉਹਨਾਂ ਨੇ ਜਿਹੜਾ ਪਾਣੀ ਦੀ ਵਿਛਾੜ ਕੀਤੀ। ਸੋ ਇਹ ਸਭ ਕੁਝ ਇਹ ਦੱਸਦਾ ਹੈਗਾ ਕਿ BJP ਗਵਰਨਮੈਂਟ ਹੈ ਜਿਹੜੀ ਹਰਿਆਣੇ ਦੀ, ਉਹ ਇਸ ਗੱਲ ਨੂੰ ਪੂਰਾ ਜਿਹੜਾ ਉਹ ਦੇ ਰਹੀ ਹੈਗੀ ਹੈ ਉਤਸ਼ਾਹ। ਸੈਕੰਡ ਜਿਹੜਾ ਹੈਗਾ ਕਿ ਹੁਣ ਦੇਖੋ ਇੰਨੀਆਂ ਜ਼ਿਆਦਾ ਡੈਥਸ ਹੋ ਚੁੱਕੀਆਂ ਉੱਥੇ, ਜਿਹੜਾ ਕਿ ਬੇਸਿਕਲੀ ਜਿਹਦਾ ਕਾਰਨ ਜਿਹੜਾ ਉਹ ਹੈਗਾ ਠੰਡ ਹੈ। ਕਿਉਂਕਿ ਠੰਡ ਦੇ ਵਿੱਚ ਜਿਹੜਾ ਹੈਗਾ ਉਹ ਕਾਰਡੀਅਕ ਅਰੈਸਟ, ਇਹਦਾ ਕਹਿੰਦੇ ਜੀ ਕਾਰਡੀਅਕ ਅਰੈਸਟ ਹੋ ਗਿਆ ਜੀ ਤਾਂ ਡੈਥ ਹੋਈ ਹੈ, ਪਰ ਕਾਰਡੀਅਕ ਅਰੈਸਟ ਠੰਡ ਕਰਕੇ ਹੁੰਦਾ।
ਕਿ ਠੰਡ ਦੇ ਵਿੱਚ ਜਿਹੜੀਆਂ ਦਿਲ ਦੀਆਂ ਜ਼ਿਆਦਾ ਜਿਹੜੀਆਂ ਆਪਣਾ ਹੈਗੀਆਂ ਬਲੱਡ ਵੈਸਲਸ ਹੈਗੀਆਂ ਉਹ ਕੰਸਟ੍ਰਿਕਟ ਹੋ ਜਾਂਦੀਆਂ ਤੇ ਬਲੱਡ ਜਿਹੜਾ ਦਿਮਾਗ ਨੂੰ ਤੇ ਹੋਰ ਜਿਹੜੇ ਮੇਨ ਆਰਗਨ ਹੈ ਉਹਨਾਂ ਨੂੰ ਦੇਣ ਲੱਗ ਜਾਂਦਾ ਹੈ ਤੇ ਇਹਦੇ ਨਾਲ ਬਲੱਡ ਕਲੌਟ ਹੈ ਜਿਹੜੇ ਉਹ ਵੀ ਜਿਹੜੇ ਹੈਗੇ ਆ ਉਹ ਬਣ ਜਾਂਦੇ ਆ ਜਿਹਦੇ ਕਰਕੇ ਡੈਥ ਹੁੰਦੀ ਹੈ। ਸੋ ਇਹਨਾਂ ਨੂੰ ਜਿਹੜੀ ਮੋਦੀ ਗੌਰਮੈਂਟ ਹੈ ਉਹਨਾਂ ਨੂੰ ਇਹ ਚੀਜ਼ ਨਹੀਂ ਦਿਸਦੀਗੀ ਕਿ ਅਸੀਂ ਆਪਣਾ ਕਿਵੇਂ ਇਸ ਚੀਜ਼ ਨੂੰ ਰੋਕੀਏ, ਕਿਵੇਂ ਇਸ ਚੀਜ਼ ਦੇ ਵਿੱਚ ਹੱਥ ਪਾਈਏ, ਕਿ ਇਸਨੂੰ ਨਕੇਲ ਪਾਈਏ ਤੇ ਮਨੁੱਖੀ ਅਧਿਕਾਰਾਂ ਦੇ ਹੁੰਦਿਆਂ ਹੋਇਆਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਵਿਛਾੜਾਂ ਕਰਨੀਆਂ, ਜਿਹੜਾ ਹੈਲਪ ਨਹੀਂ ਕਰਨੀ, ਜਿਹੜਾ ਆਪਣਾ ਠੰਡ ਦੇ ਵਿੱਚ ਕਿਸਾਨ ਜਿਹੜਾ ਬੈਠਾ ਹੈਗਾ, ਜਿਹੜਾ ਕਿ ਅਸੀਂ ਲੂਜ਼ ਕਰ ਰਹੇ ਹੈਗੇ ਆ ਐਵਰੀ ਡੇ। ਕੱਲ 2 ਜਿਹੜੀਆਂ ਡੈਥਸ ਹੈਗੀਆਂ ਉਹ ਕੱਲ ਹੋਈਆਂ ਹੈਗੀਆਂ। ਸੋ ਡੈਫੀਨੇਟਲੀ ਇਹ ਜਿਹੜਾ ਆਪਣਾ ਮੋਦੀ ਸਰਕਾਰ ਹੈ ਇਹਦਾ ਰਵੱਈਆ ਕੋਈ ਟਰੰਪ ਨਾਲੋਂ ਵੱਖਰਾ ਨਹੀਂ ਹੈ। ਇਹਨਾਂ ਨੂੰ ਆਪ ਲਈ ਹੀ ਕੁਝ ਚਾਹੀਦਾ ਹੈ, ਇਹਨਾਂ ਨੂੰ ਲੋਕਾਂ ਨਾਲ ਕੋਈ ਫਿਕਰ ਨੀਗਾ, ਚਾਹੇ ਮਨੁੱਖੀ ਅਧਿਕਾਰਾਂ ਨਾਲ ਕੋਈ ਫਿਕਰ ਨੀਗਾ। ਜਿਵੇਂ ਇਹਨਾਂ ਨੇ ਦੱਸਿਆ ਕਿ ਇੱਥੇ ਆ ਕੇ ਮੋਦੀ ਨੇ ਟਰੰਪ ਜਿੱਤੂ ਇਸ ਵਾਰੀ, ਇਹਦੇ ਤੇ ਜੋ ਉਹਨਾਂ ਨੇ ਕੀਤਾ ਤੇ ਉਹ ਹੁਣ ਦੇਖ ਲਓ ਕਿ ਟਰੰਪ ਦੇ ਸਪੋਰਟਰ ਹੈ ਜਿਹੜੇ, ਟਰੰਪ ਦੇ ਭਗਤ ਹੈ ਜਿਹੜੇ, ਉਹਨਾਂ ਨੇ ਚੱਕ ਕੇ ਹਮਲਾ ਕਰਤਾ ਕੈਪੀਟਲ ਤੇ ਇੱਧਰੋਂ ਤੁਸੀਂ ਮੋਦੀ ਭਗਤ ਵੇਖ ਲਓ, ਨਾ ਔਰਤ ਦੀ ਇੱਜ਼ਤ ਕਰਦੇ ਆ, ਨਾ ਹਰੀਜਨਾਂ ਦੀ ਇੱਜ਼ਤ ਕਰਦੇ ਆ, ਨਾ ਕਿਸੇ ਹੋਰ ਧਰਮ ਦੀ ਇੱਜ਼ਤ ਕਰਦੇ ਆ। ਸੋ ਇਹਨਾਂ ਦੋਹਾਂ ਦੇ ਵਿੱਚ ਕੋਈ ਫਰਕ ਹੀ ਨਹੀਂ, ਕਿਉਂਕਿ ਦੋਵੇਂ ਸਰਮਾਏਦਾਰਾਂ ਦੀਆਂ ਸਰਕਾਰਾਂ, ਦੋਵੇਂ ਬਿਜ਼ਨਸ ਪੀਪਲ ਦੀਆਂ ਸਰਕਾਰਾਂ ਹੈ। ਇਸ ਕਰਕੇ ਇਹ ਜਿਹੜੀ ਦੋਵਾਂ ਦੀ ਯਾਰੀ ਵੀ ਇਸੇ ਕਰਕੇ ਹੈਗੀ ਹੈ, ਉਸ ਤੋਂ ਬਿਨਾਂ ਇਹਨਾਂ ਦਾ ਕੋਈ ਲੈਣ ਦੇਣ ਨਹੀਂ। ਪਰ ਹੋਪ ਕਿ ਜੋ ਹਾਲਤ ਟਰੰਪ ਦੀ ਹੋਈ ਹੈ ਉਹ ਮੋਦੀ ਸਾਹਿਬ ਦੀ ਵੀ ਨਾ ਹੋਵੇ। ਇਹ ਥੋੜਾ ਧਿਆਨ ਦੇਣ ਤੇ ਇਹਨਾਂ ਮਨੁੱਖੀ ਅਧਿਕਾਰਾਂ ਵੀ ਨਹੀਂ ਧਿਆਨ ਦੇਣ, ਲੋਕਾਂ ਦੀ ਸੁਣ, ਨਾ ਕਿ ਸਿਰਫ ਕਾਰਪੋਰੇਟ ਘਰਾਣਿਆਂ ਦੀ ਸੁਣ। ਬਿਲਕੁਲ ਜੀ। ਮੈਂ ਦੁਬਾਰਾ ਕੁਐਸਚਨ ਕਰਨ ਤੋਂ ਪਹਿਲਾਂ ਜਿਹੜੇ ਆਪਣੇ ਫੇਸਬੁੱਕ ਨਾਲ ਜੁੜ ਚੁੱਕੇ ਸਰੋਤੇ ਨੇ, ਰਣਜੀਤ ਸਿੰਘ ਜੀ ਗਿੱਲ ਆਪਣੇ ਨਾਲ ਜੁੜ ਚੁੱਕੇ ਨੇ ਤੇ ਸਤੀਸ਼ ਕੁਮਾਰ ਜੀ ਜੁੜ ਚੁੱਕੇ ਨੇ, ਹਰਵੰਸ ਲਾਲ ਜੀ ਜੁੜ ਚੁੱਕੇ ਨੇ, ਮਨਮੋਹਨ ਚਾਹਲ ਜੀ ਜੁੜ ਚੁੱਕੇ ਨੇ ਤੇ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਜੀ। ਤੇ ਬਲਜੀਤ ਸਿੱਧੂ ਜੀ ਜੁੜ ਚੁੱਕੇ ਨੇ। ਜਿਹੜੇ ਵੀਰ ਸਾਨੂੰ ਦੇਖ ਰਹੇ ਆ, ਭੈਣਾਂ ਦੇਖ ਰਹੀਆਂ, ਬਜ਼ੁਰਗ ਦੇਖ ਰਹੇ ਨੇ, ਪਲੀਜ਼ ਸ਼ੇਅਰ ਕਰੋ ਜੀ ਆਪਣੇ ਪੇਜ ਤੇ, ਤਾਂ ਜੋ ਵੱਧ ਤੋਂ ਵੱਧ ਸਰੋਤਿਆਂ ਤੱਕ ਸਾਡੀ ਇਹ ਆਵਾਜ਼ ਪਹੁੰਚ ਸਕੇ ਤੇ ਵੱਧ ਤੋਂ ਵੱਧ ਲੋਕਾਂ ਨੂੰ ਅਸੀਂ ਇਨਫੋਰਮੇਸ਼ਨ ਪਹੁੰਚਾ ਸਕੀਏ। ਹਾਂਜੀ ਵਾਲੀਆ ਸਾਹਿਬ, ਤੁਸੀਂ ਜਿਹੜੇ ਅਕਵਿੰਦਰ ਭਾਜੀ ਨੇ ਹੁਣੀ ਗੱਲ ਕੀਤੀ, ਉੱਥੇ ਮੈਨੂੰ ਇੱਕ ਗੱਲ ਕਰਨੀ ਆ ਕਿ ਜਿਹੜੇ ਇਹਨਾਂ ਨੇ ਗੋਲੇ ਵੀ ਸਿੱਟੇ ਨਾ ਥਰੂ ਗੈਸ ਦੇ, ਉਹ ਐਕਸਪਾਇਰ ਸੀਗੇ, ਉਹਨਾਂ ਦੇ ਨਾਲ ਵੀ ਨੁਕਸਾਨ ਹੋਇਆ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ, ਜਿਹੜੇ ਇਹਨਾਂ ਨੇ ਇਹੋ ਰਾਜਸਥਾਨ ਬਾਰਡਰ ਦੇ ਉੱਤੇ ਵਾਲੇ ਪਾਸੇ ਨੇ ਕੀਤਾ ਹੈਗਾ? ਦੇਖੋ, ਮੈਂ ਉਹੀ ਜੋ ਪਹਿਲਾਂ ਵੀ ਗੱਲ ਕਹੀ ਕਿ ਵੀ ਸਰਕਾਰ ਦੂਜੀ ਕੰਟਰੀ ਦੇ ਡੈਮੋਕ੍ਰੈਟਿਕ ਰਾਈਟਸ ਦੀ ਗੱਲ ਕਰਦੀ ਹੈ, ਪਰ ਜਦੋਂ ਆਪਣੇ ਕੰਟਰੀ 'ਚ ਡੈਮੋਕ੍ਰੈਟਿਕ ਰਾਈਟ ਲੋਕਾਂ ਨੂੰ ਦੇਣ ਦੀ ਗੱਲ ਆਉਂਦੀ ਤੇ ਸਰਕਾਰ ਉਸ ਤੇ ਤਸ਼ੱਦਦ ਉਲਟਾ ਲੋਕਾਂ ਦੇ ਕਰਦੀ ਹੈ। ਦੇਖੋ, ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਕਿ 25 ਤਰੀਕ ਨੂੰ 26 ਤਰੀਕ ਨੂੰ ਜਿਹੜਾ ਹੈਗਾ ਕਿਸਾਨ ਜਥੇਬੰਦੀਆਂ ਨੇ ਕੂਚ ਕਰਨਾ ਸੀ ਦਿੱਲੀ ਲਈ, ਤੇ 25 ਤਰੀਕ ਨੂੰ ਸਾਡੇ ਹਾਈ ਕੋਰਟ 'ਚ ਕਰੋਨਾ ਕਰਕੇ ਇੱਕ ਤਰ੍ਹਾਂ ਦੇ ਵਕੇਸ਼ਨ ਮੋਡ ਚੱਲ ਰਿਹਾ ਹੈ ਤੇ ਉਹਦੇ ਵਾਸਤੇ ਜੇ ਪਬਲਿਕ ਇੰਟਰਸਟ ਲਿਟੀਗੇਸ਼ਨ ਫਾਈਲ ਕਰੋ ਤਾਂ 8-9 ਦਿਨ ਲੱਗ ਜਾਂਦੇ ਮੈਂਸ਼ਨਿੰਗ। ਤੇ 25 ਤਰੀਕ ਨੂੰ ਮੈਂ ਆਪਣੇ ਨਾਮ ਤੇ ਹੀ ਇੱਕ ਰਿਟ ਫਾਈਲ ਕੀਤੀ ਸੀਗੀ ਤਾਂ ਕਿ 26 ਮੈਂ ਕੁਝ ਕਿਹਾ ਸੀਗਾ ਕਿ ਮੈਂ ਅੰਦੋਲਨ 'ਚ ਜਾਣਾ ਚਾਹੁੰਦਾ, ਮੈਂ ਹਰਿਆਣੇ 'ਚ ਜਾਣਾ ਚਾਹੁੰਦਾ ਤੇ ਹਰਿਆਣੇ 'ਚ ਸਰਕਾਰ ਨੇ ਇੱਕ ਆਰਡੀਨੈਂਸ ਜਾਰੀ ਕਰਤਾ ਵੀ ਅਸੀਂ ਰੋਡ ਬਲੌਕੇਜ ਕਰਾਂਗੇ। ਤੇ ਇਨ ਮੀਨ ਟਾਈਮ 26 ਤਰੀਕ ਨੂੰ ਰਿਟ ਲੱਗੀ ਤੇ ਲੱਗੀ ਜਾ ਕੇ ਉਹ ਆਨਰੇਬਲ ਹਾਈ ਕੋਰਟ ਦੇ ਚੀਫ ਜਸਟਿਸ ਸਾਹਿਬ ਡਬਲਮੈਨ 'ਚ ਲੱਗੀ। ਸੋ ਤੁਸੀਂ ਬਿਲੀਵ ਨਹੀਂ ਕਰੋਗੇ ਕਿ ਮੈਂ ਬੜਾ ਕੋਸ਼ਿਸ਼ ਕੀਤੀ, ਬੜੀ ਮਿਹਨਤ ਕੀਤੀ, ਵੀ ਕਿਹਾ ਕਿ ਬਈ ਮੈਂ ਪ੍ਰੋਟੈਸਟ 'ਚ ਜਾਣਾ, ਵੀ ਸਰਕਾਰ 10-10 ਫੁੱਟ ਡੂੰਘੇ, ਇਹ ਸਰਕਾਰ ਦਾ ਕੰਮ ਨਹੀਂ ਹੈ ਟੋਏ ਪੱਟਣਾ, 10-10 ਫੁੱਟ ਡੂੰਘੇ ਨੈਸ਼ਨਲ ਹਾਈਵੇ ਪੱਟਦੀ ਫਿਰ ਰਹੀ ਹੈ, ਆਂਸੂ ਗੈਸ ਦੇ ਗੋਲੇ ਛੱਡ ਰਹੀ। ਮੈਂ ਤੁਹਾਨੂੰ ਕਿਹਾ, ਮੈਂ ਕਿਹਾ ਤੁਸੀਂ ਸੰਧੂ ਆਪਣਾ ਜਿਹੜਾ ਸ਼ੰਭੂ ਬੈਰੀਅਰ ਹੈ ਆਪਣਾ ਅੰਬਾਲੇ ਵਾਲਾ ਸ਼ੰਭੂ ਬੈਰੀਅਰ ਜਾ ਕੇ ਤੁਸੀਂ ਦੇਖੋ, ਇੱਕ ਬ੍ਰਿਜ ਦੇ ਉੱਤੇ ਹਜ਼ਾਰਾਂ ਕਿਸਾਨ ਖੜੇ ਆ, ਦੂਏ ਪਾਸੇ ਆਂਸੂ ਗੈਸ ਕੋਲੇ ਪਾਣੀ ਦੀ ਬਸ਼ਾਰਾਂ ਹੋ ਰਹੀਆਂ ਵੀ ਜੇ ਕੋਈ ਪੁਲੋਂ ਡਿੱਗ ਗਿਆ ਥੱਲੇ ਦਰਿਆ 'ਚ ਗਿਰ ਗਿਆ ਤਾਂ ਮੌਤਾਂ ਹੋ ਸਕਦੀਆਂ। ਤੁਸੀਂ ਇਹਨੂੰ ਦੇਖੋ। ਅਨਫੋਰਚੂਨੇਟਲੀ ਮੈਨੂੰ ਕਿਹਾ ਗਿਆ ਕਿ ਤੁਸੀਂ ਕੌਣ ਹੋ? ਮੈਂ ਕਿਹਾ ਜੀ ਮੈਂ ਵਕੀਲ ਵੀ ਹਾਂ ਤੇ ਕਿਸਾਨ ਵੀ ਹਾਂ। ਤੇ ਮੈਨੂੰ ਕਿਹਾ ਗਿਆ ਵੀ ਇੱਕ ਜਾਂ ਤਾਂ ਤੂੰ ਵਕੀਲ ਹੋ ਸਕਦਾ ਜਾਂ ਕਿਸਾਨ ਹੋ ਸਕਦਾ, ਤੇ ਜੇ ਤੂੰ ਵਕੀਲ ਹੈ ਤਾਂ ਕਿਸਾਨ ਨਹੀਂ ਹੋ ਸਕਦਾ। ਤਾਂ ਅਸੀਂ ਵੀ ਇਹ ਜਿਹੜੀ ਰਿਟ ਬਣਦੀ ਨਹੀਂ ਹੈਗੀ, ਤੁਸੀਂ ਪਹਿਲਾਂ ਦੱਸੋ ਕੌਣ ਹੋ। ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਜੀ, ਮੈਂ ਕਿਹਾ ਮੈਂ ਫਾਰਮਰ ਹੈ, ਫਾਰਮਰ ਦਾ ਬੇਟਾ, ਮੈਂ ਜਾਣਾ ਤੇ ਮੇਰੇ ਨਾਲ ਹੋਰ ਜਥੇਬੰਦੀ ਉਹਨਾਂ ਨੇ ਜਾਣਾ। ਕਹਿੰਦਾ ਨਹੀਂ ਜੀ, ਕਹਿੰਦੇ ਫਾਰਮਰਸ ਨੇ ਬੜਾ ਨੁਕਸਾਨ ਕਰਤਾ ਜੀ। ਮੈਂ ਕਿਹਾ ਦੱਸੋ ਕਿੱਥੇ ਕੀਤਾ? ਉਹੀ ਜਿਵੇਂ ਪਹਿਲਾਂ ਬਾਈ ਜੀ ਨੇ ਗੱਲ ਕੀਤੀ ਵੀ ਕੱਲ ਟਰੈਕਟਰ ਮਾਰਚ ਹੋਇਆ, ਹਜ਼ਾਰਾਂ ਟਰੈਕਟਰ ਗਏ, ਕੋਈ ਰੋਡ ਬਲੌਕੇਜ ਨਹੀਂ। ਮੈਂ ਕਿਹਾ ਜੀ 3 ਮਹੀਨੇ ਤੋਂ ਕਿਸਾਨ ਬੈਠਾ ਉੱਥੇ, ਕੋਈ ਰੋਡ ਬਲੌਕੇਜ ਨਹੀਂ ਹੋਈ। ਅੱਜ ਪੰਜਾਬ ਤੋਂ ਕਿਸਾਨ ਹਰਿਆਣੇ ਜਾ ਰਿਹਾ, ਕੋਈ ਰੋਡ ਬਲੌਕੇਜ ਨਹੀਂ ਹੈਗੀ। ਰੋਡ ਬਲੌਕੇਜ ਹਰਿਆਣਾ ਸਰਕਾਰ ਕਰਦੀ। ਮੋਰ ਓਵਰ ਸਾਡੀ ਲੜਾਈ ਤਾਂ ਸੈਂਟਰ ਨਾਲ, ਹਰਿਆਣੇ ਨਾਲ ਹੈ ਹੀ ਨਹੀਂ ਹੈ। ਹਰਿਆਣਾ ਕਿਉਂ ਸਾਡੇ ਤੇ ਤਸ਼ੱਦਦ ਢਾ ਰਿਹਾ ਹੈ?
ਸੋ ਮੈਨੂੰ ਕਿਹਾ ਗਿਆ ਕਿ ਤੁਹਾਡੇ ਤੋਂ 1 ਲੱਖ ਰੁਪਏ ਤੁਹਾਨੂੰ ਫਾਈਨ ਕੀਤਾ ਜਾਊਗਾ। ਮੈਂ ਕਿਹਾ ਉਹ ਵੀ ਮੈਂ ਜਮ੍ਹਾਂ ਕਰਾਉਣ ਨੂੰ ਤਿਆਰ ਹਾਂ ਜੀ, ਪਰ ਤੁਸੀਂ ਹਰਿਆਣਾ ਸਰਕਾਰ ਦਾ ਕਾਰਗੁਜ਼ਾਰੀ ਪਤਾ ਕਰੋ ਵੀ ਹਰਿਆਣਾ ਸਰਕਾਰ ਕਿਉਂ ਕਰ ਰਹੀ ਹੈ, ਉਹਨਾਂ ਦਾ ਕੀ ਮੋਟਿਵ ਹੈ। ਸਾਡੀ ਲੜਾਈ ਨਹੀਂ ਹਰਿਆਣਾ ਨਾਲ। ਤਾਂ ਫਿਰ ਮੈਨੂੰ ਕਿਹਾ ਗਿਆ ਤੁਹਾਡੇ ਤੇ 10 ਲੱਖ ਦੀ ਪੈਨਲਟੀ ਲਾਈ ਜਾਊਗੀ ਤੇ ਬਾਰ ਕੌਂਸਲ ਨੂੰ ਤੁਹਾਡਾ ਨਾਮ ਭੇਜਿਆ ਜਾਊਗਾ ਕਿ ਵੀ ਤੁਸੀਂ ਵਕੀਲ ਨਹੀਂ ਹੋ, ਤੁਸੀਂ ਕਿਸਾਨ ਹੋ, ਇਸ ਕਰਕੇ ਤੁਹਾਡਾ ਲਾਇਸੈਂਸ ਰੱਦ ਕੀਤਾ ਜਾਵੇ। ਵੀ ਤੁਸੀਂ ਜਾਂ ਤਾਂ ਤੁਸੀਂ ਕਿਸਾਨ ਬਣੋ ਜਾਂ ਵਕੀਲ ਬਣੋ। ਜੇ ਵਕੀਲ ਹੋ ਤਾਂ ਤੁਸੀਂ ਇਹ ਫਾਈਲ ਨਹੀਂ ਕਰ ਸਕਦੇ, ਜੇ ਕਿਸਾਨ ਤਾਂ ਤੁਸੀਂ ਤੁਹਾਡਾ ਲਾਇਸੈਂਸ ਕੈਂਸਲ ਵਾਸਤੇ ਭੇਜਿਆ ਜਾਊਗਾ। ਲਾਸਟਲੀ ਮੈਨੂੰ ਕਿਉਂਕਿ ਮੇਰੇ ਨਾਲ ਹੋਰ ਵਕੀਲ ਸਾਥੀ ਸੀ, ਮੈਂ ਪਟੀਸ਼ਨਰ ਸੀ, ਦੂਜਾ ਵਕੀਲ ਸੀ, ਉਹਨਾਂ ਦੀ ਦੇਖਦੇ ਹੋਏ ਮੈਨੂੰ ਉਹ ਵਿਡਰਾਅ ਕਰਨੀ ਪੈ ਗਈ। ਸੋ ਇਹ ਹਾਲਾਤ ਮੈਂ ਤਾਂ ਹੀ ਕਹਿੰਦਾ ਕਿ ਸਾਡੇ ਦੇਸ਼ 'ਚ ਡੈਮੋਕ੍ਰੇਸੀ ਨਾਮ ਦੀ ਚੀਜ਼ ਜਿਹੜੀ ਹੈ ਬਹੁਤ ਘੱਟ ਰਹਿ ਗਈ ਹੈ। ਡਿਕਟੇਟਰਸ਼ਿਪ ਹਰ ਪਾਸੇ, ਇਹ ਐਡਮਿਨਿਸਟ੍ਰੇਟਿਵ ਤੇ ਹੋਰ ਪਾਸੇ। ਸੋ ਇਹ ਤਸ਼ੱਦਦ ਕਰਨਾ ਬਣਦਾ ਹੀ ਨਹੀਂ ਹਰਿਆਣੇ ਦਾ। ਹਰਿਆਣੇ ਨਾਲ ਤਾਂ ਸਾਡੀ ਕੋਈ ਲੜਾਈ ਨਹੀਂ ਹੈ, ਹਰਿਆਣਾ ਸਾਨੂੰ ਕਿਵੇਂ ਰੋਕ ਸਕਦਾ ਹੈ? ਕਿਉਂਕਿ ਸਾਡੀ ਲੜਾਈ ਸੈਂਟਰ ਨਾਲ ਹੈ। ਸੈਂਟਰ ਫੋਰਸ ਹੀ ਸਾਨੂੰ ਰੋਕਣ ਫਿਰ ਹੋਰ ਗੱਲ ਹੈ, ਦਿੱਲੀ ਸਾਨੂੰ ਐਂਟਰ ਕਰਨ ਤੇ ਰੋਕਣ, ਉੱਥੇ ਮੋਦੀ ਸਰਕਾਰ ਦੀ ਪੁਲਿਸ ਹੈ, ਫਿਰ ਅਲੱਗ ਗੱਲ ਹੈ। ਪਰ ਹਰਿਆਣਾ ਸਟੇਟ ਦਾ ਕੋਈ ਰੋਲ ਹੀ ਨਹੀਂ ਹੈ, ਨਾ ਯੂਪੀ ਸਟੇਟ ਦਾ ਰੋਲ ਹੈ। ਯੂਪੀ 'ਚ ਵੀ ਤਸ਼ੱਦਦ ਹੋ ਰਹੀ ਹੈ, ਪਰਚੇ ਦਰਜ ਹੋ ਰਹੇ, ਕਿਸਾਨਾਂ ਨੂੰ ਚੱਕਿਆ ਜਾ ਰਿਹਾ ਘਰੋਂ, ਲੀਡਰਾਂ ਨੂੰ ਚੱਕਿਆ ਜਾ ਰਿਹਾ ਘਰੋਂ। ਤੋ ਇਹ ਜਿਹੜੇ ਫਿਰ ਮੈਂ ਉਹੀ ਗੱਲ ਕਹੂੰਗਾ ਕਿ ਜੋ ਮੋਦੀ ਸਾਹਿਬ ਡੈਮੋਕ੍ਰੈਟਿਕ ਰਾਈਟ ਦੀ ਗੱਲ ਜਾ ਕੇ ਵਾਸ਼ਿੰਗਟਨ DC ਕਰਦੇ ਆ, ਹੋਰ ਕੰਟਰੀ ਕਰਦੇ ਆ, ਉਹਨਾਂ ਨੂੰ ਆਪਣੇ ਮੰਜੇ ਥੱਲੇ ਸੋਟਾ ਮਾਰ ਲੈਣਾ ਚਾਹੀਦਾ ਹੈ ਕਿ ਸਾਡੇ ਡੈਮੋਕ੍ਰੈਟਿਕ ਰਾਈਟਸ ਨੂੰ ਕਿਵੇਂ ਉਹ ਤਾਰੋ ਤਾਰ ਕਰ ਰਹੇ ਹੈ, ਇਹ ਉਹਨਾਂ ਨੂੰ ਸੋਚਣਾ ਚਾਹੀਦਾ। ਇਹ ਸਿਰਫ ਔਰ ਸਿਰਫ ਇੱਕ ਛੋਟੀ ਮਾਨਸਿਕਤਾ, ਜਿਵੇਂ ਤੁਸੀਂ ਕਿਹਾ, ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਰੱਖਣ ਕਰਕੇ ਦੇਸ਼ ਦੀ ਜਨਤਾ ਨੂੰ ਜਿਹੜਾ ਹੈ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਬਿਲਕੁਲ 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 ਵਾਲੀਆ ਸਾਹਿਬ, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਤੁਸੀਂ ਜਿਹੜੀ ਗੱਲ ਕੀਤੀ ਨਾ, ਜਿਹੜੇ ਆਪਣੇ ਸੜਕਾਂ ਪੱਟੀਆਂ ਇਹਨਾਂ ਨੇ ਤੇ ਸਾਰਾ ਕੁਝ ਕੀਤਾ। ਹੁਣ ਦੇਖੋ, ਜਿਸਲੇ ਤਾਂ ਸੜਕਾਂ ਪੱਟੀਆਂ ਉਹ ਦੇਸ਼ ਦੀ ਸੰਪਤੀ ਨਹੀਂ ਮੰਨੀ ਗਈ, ਪਰ ਜਿਸਲੇ ਅੰਬਾਨੀ ਦੇ ਟਾਵਰ ਬੰਦ ਕੀਤੇ ਗਏ ਜਾਂ ਕੁਝ ਕੀਤਾ ਗਿਆ ਤਾਂ ਉਹਨੂੰ ਅਸੀਂ ਇੱਕ ਦੇਸ਼ ਦੀ ਸੰਪਤੀ ਮੰਨ ਰਹੇ ਹਾਂ। ਮੈਂ ਅਕਵਿੰਦਰ ਭਾਜੀ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਐਡ ਕਰਦਾ ਥੋੜਾ ਜਿਹਾ। ਹਾਂਜੀ 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 ਜ਼ਰੂਰ। ਹਾਂਜੀ, ਮੈਂ ਥੋੜਾ ਜਿਹਾ ਐਡ ਕਰ ਦਿੰਦਾ। ਅਨਫੋਰਚੂਨੇਟਲੀ ਸਾਡੇ ਦੇਸ਼ 'ਚ ਜਿਹੜਾ ਗਵਰਨਰ ਹੁੰਦੇ ਆ ਤੇ ਰਾਸ਼ਟਰਪਤੀ ਹੁੰਦਾ, ਕਨਸਟੀਟਿਊਸ਼ਨਲ ਪੋਸਟ ਹੁੰਦੀ ਹੈ। ਕੋਈ ਵਧੀਕੀ ਸਟੇਟ ਜਾਂ ਦੇਸ਼ 'ਚ ਹੋਵੇ ਤਾਂ ਉਹਨੂੰ ਉਹ ਦੇਖਦੇ ਆ, ਉਹਤੇ ਨਿਗਾਹ ਰੱਖਦੇ ਆ। ਪਰ ਅਨਫੋਰਚੂਨੇਟਲੀ ਸਾਡੇ ਪੰਜਾਬ ਦੇ ਗਵਰਨਰ ਸਾਹਿਬ, ਮੈਂ ਜਿਵੇਂ ਕਹੂੰਗਾ, ਜਿਵੇਂ ਕਿਸਾਨਾਂ ਤੇ ਤਸ਼ੱਦਦ ਹੋਈ, ਕਿਸਾਨ ਬੈਠੇ ਰਹੇ, ਕਿਸਾਨ ਬਿੱਲ ਜਿਹੜਾ ਹੈਗਾ ਅਸੀਂ ਖਾਰਜ ਮਤਾ ਪਾ ਕੇ ਅਸੈਂਬਲੀ ਤੋਂ, ਆਪਣਾ ਵਿਧਾਨ ਸਭਾ ਤੋਂ ਗਵਰਨਰ ਕੋਲ ਭੇਜਿਆ ਹੋਇਆ। ਗਵਰਨਰ ਨੇ ਉਹ ਸਾਈਨ ਨਹੀਂ ਕੀਤਾ। ਪਰ ਜਦੋਂ ਅੰਬਾਨੀਆਂ ਦੇ ਟਾਵਰ ਟੁੱਟਣ ਦੀ ਗੱਲ ਆਈ ਤਾਂ ਗਵਰਨਰ ਚੇਤਾਵਨੀ ਦਿੰਦਾ ਹੈ, DGP ਨੂੰ ਬੁਲਾਉਂਦਾ ਹੈ, ਹੋਮ ਸੈਕਟਰੀ ਨੂੰ ਬੁਲਾਉਂਦਾ ਹੈ ਕਿ ਬਈ ਟਾਵਰ ਨਹੀਂ ਟੁੱਟਣੇ ਚਾਹੀਦੇ ਤੇ ਸਰਕਾਰ ਕਾਰਵਾਈ ਕਰੇ। ਮਤਲਬ ਸਾਡੇ ਪੰਜਾਬ ਦਾ ਗਵਰਨਰ ਵੀ ਮੋਦੀ ਸਾਹਿਬ ਦੇ ਮਾਲਕਾਂ ਦੇ, ਕਾਰਪੋਰੇਟਰ ਦੇ ਹੱਕ 'ਚ ਭੁਗਤ ਰਿਹਾ ਹੈ, ਨਾ ਕਿ ਕਿਸਾਨਾਂ ਦੇ ਹੱਕ 'ਚ ਭੁਗਤ ਰਿਹਾ ਹੈ। ਸੋ ਇਹ ਵੀ ਇੱਕ ਬੜੀ ਮੰਦਭਾਗੀ ਗੱਲ ਹੈ। ਹਾਂਜੀ, ਤੇ ਆਪਣੀ ਵੀਡੀਓ ਆਪਣੇ ਟੈਕਨੀਕਲ ਟੀਮ, ਆਪਣੀ ਜਿਹੜੇ ਬਲਜਿੰਦਰ ਭਾਜੀ ਹੋਣੀ ਆਪਣਾ ਟੈਕਨੀਕਲ ਟੀਮ ਦੇ ਨਾਲ ਜੁੜੇ ਹੋਏ, ਬਲਜਿੰਦਰ ਭਾਜੀ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਆਪਾਂ ਇੱਕ ਵੀਡੀਓ ਤੋਂ ਬਾਅਦ ਫਿਰ ਆਪਾਂ ਇਸ ਚਰਚਾ ਨੂੰ ਜਾਰੀ ਰੱਖਦੇ ਹਾਂ ਜੀ। ਹਾਂਜੀ ਬਲਜਿੰਦਰ ਭਾਜੀ। ਬਲਜਿੰਦਰ ਭਾਜੀ, ਆਵਾਜ਼ ਨਹੀਂ ਆਈ, ਆਵਾਜ਼ ਨਹੀਂ ਆਈ ਭਾਜੀ। ਦਿਲ ਤਾਂ ਨਹੀਂ ਕਰਦਾ ਹੁੰਦਾ ਕਿ ਬਾਰ-ਬਾਰ ਕੋਈ ਵੀਡੀਓਜ਼ ਬਣਾਈਆਂ ਜਾਣ, ਪਰ ਕੁਝ ਮੈਸੇजेस, ਕੁਝ ਖਬਰਾਂ ਉਹਨੂੰ ਸੋਚਣ ਲਈ ਮਜਬੂਰ ਕਰ ਦਿੰਦੀਆਂ ਨੇ ਤੇ ਫਿਰ ਜੀ ਕਰਦਾ ਕਿ ਆਪਦੇ ਦਿਲ ਦੇ ਵਲਵਲੇ ਮੈਂ ਆਪਣੇ ਦੋਸਤਾਂ ਨਾਲ ਤੇ ਸਰਕਾਰ ਨੂੰ ਕੁਝ ਲਾਹਨਤਾਂ ਪਾ ਕੇ ਤੁਹਾਡੇ ਨਾਲ ਸਾਂਝੀਆਂ ਕਰਾਂ, ਉਹ ਵਲਵਲਿਆਂ ਨੂੰ ਤੁਹਾਡੇ ਨਾਲ ਸਾਂਝੀ ਕਰਾਂ। ਕੁਝ ਦਿਨ ਪਹਿਲਾਂ ਇੱਕ ਵੀਡੀਓ ਦੇਖੀ, ਨੌਜਵਾਨ ਦਾ ਨਾਮ ਅਜੇ ਕਮਾਂਡੋ। ਉਸਨੇ ਵੀਡੀਓ ਬਣਾਈ ਆਪਣੇ ਪਾਕਿਸਤਾਨ ਦੇ ਬਾਰਡਰ ਤੋਂ, ਜਿਹਦੇ 'ਚ ਉਹਨੇ ਕਿਹਾ ਵੀ ਮੋਦੀ ਸਾਹਿਬ, ਮੈਂ -10 ਡਿਗਰੀ ਟੈਂਪਰੇਚਰ ਦੇ ਵਿੱਚ ਦੇਸ਼ ਦੀ ਹਿਫਾਜ਼ਤ ਕਰਨ ਲਈ ਪਾਕਿਸਤਾਨ ਦੇ ਬਾਰਡਰ ਤੇ ਬੈਠਾ ਤੇ ਮੇਰੇ ਮਾਂ-ਬਾਪ ਦਿੱਲੀ ਦੇ ਬਾਰਡਰ ਤੇ ਬੈਠੇ ਨੇ। ਮੈਂ ਜੇ ਆਪਣੇ ਦੇਸ਼ ਲਈ -10 ਡਿਗਰੀ ਦੇ ਵਿੱਚ ਘਾਹ ਫੂਸ ਦੀ ਤਰ੍ਹਾਂ ਇੱਥੇ ਬੈਠ ਕੇ ਦੇਸ਼ ਦੀ ਹਿਫਾਜ਼ਤ ਕਰ ਸਕਦਾ ਤਾਂ ਮੈਂ ਆਪਣੇ ਮਾਂ-ਬਾਪ ਲਈ ਕੀ ਕਰ ਸਕਦਾ। ਸੋਚੋ, ਵੀਡੀਓ ਪਾਕਿਸਤਾਨ ਦੇ ਬਾਰਡਰ ਤੋਂ ਪਹਾੜਾਂ ਦੇ ਵਿੱਚ ਰਿਮੋਟ ਜਗ੍ਹਾ ਤੇ ਬੈਠਾ ਇੱਕ ਨੌਜਵਾਨ ਹੈ ਜਿਹਦੀ ਉਮਰ ਕੋਈ 20, 22, 24 ਸਾਲ ਤੋਂ ਵੱਧ ਨਹੀਂ ਲੱਗ ਰਹੀ। ਤੇ ਵੀਡੀਓ ਦੀ ਡਿਊਰੇਸ਼ਨ, ਕਿੰਨੀ ਦੇਰ ਉਹ ਵੀਡੀਓ ਚੱਲਦੀ ਹੈ, that was 13 seconds, anywhere between 13 seconds, 13 ਸੈਕਿੰਡ ਤੇ 14 ਸੈਕਿੰਡ ਦੇ ਵਿੱਚ ਉਹ ਵੀਡੀਓ ਖਤਮ ਹੋ ਜਾਂਦੀ ਹੈ। ਇਹ 4-5 ਦਿਨ ਪਹਿਲਾਂ ਦੀ ਵੀਡੀਓ ਹੈ। ਤੇ ਰਾਤੀ ਮੈਨੂੰ ਨਿਊਜ਼ ਪੜ੍ਹਨ ਨੂੰ ਮਿਲੀ
ਕਿ ਉਸ ਕਮਾਂਡੋ ਨੂੰ ਅਰੈਸਟ ਕਰ ਲਿਆ ਗਿਆ। ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਕਿੰਨਾ ਕਮਜ਼ੋਰ ਹੈ, ਇੰਨਾ ਕਮਜ਼ੋਰ, ਏਡਾ ਚਿੜੀ ਦੇ ਦਿਲ ਜਿੱਡਾ ਦਿਲ ਹੈ ਉਹਦਾ। ਇੱਕ ਕਮਾਂਡੋ ਜੀ ਨੇ ਸਿਰਫ 13-14 ਸੈਕਿੰਡ ਦੀ ਪਾਕਿਸਤਾਨ ਦੇ ਬਾਰਡਰ ਤੋਂ ਬੈਠੇ ਵੀਡੀਓ ਬਣਾਈ, ਸਿਰਫ ਇਹ ਦੱਸਿਆ ਕਿ ਮੇਰੇ ਮਾਂ-ਬਾਪ ਦਿੱਲੀ ਦੇ ਬਾਰਡਰ ਤੇ ਬੈਠੇ ਨੇ, ਤੇ ਉਹਨੂੰ ਅਰੈਸਟ ਕਰ ਲਿਆ ਗਿਆ। ਹੁਣ ਮੈਂ ਸੋਚ ਰਿਹਾ ਕਿ ਸਾਨੂੰ ਕੀ ਕਰਨਾ ਚਾਹੀਦਾ। ਉਹ ਤਾਂ ਇੱਕ ਮਾਸੂਮ ਬੱਚਾ ਜਿਹਨੇ ਆਪਦੇ ਦਿਲ ਦੀ ਕੋਈ ਗੱਲ ਕਰ ਦਿੱਤੀ ਵੀਡੀਓ ਬਣਾ ਕੇ। ਸਾਨੂੰ ਕੀ ਕਰਨਾ ਚਾਹੀਦਾ ਹੈ ਦੋਸਤੋ, ਮੈਂ ਤੁਹਾਨੂੰ ਦੱਸਦਾ। ਜਦੋਂ ਜਰਮਨੀ ਦੇ ਵਿੱਚ ਨਾਜ਼ੀ ਲੋਕਾਂ ਨੇ ਯਹੂਦੀਆਂ ਤੇ ਜ਼ੁਲਮ ਕਰਨਾ ਸ਼ੁਰੂ ਕੀਤਾ, ਉਹਨਾਂ ਨੂੰ ਫੜ ਫੜ ਕੇ ਮਾਰਨਾ ਸ਼ੁਰੂ ਕੀਤਾ, ਤੇ ਸ਼ੁਰੂ ਦੇ ਹਾਲਾਤ ਏਦਾਂ ਦੇ ਸੀ ਕਿ ਕੁਝ ਕਿਸੇ ਰਾਈਟਰ ਨੇ ਲਿਖਿਆ, ਜਿਹੜਾ ਮੈਨੂੰ ਐਗਜ਼ੈਕਟ ਵਰਡ ਨਹੀਂ ਯਾਦ, ਪਰ ਕੁਝ ਏਦਾਂ ਦੇ ਸੀ ਕਿ ਉਹ ਆਏ, ਉਹਨਾਂ ਨੇ ਮੇਰੇ ਮੁਹੱਲੇ ਦਾ, ਮੇਰੀ ਰੋਡ ਤੇ ਰਹਿੰਦਾ ਇੱਕ ਮਾਸਟਰ ਅਰੈਸਟ ਕੀਤਾ ਤੇ ਉਹਨੂੰ ਲੈ ਗਏ। ਤੇ ਮੈਂ ਕਿਹਾ ਵੀ ਚਲੋ ਮੈਨੂੰ ਕੀ। ਫਿਰ ਉਹ ਆਏ, ਦੁਕਾਨਦਾਰ ਨੂੰ ਆ ਕੇ ਲੈ ਗਏ। ਮੈਂ ਸੋਚਿਆ ਮੈਨੂੰ ਕੀ, ਮੈਂ ਚੁੱਪ ਰਿਹਾ। ਫਿਰ ਉਹ ਕਿਸੇ 2-4 ਬੰਦੇ ਹੋਰ ਲੈ ਗਏ। ਮੈਂ ਫਿਰ ਸੋਚਿਆ ਮੈਨੂੰ ਕੀ, ਮੈਂ ਚੁੱਪ ਰਿਹਾ। ਤੇ ਜਿਸ ਦਿਨ ਉਹ ਮੈਨੂੰ ਫੜਨਾ ਹੈ, ਉਸ ਦਿਨ ਮੇਰੇ ਲਈ ਬੋਲਣ ਵਾਲਾ ਕੋਈ ਨਹੀਂ ਸੀ, ਕਿਉਂਕਿ ਮੈਂ ਉਹਨਾਂ ਲਈ ਨਹੀਂ ਬੋਲਿਆ। ਜਦੋਂ ਤੱਕ ਉਹ ਮੈਨੂੰ ਫੜਨਾ ਹੈ, ਮੇਰੇ ਲਈ ਬੋਲਣ ਵਾਲਾ ਕੋਈ ਬਾਕੀ ਨਹੀਂ ਸੀ ਬਚਿਆ। ਅਜੇ ਕਮਾਂਡੋ, ਇੱਕ ਮਾਸੂਮ ਬੱਚਾ, ਤੁਹਾਡੇ ਦੇਸ਼ ਦਾ ਫੌਜੀ, ਤੁਹਾਡੇ ਦੇਸ਼ ਦੀ ਹਿਫਾਜ਼ਤ ਕਰ ਰਿਹਾ ਹੈ, ਉਹਨੂੰ ਅਰੈਸਟ ਕਰ ਲਿਆ ਗਿਆ। ਦੋਸਤੋ, ਐਕਸ ਸਰਵਿਸਮੈਨ ਜਿੰਨੇ ਵੀ ਹੋ, ਜਿਹੜੇ ਰਿਟਾਇਰਡ ਫੌਜੀ ਹੋ, ਪਲੀਜ਼ ਇਹਦੇ ਬਾਰੇ ਸਰਕਾਰ ਨਾਲ ਗੱਲ ਕਰੋ। ਤੁਸੀਂ ਵੀ ਆਪਣਾ ਇੱਕ ਧਰਨਾ ਲਾਓ। ਕੀ ਤੁਹਾਨੂੰ ਬੋਲਣ ਦੀ ਇਜਾਜ਼ਤ ਨਹੀਂ? ਕੀ ਤੁਸੀਂ ਆਪਦੀ ਜ਼ੁਬਾਨ ਨਹੀਂ ਖੋਲ ਸਕਦੇ? ਤੁਸੀਂ ਆਪਦੇ ਮਾਂ-ਬਾਪ ਲਈ ਵੀ ਨਹੀਂ ਬੋਲ ਸਕਦੇ? ਇੰਨੇ ਕਮਜ਼ੋਰ ਹੋ ਗਏ ਅਸੀਂ। ਮੋਦੀ ਕਮਜ਼ੋਰ ਹੈ, ਬਹੁਤ ਕਮਜ਼ੋਰ ਹੈ, ਬਹੁਤ ਛੋਟੀ ਜ਼ਹਿਨੀਅਤ ਦਾ ਮਾਲਕ ਹੈ, ਐਡਾ ਚਿੜੀ ਦੇ ਦਿਲ ਜਿੰਨਾ ਦਿਲ ਹੈ ਉਹਦਾ। ਪਰ ਤੁਸੀਂ ਵੀ ਤਾਂ ਕੁਝ ਦਲੇਰੀ ਦਿਖਾਓ ਯਾਰ। ਜੇ ਤੁਸੀਂ, ਤੁਹਾਡੇ ਹੀ ਬੱਚੇ ਨੇ, ਫੌਜੀਆਂ ਦੇ ਬੱਚੇ ਫੌਜੀ ਬਣਦੇ ਨੇ, ਜਾਓ, ਜਾ ਕੇ ਤੁਸੀਂ ਇਕੱਠੇ ਹੋਵੋ। ਤੁਸੀਂ ਰਿਟਾਇਰਡ ਫੌਜੀ ਹੋ, ਤੁਹਾਨੂੰ ਤਾਂ ਨਹੀਂ ਕੋਈ ਫੜ ਸਕਦਾ, ਤੁਸੀਂ ਤਾਂ ਬੋਲ ਸਕਦੇ ਹੋ। ਬੋਲੋ ਯਾਰ, ਪਲੀਜ਼। ਤੁਹਾਡੇ ਅੱਗੇ ਮੈਂ ਮਿਹਨਤ ਕਰਦਾ, ਤੋ ਆਪਣੇ ਬੱਚੇ ਨੂੰ ਬਚਾਓ। ਉਸ ਆਪਦੇ ਬੱਚੇ ਨੂੰ, ਉਹਦੇ ਨਾਲ ਖੜੇ ਹੋਵੋ। ਐਕਸ ਸਰਵਿਸਮੈਨ ਇਕੱਠੇ ਹੋਵੋ। ਰਿਟਾਇਰਡ ਫੌਜੀਓ, ਜਾਓ, ਜਾ ਕੇ ਆਪਦੇ ਬੱਚੇ ਨੂੰ ਬਚਾਓ। ਉਹਨੂੰ ਕੁੱਟ-ਕੁੱਟ ਕੇ ਉਹਦਾ ਬੁਰਾ ਹਾਲ ਕਰ ਦੇਣਗੇ। ਹੋਰ ਮੈਂ ਕੀ ਕਹਾਂ? ਤੁਹਾਨੂੰ ਕੱਲਿਆਂ ਫੜ ਕੇ ਮਾਰਦੇ ਨੇ, ਕਦੇ ਸਾਰੇ ਪਿੰਡ ਨੂੰ ਇਕੱਠਿਆਂ ਨਹੀਂ ਫੜ ਕੇ ਕੋਈ ਕੁੱਟ ਸਕਦਾ। ਜਦੋਂ ਪੁਰਾਣੇ ਡਾਕੂ ਆਉਂਦੇ ਸੀ, ਪਿੰਡ ਦੇ ਵਿੱਚ ਕਰਫਿਊ ਲਾ ਦਿੰਦੇ ਸੀ, ਗੋਲੀਆਂ ਚਲਾ ਦਿੰਦੇ ਸੀ, ਸਾਰੇ ਲੋਕ ਆਪਣੇ ਆਪਣੇ ਘਰਾਂ 'ਚ ਵੜ ਜਾਂਦੇ ਸੀ। ਫਿਰ ਜਿਹਦਾ ਜੀ ਕਰਦਾ ਸੀ ਉਸੇ ਦਾ ਘਰ ਲੁੱਟ ਲੈਂਦੇ ਸੀ। ਜਿਹੜੇ ਪਿੰਡ ਦੇ ਵਿੱਚ ਲੋਕ ਇਕੱਠੇ ਹੋ ਜਾਂਦੇ ਸੀ, ਉੱਥੋਂ ਡਾਕੂ ਭੱਜ ਜਾਂਦੇ ਸੀ। ਉਸੇ ਤਰੀਕੇ ਨਾਲ ਪੁਲਿਸ ਆਉਂਦੀ ਹੈ, ਤੁਹਾਡੇ ਪਿੰਡਾਂ ਦੇ ਵਿੱਚ ਕਰਫਿਊ ਲਾ ਦਿੰਦੀ ਹੈ। ਕਰਫਿਊ ਲਾ ਕੇ ਜਿਹਨੂੰ ਵੀ ਮਰਜ਼ੀ ਫੜ ਕੇ ਲੈ ਜੇ, ਤੇ ਫੜ ਕੇ ਵੀ ਉਹ ਥਾਣੇ ਲਿਜਾਂਦੇ ਨੇ ਤਾਂ ਕਿ ਉਹਨੂੰ ਛੁਡਾਉਣ ਨਾ ਆ ਸਕੇ। ਤੁਹਾਡੇ ਇੱਕ ਬੱਚੇ ਨੂੰ ਫੜਿਆ, ਸਾਰੇ ਇਕੱਠੇ ਹੋਵੋ, ਉਹਦੇ ਵਿਰੁੱਧ ਆਵਾਜ਼ ਉਠਾਓ। ਤੁਹਾਨੂੰ ਲੜਨ ਨੂੰ ਨਹੀਂ, ਕੁਝ ਸੋਟੀ ਚੱਕਣ ਨੂੰ ਨਹੀਂ ਕਹਿ ਰਿਹਾ ਮੈਂ। ਆਵਾਜ਼ ਉਠਾਓ। ਜੇ ਆਵਾਜ਼ ਹੁਣ ਨਾ ਉਠਾਈ, ਬਹੁਤ ਦੇਰ ਹੋ ਜੂਗੀ। ਫਿਰ ਤੁਹਾਨੂੰ ਵੀ ਤੁਹਾਡੇ ਘਰੋਂ ਆ ਕੇ ਫੜਿਆ ਜਾਊਗਾ, ਤੁਹਾਨੂੰ ਵੀ ਕੁੱਟਿਆ ਮਾਰਿਆ ਜਾਊਗਾ, ਤੁਹਾਨੂੰ ਕੁਚਲ ਦਿੱਤਾ ਜਾਊਗਾ। ਬਹੁਤ ਵਧੀਆ ਸੀਗੀ ਭਾਜੀ ਵੀਡੀਓ, ਮੇਰੇ ਦੋਸਤ ਦੇ ਵਿੱਚ ਬਹੁਤ ਵਧੀਆ ਮੈਸੇਜ ਦਿੱਤਾ ਸਾਡੇ ਵੀਰ ਨੇ, ਸਨੀ ਨੇ, ਸਾਡੇ ਟੀਮ ਦੇ ਮੈਂਬਰ ਨੇ, ਸਾਡੇ ਨਾਲ ਆਏ ਨੇ ਇੱਕ ਵਾਰੀ, ਤੇ ਸੋਹਣੇ ਤਰੀਕੇ ਨਾਲ ਐਕਸਪਲੇਨ ਕੀਤਾ ਜੀ। ਹੁਣ ਮੈਂ, ਸਾਡੇ ਨਾਲ ਦਰਸ਼ਕ ਜਿਹੜੇ ਸਰੋਤੇ ਜੁੜੇ ਨੇ, ਬਲਜੀਤ ਸਿੰਘ ਸਿੱਧੂ ਜੀ, ਰਵਨੀਤ ਜੋਤ ਜੀ, ਤੇ ਕਰਨ ਸ਼ਰਮਾ ਜੀ, ਏਬੀ ਸਿੰਘ ਜੀ, ਬਲ ਬਹਾਦਰ ਜੀ, ਬਲਵਿੰਦਰ ਬਰਾਰ ਜੀ, ਰਮਿੰਦਰ ਪੂਨੀਆ ਜੀ, ਤੇ ਅੰਮ੍ਰਿਤ ਗਰੇਵਾਲ ਜੀ, ਬੀਕੇ ਸੰਦੀਪ ਜੀ, ਆਪਣੇ ਨਾਲ ਜੁੜੇ ਨੇ ਬਲਜਿੰਦਰ ਉੱਬੀ ਦਾ ਭਾਜੀ ਹੁਣੀ। ਧੰਨਵਾਦ ਬਲਜਿੰਦਰ ਭਾਜੀ, ਤੁਸੀਂ ਨਾਲ ਦੋਨੇ ਪਾਸੇ ਕੰਮ ਕਰ ਰਹੇ ਆ। ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਸਾਡੀ ਟੈਕਨੀਕਲ ਤੌਰ ਤੇ ਵੀ ਬਹੁਤ ਸਪੋਰਟ ਕਰ ਰਹੇ ਆ।
ਤੇ ਬੌਬੀ ਪਰਵਿੰਦਰ ਜੀ, ਅਟਵਾਲ ਸਾਹਿਬ ਜੀ ਸਾਡੇ ਨਾਲ ਜੁੜ ਚੁੱਕੇ ਨੇ, ਅਸ਼ੋਕ ਜੀ ਜੁੜ ਚੁੱਕੇ ਨੇ ਤੇ ਮਨਜਿੰਦਰ ਗਿੱਲ ਜੀ ਜੁੜ ਚੁੱਕੇ ਨੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਰੋ। ਜਦੋਂ ਜੋ ਵੀ ਸਾਨੂੰ ਦੇਖ ਰਿਹਾ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹੋਰ ਲੋਕਾਂ ਤੱਕ ਵੀ ਉਹ ਸਾਡੀ ਚਰਚਾ ਪਹੁੰਚ ਸਕੇ। ਸੋ ਫੇਸਬੁੱਕ ਚਰਚਾ ਦੇ ਨੈਕਸਟ ਸੈਸ਼ਨ ਦੇ ਵਿੱਚ ਅਸੀਂ ਫਿਰ ਮੈਂ ਵਾਲੀਆ ਸਾਹਿਬ ਨੂੰ ਇਹੋ ਰਿਕੁਐਸਟ ਕਰੂੰਗਾ, ਵਾਲੀਆ ਸਾਹਿਬ ਤੁਸੀਂ ਵਕੀਲ ਆ, ਤੁਹਾਨੂੰ ਬਹੁਤ ਕੁਝ ਪਤਾ ਵਕਾਲਤਾਂ ਦਾ, ਜਿੱਦਾਂ ਹੁਣ ਅਦਾਲਤ ਵੀ ਜਿੱਦਾਂ ਕਈ ਗੱਲਾਂ ਆਈਆਂ ਜਿੱਦਾਂ ਕਿਸਾਨ ਅੰਦੋਲਨ ਦੇ ਬਾਰੇ ਚ ਅਦਾਲਤਾਂ ਦੇ ਨਾਲ ਜੁੜੀਆਂ ਹੋਈਆਂ, ਤੁਸੀਂ ਉਹਦੇ ਬਾਰੇ ਕੁਝ ਸ਼ੇਅਰ ਕਰਨਾ ਚਾਹੋ ਜਨਤਾ ਦੇ ਨਾਲ ਜੋ ਨਵੀਂ ਕੋਈ ਇਨਫੋਰਮੇਸ਼ਨ ਹੋਵੇ। ਦੇਖੋ ਇਹ ਜੇ ਸਰਕਾਰ ਕਿਤੇ ਅੜੀ ਕਰਦੀ ਨਾ, ਦੇਖੋ ਜਿਵੇਂ ਸਰਕਾਰ ਨੇ ਧੋਖੇ ਨਾਲ ਬਿੱਲ ਪਾਸ ਕਰਵਾ ਕੇ ਕਾਨੂੰਨ ਬਣਾਏ, ਕਿਉਂਕਿ ਸਰਕਾਰ ਕੋਲ ਲੋਕ ਸਭਾ 'ਚ ਨੋ ਡਾਊਟ ਨੰਬਰ ਸੀਗੇ ਪਰ ਰਾਜ ਸਭਾ 'ਚ ਨੰਬਰ ਨਹੀਂ ਸੀਗੇ ਸਰਕਾਰ ਕੋਲ। ਤੇ ਸਰਕਾਰ ਦੇ ਸਪੀਕਰ ਨੂੰ ਸਾਫ਼ ਕਹਿਤਾ ਵੀ ਕਿਉਂਕਿ ਕਾਨੂੰਨੀ ਤੌਰ ਤੇ ਜੇ ਇੱਕ ਰਾਜ ਸਭਾ ਮੈਂਬਰ ਵੀ ਕਹਿ ਦੇ ਕਿ ਬਈ ਇਸ ਤੇ ਵੋਟਿੰਗ ਹੋਣੀ ਚਾਹੀਦੀ ਹੈ ਤਾਂ ਵੋਟਿੰਗ ਕਰਾਉਣੀ ਪੈਂਦੀ ਹੈ। ਬਟ ਸਪੀਕਰ ਨੇ ਕਈ 100 ਮੈਂਬਰਾਂ ਦੇ ਕਹਿਣ ਦੇ ਬਾਵਜੂਦ ਵੀ, ਤੇ ਉਹਨਾਂ ਨੇ ਈਵਨ ਕਿ ਉੱਥੇ ਇੱਕ ਪਾਰਟੀ ਤੋਂ ਸੰਜੇ ਸਿੰਘ ਜੀ ਸਾਂਸਦ ਹੈ ਰਾਜ ਸਭਾ ਦੇ, ਉਹਨਾਂ ਨੇ ਮਾਈਕ ਤੱਕ ਤੋੜਿਆ, ਪੂਰਾ ਉੱਥੇ ਰੌਲਾ ਤੱਕ ਪਾਇਆ, ਉੱਥੇ ਪਰਚੇ ਤੱਕ ਫਾੜੇ ਕਿ ਬਈ ਤੁਸੀਂ ਵੋਟਿੰਗ ਕਿਉਂ ਨਹੀਂ ਕਰਾਉਂਦੇ। ਪਰ ਸਪੀਕਰ ਨੇ ਉੱਥੇ ਵੋਟਿੰਗ ਕਰਾਉਣ ਦੀ ਬਜਾਏ ਧਵਨੀ ਮਤ ਜਿਹਨੂੰ ਕਹਿੰਦੇ ਆ, ਆਵਾਜ਼ ਦੇ ਉਹਦੇ ਨਾਲ, ਕਿਉਂਕਿ ਆਵਾਜ਼ ਦੇ ਉਹਦੇ ਨਾਲ ਪਤਾ ਹੀ ਨਹੀਂ ਕਿੰਨੇ ਹੱਦ ਤੱਕ, ਤੇ ਹੁਣ ਆਪਾਂ 4 ਜਣੇ ਸਪੋਜ਼ ਦੈਟ ਆਪਾਂ ਇੱਥੇ, ਤੁਸੀਂ ਕਹੇ ਜੀ ਧਵਨੀ ਦਾ ਮਤ ਤੇ ਵੋਟਿੰਗ ਕਰੋ, ਚਾਹੇ 3 ਬੰਦੇ ਇੱਕ ਚੀਜ਼ ਦੇ ਖਿਲਾਫ ਹੋਣ, ਇੱਕ ਬੰਦਾ ਹੱਕ 'ਚ ਹੋਵੇ, ਧਵਨੀ ਮਤ ਤੇ ਕਹਿਣ ਠੀਕ ਹੈ ਜੀ, ਆਪਣੇ ਆਪੇ ਮਰਜ਼ੀ ਨਾਲ ਕਹਿ ਦੇਣਗੇ 3 ਬੰਦੇ ਹੱਕ 'ਚ ਸੀਗੇ ਜੀ, ਤੇ ਉਸ ਤਰ੍ਹਾਂ ਰਾਜ ਸਭਾ 'ਚ ਇਹ ਪਾਸ ਹੋਇਆ। ਸੋ ਜਿਹੜਾ ਕਿ ਇਲੀਗਲ ਹੈਗਾ, ਅਨਕਨਸਟੀਟਿਊਸ਼ਨਲ ਹੈਗਾ। ਤੇ ਉਹ ਤੋਂ ਬਾਅਦ ਹੁਣ ਸੁਪਰੀਮ ਕੋਰਟ 'ਚ ਮੈਟਰ ਪਿਆ, ਜਦ ਕਿ ਮੈਂ ਕਹਿਣਾ ਚਾਹੁੰਦਾ ਹੈ ਕਿ ਸੁਪਰੀਮ ਕੋਰਟ ਨੂੰ ਪਹਿਲਾਂ ਤਾਂ ਸੂਓ ਮੋਟੋ ਲੈਣਾ ਚਾਹੀਦਾ ਸੀਗਾ। ਵੀ ਜਦ ਲੱਖਾਂ ਕਿਸਾਨ, 17-18 ਲੱਖ ਦੇ ਕਰੀਬ ਕਿਸਾਨ ਉੱਤੇ ਮੋਰਚੇ ਤੇ ਬੈਠਾ ਹੈ, ਇਸ ਲਹਿਰ 'ਚ ਜੁੜਿਆ ਹੋਇਆ, ਕਰੋੜਾਂ ਕਿਸਾਨ ਇਸ ਲਹਿਰ 'ਚ ਜੁੜਿਆ ਹੋਇਆ ਆਲ ਓਵਰ ਇੰਡੀਆ ਤੋਂ, ਤਾਂ ਸੁਪਰੀਮ ਕੋਰਟ ਸਾਡੀ ਕਨਸਟੀਟਿਊਸ਼ਨਲ ਬਾਡੀ ਹੈ, ਸਭ ਤੋਂ ਵੱਡੀ ਤੇ ਸਰਵੋੱਚ ਹੈ, ਤੇ ਉਹਨਾਂ ਨੂੰ ਇਸ 'ਚ ਸੂਓ ਮੋਟੋ ਲੈ ਕੇ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰਨਾ ਚਾਹੀਦਾ, ਕਨਸਟੀਟਿਊਸ਼ਨ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਵੀ ਜਦੋਂ ਰਾਜ ਸਭਾ 'ਚ ਗਲਤ ਪਾਸ ਹੋਇਆ ਤਾਂ ਇਹਨੂੰ ਕਿਉਂ ਨਾ ਖਾਰਜ ਕੀਤਾ ਜਾਵੇ। ਅਨਫੋਰਚੂਨੇਟਲੀ ਸੁਪਰੀਮ ਕੋਰਟ ਪੁੱਛ ਰਿਹਾ ਹੈ ਅਟਾਰਨੀ ਜਨਰਲ ਨੂੰ, ਸਰਕਾਰ ਦੇ ਨੂੰ, ਕੀ ਅਸੀਂ ਇਸ ਬਿੱਲ ਨੂੰ, ਇਸ ਐਕਟ ਨੂੰ ਸਟੇ ਕਰ ਦਈਏ। ਕੀ ਸੁਪਰੀਮ ਕੋਰਟ ਨੂੰ ਪੁੱਛਣ ਦੀ ਲੋੜ ਹੈ ਕਿ ਅਸੀਂ ਇਹਨੂੰ ਸਟੇ ਕਰ ਦਈਏ? ਉਹ ਇਟਸੈਲਫ ਉਹਨਾਂ ਕੋਲ ਪਾਵਰ ਹੈ। ਪਰ ਗੱਲ ਉਹੀ ਹੈ, ਜਦੋਂ ਆਪਣਾ ਰੰਜਨ ਗਗੋਈ ਵਰਗੇ ਚੀਫ ਜਸਟਿਸ ਆਫ ਇੰਡੀਆ ਜਿਹੜੇ ਰਹੇ ਨੇ, ਤੇ ਉਹ ਬੀਜੇਪੀ ਦੀ ਰਾਜ ਸਭਾ ਲੈ ਲੈਂਦੇ ਹੈ, ਤਾਂ ਉਹਨਾਂ ਨੇ ਕਿੰਨਾ ਕੁਛ ਰਫਾਲ ਡੀਲ ਤੋਂ ਲੈ ਕੇ ਕਿੰਨਾ ਕੁਛ ਸਰਕਾਰ ਦੇ ਹੱਕ 'ਚੋਂ ਭੁਗਤੇ ਹੈ, ਜਿਨ੍ਹਾਂ ਨੇ ਉਹਨਾਂ ਨੂੰ ਇਨਾਮ ਦੇ ਤੌਰ ਤੇ ਰਾਜ ਸਭਾ ਮੈਂਬਰਸ਼ਿਪ ਦਿੱਤੀ ਗਈ। ਤਾਂ ਆਪਣੇ ਆਪ 'ਚ ਇੱਕ ਬਹੁਤ ਵੱਡਾ ਸੰਦੇਸ਼ ਹੈ ਜੁਡੀਸ਼ਰੀ ਵਾਸਤੇ ਵੀ ਛੱਡ ਕੇ ਜਾਂਦਾ ਹੈ ਕਿ ਬਈ ਸਰਕਾਰ ਤੁਹਾਨੂੰ ਪਾਲਣ ਲਈ, ਤੁਹਾਨੂੰ ਪੋਸ਼ਣ ਲਈ ਤਿਆਰ ਬੈਠੀ ਹੈ, ਬਸ਼ਰਤੇ ਤੁਹਾਨੂੰ ਸਰਕਾਰ ਦੇ ਹੱਕ ਭੁਗਤਣਾ ਪਊਗਾ। ਮੈਂ ਇਹ ਨਹੀਂ ਕਹਿੰਦਾ ਸਾਰੇ ਜੱਜਿਸ ਇੱਦਾਂ ਦੇ ਨੇ, ਤੇ ਬਹੁਤ ਜੱਜਿਸ ਅੱਛੇ ਨੇ, ਜਿਵੇਂ ਪਿੱਛੇ ਦਿੱਲੀ ਇੱਕ ਦੰਗਿਆਂ ਨੂੰ ਲੈ ਕੇ ਕਪਿਲ ਮਿਸ਼ਰਾ ਤੇ ਸਾਡੇ ਇੱਕ ਜੱਜ ਸਾਹਿਬਾਨ ਨੇ, ਹਾਈ ਕੋਰਟ ਦੇ ਨੇ, ਦਿੱਲੀ ਦੇ ਨੇ, ਇਮੀਡੀਏਟ ਸੰਗਿਆਨ ਲਿੱਤਾ, ਬਟ ਅਨਫੋਰਚੂਨੇਟਲੀ ਉਹਨਾਂ ਨੂੰ ਰਾਤੋਂ ਰਾਤ ਟ੍ਰਾਂਸਫਰ ਕਰਕੇ ਪੰਜਾਬ ਨੇ ਹਰਿਆਣਾ ਹਾਈ ਕੋਰਟ ਭੇਜ ਦਿੱਤਾ ਗਿਆ। ਇਵੇਂ ਸੁਪਰੀਮ ਕੋਰਟ 'ਚ ਵੀ ਕਈ ਜੱਜ ਬਹੁਤ ਵਧੀਆ ਜੱਜ ਨੇ, ਹੋਰ ਹਾਈ ਕੋਰਟਾਂ 'ਚ ਵੀ ਬਹੁਤ ਵਧੀਆ ਜੱਜ ਬੈਠੇ। ਕਈ ਜੱਜਾਂ ਨੇ ਸਟੇਟਮੈਂਟ ਦਿੱਤੀ, ਇੱਕ ਹਾਈ ਕੋਰਟ ਜੱਜ ਨੇ ਸਟੇਟਮੈਂਟ ਦਿੱਤੀ ਕਿ ਬਈ ਆਪਣਾ ਹਦਾਇਤ ਦਿੱਤੀ ਕਿ ਕਿਸੇ ਹੋਰ ਪ੍ਰੋਟੈਸਟ ਨੂੰ, ਕਿ ਜੇ ਤੁਸੀਂ ਇੰਟੈਲੀਜੈਂਟ ਬਣਨਾ ਹੈ ਤਾਂ ਵਕੀਲਾਂ ਵਾਂਗੂ ਬਣੋ, ਜੇ ਤੁਸੀਂ ਦ੍ਰਿੜ ਨਿਸ਼ਚੇ ਵਾਲੇ ਬਣਨਾ ਹੈ ਤਾਂ ਕਿਸਾਨਾਂ ਵਾਂਗੂ ਬਣੋ। ਇੱਕ ਹਾਈ ਕੋਰਟ ਦੇ ਚੀਫ ਜਸਟਿਸ ਨੇ ਸਟੇਟਮੈਂਟ ਦਿੱਤੀ। ਕਈ ਜੁਡੀਸ਼ਰੀ ਦੇ ਅਫਸਰ ਬਹੁਤ ਵਧੀਆ ਨੇ, ਪਰ ਅਸੀਂ ਨਹੀਂ ਆਇਡੈਂਟੀਫਾਈ ਕਰ ਸਕਦੇ ਕਿ ਕੌਣ ਸਰਕਾਰ ਦੇ ਹੱਕ 'ਚ ਭੁਗਤ ਰਿਹਾ ਤੇ ਕੌਣ ਲੋਕਾਂ ਦੇ ਹੱਕ 'ਚ ਭੁਗਤ ਰਿਹਾ ਹੈ। ਬਿਲਕੁਲ ਵਾਲੀਆ ਸਾਹਿਬ, ਸਹੀ ਗੱਲ ਤੁਹਾਡੀ ਗਈ। ਇਸ ਲਈ ਪਿਕਚਰ ਕਲੀਅਰ ਨਹੀਂ ਹੋ ਰਹੀ ਵੀ ਇਹ ਮਨਸਾ ਕੀ ਹੈ ਪਿੱਛੇ ਗਈ ਚੀਜ਼ਾਂ ਦੀ। ਮੈਂ ਕਵਿੰਦਰ ਭਾਜੀ ਨੂੰ ਕੁਐਸਚਨ ਕਰਾਂਗਾ। ਕਵਿੰਦਰ ਭਾਜੀ, ਜਿੱਦਾਂ ਵਾਲੀਆ ਸਾਹਿਬ ਨੇ ਵੀ ਗੱਲ ਕੀਤੀ ਟਰੈਕਟਰ ਮਾਰਚ ਦੀ, ਇਹ ਜਿਹੜਾ ਟਰੈਕਟਰ ਮਾਰਚ ਹੋਣ ਜਾ ਰਿਹਾ ਤੇ ਜਾਂ ਜਿਹੜਾ ਹੋ ਕੇ ਹਟਿਆ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਹ ਟਰੈਕਟਰ ਮਾਰਚ ਜਿਹੜਾ ਸੀਗਾ ਉਹ 4 ਪੁਆਇੰਟਾਂ ਤੋਂ ਸ਼ੁਰੂ ਹੋਇਆ ਸੀ। ਸਿੰਘੂ ਤੋਂ ਟਿਕਰੀ ਬਾਰਡਰ, ਤੇ ਟਿਕਰੀ ਬਾਰਡਰ ਤੋਂ ਕੁੰਡਲੀ ਬਾਰਡਰ, ਤੇ ਗਾਜੀਪੁਰ ਟੂ ਪਾਲਵਲ, ਤੇ ਫਿਰ ਰਵਾਸਨ ਤੋਂ ਪਾਲਵੀ। ਸੋ ਇਹਦੇ 'ਚ 50,000 ਟਰੈਕਟਰਾਂ ਨੇ ਪਾਰਟੀਸਪੇਟ ਕੀਤਾ। ਤੇ ਅੱਜ ਜਿਹੜੀ ਟਰੈਕਟਰ ਰੈਲੀ ਸੀ ਉਹਦੇ 'ਚ ਇੰਨਾ ਰੋਹਬ ਸੀ ਤੇ ਇੰਨੀ ਟਰੈਕਟਰਾਂ ਦੇ ਇੰਜਣਾਂ ਦੀ ਆਵਾਜ਼ ਐਂ ਗੂੰਜ ਰਹੀ ਸੀ, ਪੰਜਾਬੀ ਧੁਨਾਂ ਵੱਜ ਰਹੀਆਂ ਸੀ,
ਤੇ ਪੂਰੇ ਜੋਸ਼ ਖਰੋਸ਼ ਨਾਲ ਨਾਰਿਆਂ ਤੇ ਆਕਾਸ਼ ਜਿਹੜਾ ਸੀ ਉਹ ਗੂੰਜਣ ਲਾਤਾ। ਦੇਖੋ ਜੋ ਇੰਨਾ ਹੀ ਟਰੈਕਟਰ ਹੋਣ ਦੇ ਬਾਵਜੂਦ ਇਹਨਾਂ ਨੇ ਕੋਈ ਹਾਈਵੇ ਦੇ ਉੱਤੇ ਰਸਤਾ ਨਹੀਂ ਰੋਕਿਆ। ਇੱਕ ਆਪਦੀ ਹੀ ਉਹਨਾਂ ਦੇ ਇੱਕ ਪੁਲਿਸ ਟ੍ਰੈਫਿਕ ਕੰਟਰੋਲ ਵਾਲੀ ਕਿਸਾਨਾਂ ਦੇ ਬੰਦੇ ਜਿਹੜੇ ਸੀਗੇ ਉਹ ਟ੍ਰੈਫਿਕ ਨੂੰ ਨਿਘਾ ਰਹੇ ਸੀ, ਉਹਨਾਂ ਨੂੰ ਉਹ ਰੁਕਣ ਨਹੀਂ ਸੀ ਦੇ ਰਹੇ ਤਾਂ ਕਿ ਇਹ ਕਿਸੇ ਨੂੰ ਤਕਲੀਫ ਨਾ ਹੋਵੇ ਇਸ ਦੇ ਵਿੱਚੋਂ ਲੰਘਦੇ ਕਰਦੇ ਆ। ਤੇ ਇਸੇ ਤਰ੍ਹਾਂ ਹੀ ਹਰਿਆਣਵੀ ਔਰਤਾਂ ਨੇ ਟਰੈਕਟਰ ਮਾਰਚ 'ਚ ਬਹੁਤ ਵੱਡਾ ਹਿੱਸਾ ਲਿਆ। ਇਹ ਦੱਸਦਾ ਹੈ ਕਿ ਰੋਹ ਜਿਹੜਾ ਹੈ ਨਾ ਉਹ ਜੜ੍ਹਾਂ ਤੱਕ ਫੈਲ ਚੁੱਕਿਆ ਤੇ ਡੂੰਘਾ ਹੀ ਡੂੰਘਾ ਹੁੰਦਾ ਜਾ ਰਿਹਾ। ਦੇਖੋ ਇਹ ਇੱਕ ਰਸਮੀ ਧਰਨਾ ਜਾਂ ਸੜਕਾਂ ਤੇ ਜਲੂਸ ਨਹੀਂ, ਪਰ ਆਲੇ ਦੁਆਲੇ ਦੇ ਲੋਕਾਂ ਨੂੰ ਜਗਾਉਣਾ, ਉਹਨਾਂ ਨੂੰ ਚੇਤਨ ਕਰਨਾ ਤੇ ਜੂਝਣ ਲਈ ਪ੍ਰੇਰਿਤ ਕਰਨਾ, ਇਹ ਰੋਲ ਅਦਾ ਕਰਦਾ ਹੈਗਾ ਜਿਹੜੀ ਇਹੋ ਜਿਹੀ ਜਿਹੜੀ ਅਸੀਂ ਚੀਜ਼ ਹੁੰਦੀ ਹੈ। ਤੇ ਹੁਣ ਜਿਹੜਾ 26 ਜਨਵਰੀ ਨੂੰ ਇਹਦਾ ਇੱਕ ਟ੍ਰੇਲਰ ਸੀ ਨਾ, ਤੇ ਜਿਹੜਾ ਹੁਣ 26 ਜਨਵਰੀ ਨੂੰ ਕਰਨਾ ਹੈ ਉਹ ਜਿਹੜਾ ਇਸ ਤੋਂ ਵੀ ਵੱਡਾ ਹੋਊਗਾ ਤੇ ਦਿੱਲੀ ਦੇ ਅੰਦਰ ਹੋਊਗਾ, ਨਾ ਕਿ ਪੈਰੀਫਰੀ ਜਿਵੇਂ ਬਾਰਡਰ ਦੇ ਉੱਤੇ ਸੀਗਾ ਇਸ ਵਾਰੀ ਉਹ ਹੋਊਗਾ। ਪੂਰੇ ਇੰਡੀਅਨ ਝੰਡੇ ਦੇ ਨਾਲ ਪੂਰੀ ਦੇਸ਼ ਦੀ ਇੱਜ਼ਤ ਮਾਣ ਵਧਾਉਂਦੇ ਹੋਏ ਇਸ ਜਿਹੜਾ ਪਲਾਨ ਕੀਤਾ ਗਿਆ 26 ਜਨਵਰੀ ਦਾ। ਤੇ ਇਸ ਤੋਂ ਬਾਅਦ ਇਹ ਗੱਲ ਸਰਕਾਰ ਨੂੰ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਹ ਬਿੱਲ ਨਾ ਸਾਡੀ ਹੋਂਦ ਨੂੰ ਖਤਰਾ ਹੈ। ਅਸੀਂ ਇਸ ਕਰਕੇ ਇਹ ਜਿਹੜਾ ਇਸ ਪਾਸੇ ਨੂੰ ਜਾ ਰਹੇ ਹਾਂ। ਅਸੀਂ ਕਿਸੇ ਵੱਖਵਾਦ ਨੂੰ, ਕਿਸੇ ਵੀ ਹੋਰ ਤੁਸੀਂ ਸਾਨੂੰ ਡਿਫਰੈਂਟ ਨਾਂ ਦਿੱਤੇ ਹੈ, ਕਿ ਉਹਦੇ ਵਾਸਤੇ ਨਹੀਂ ਹੈ। ਇਹ ਸਾਡੇ ਪੰਜਾਬ, ਭਾਰਤ, ਹਰੇਕ ਪ੍ਰਾਂਤ, ਹਰੇਕ ਫਾਰਮਰ ਜਿਹੜਾ ਬਿਨਾਂ ਜਾਤ ਪਾਤ ਧਰਮ ਦੇ ਅਸੀਂ ਜਿਹੜਾ ਇਹ ਜਿਹੜਾ ਕਿਸਾਨ ਮੁੱਦਾ ਜਿਹੜਾ ਹੈ ਉਹ ਉਠਾ ਰਹੇ ਹੈਗੇ ਆ। ਤੇ ਇਸ ਤੋਂ ਬਾਅਦ ਹੋਪਫੁਲੀ ਜਿਹੜਾ ਇੰਨੀ ਵਧੀਆ ਤਰੀਕੇ ਦੇ ਨਾਲ ਅਸੀਂ ਇਸ ਤੋਂ ਵੀ ਵਧੀਆ 26 ਜਨਵਰੀ ਨੂੰ ਇਹ ਜਿਹੜਾ ਸ਼ੁਰੂ ਹੋਊਗਾ ਕਿਸਾਨ ਅੰਦੋਲਨ ਦਾ। ਠੀਕ ਹੈ। ਇਸ 'ਚ ਮੈਂ ਇੱਕ ਹੋਰ ਗੱਲ ਐਡ ਕਰਨਾ ਚਾਹੁੰਦਾ। ਹਾਂਜੀ ਹਾਂਜੀ ਭਾਜੀ, ਹਾਂਜੀ ਗੋ ਹੈਡ। ਹਾਂ, ਮੈਂ ਇਸ 'ਚ ਗੱਲ ਐਡ ਕਰਨਾ ਚਾਹੁੰਦਾ ਕਿ ਜਿਵੇਂ ਇੱਕ ਪਰਸੈਪਸ਼ਨ ਤਿਆਰ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੇ ਜਿਹੜਾ ਹੈਗਾ ਰਸਤੇ ਰੋਕੇ ਹੋਏ ਨੇ। ਸੋ ਮੈਂ ਸਿੰਘੂ ਬਾਰਡਰ ਜਦੋਂ ਗਿਆ, ਮਤਲਬ ਆਈ ਐਮ ਰੀਅਲੀ ਸਰਪ੍ਰਾਈਜ਼ ਕਿ ਸਿਰਫ ਬਾਰਡਰ ਤੋਂ ਲੈ ਕੇ ਮਸਾਂ ਹੀ 300-400 ਮੀਟਰ ਤੱਕ ਬੈਰੀਗੇਡ ਲਾ ਕੇ ਬਲੌਕ ਹੋਇਆ ਹੋਇਆ। ਬਾਕੀ ਜਿਵੇਂ ਤੁਸੀਂ ਈਸਟਰਨ ਪੈਰੀਫੇਰੀ ਫਰੀਵੇ ਜਿਹੜਾ ਬਣਿਆ ਹੋਇਆ, ਜਿਹੜਾ ਨੋਇਡਾ ਨੂੰ ਜਾਂਦਾ ਹੈ, ਉੱਥੋਂ ਆਲਮੋਸਟ ਅੰਦੋਲਨ ਟਰੈਕਟਰ ਟਰਾਲੀ ਸ਼ੁਰੂ ਹੁੰਦੀਆਂ, ਉੱਥੋਂ ਬੈਰੀਗੇਡ ਲੱਗੇ ਹੋਏ ਨੇ। ਜਦੋਂ ਤੁਸੀਂ ਮਾਰਚ ਦੇ ਵਿੱਚੋਂ ਜਾਂਦੇ ਹੋ ਨਾ ਜੀ, ਮਤਲਬ 22-23 ਕਿਲੋਮੀਟਰ ਦਾ ਸਫ਼ਰ ਨੋ ਡਾਊਟ ਸਲੋ ਡਾਊਨ ਹੈ, ਹੌਲੀ ਜਾਣਾ ਪੈਂਦਾ ਹੈ, ਪਰ ਇਟਸੈਲਫ ਮੋਰਚੇ ਦੇ ਵਿੱਚੋਂ ਵੀ ਤੁਹਾਨੂੰ ਦਿੱਲੀ ਜਾਣ ਦਾ ਰਸਤਾ ਦਿੱਤਾ ਹੋਇਆ ਹੈ। ਉੱਥੇ ਵੀ ਕੋਈ ਬਲੌਕੇਜ ਨਹੀਂ ਹੈ। ਜਿਵੇਂ ਸੁਪਰੀਮ ਕੋਰਟ 'ਚ ਬਾਰ-ਬਾਰ ਸਰਕਾਰ ਦਾ ਇਹ ਕਹਿੰਦੀ ਹੈ ਜੀ ਸਾਰੇ ਰਸਤੇ ਬੰਦ ਕਰਤੇ ਜੀ, ਸਭ ਕੁਝ ਕਰਤੇ ਜੀ, ਕੋਈ ਜਾਣ ਦਾ ਰਸਤਾ ਹੀ ਨਹੀਂ ਹੈ। ਈਵਨ ਕਿ ਜਿੱਥੇ ਪ੍ਰੋਪਰ ਮਾਰਚ ਲੱਗਿਆ ਹੋਇਆ, ਖੈਰ ਮੈਂ ਟਿਕਰੀ ਬਾਰਡਰ ਤੇ ਨਹੀਂ ਗਿਆ, ਨੈਕਸਟ ਵੀਡੀਓ ਉੱਥੇ ਹੋਏਗੀ, ਤੇ ਬਟ ਸਿੰਘੂ ਬਾਰਡਰ ਤੇ ਵੀ ਤੁਹਾਨੂੰ ਜੇ ਦਿੱਲੀ ਜਾਣਾ ਹੈ, ਸਿਰਫ ਮੋਰਚੇ ਤੋਂ 300 ਮੀਟਰ ਪਹਿਲਾਂ 400 ਮੀਟਰ ਪਹਿਲਾਂ ਡਿਵਰਜਨ ਹੈ, ਉੱਥੋਂ ਸਿਰਫ ਤੁਹਾਨੂੰ ਜ਼ਿਆਦਾ ਨਹੀਂ 20 ਮਿੰਟ ਦਾ ਫਰਕ ਪੈਂਦਾ ਹੈ। ਉੱਥੋਂ ਆਪਣਾ ਡਿਵਰਟ ਹੋ ਕੇ ਤੁਸੀਂ ਸਿੱਧਾ ਜਾ ਕੇ ਗੁਰੂ ਤੇਗ ਬਹਾਦਰ ਮੈਮੋਰੀਅਲ ਦੇ ਕੋਲ ਜਾ ਕੇ ਨਿਕਲਦੇ ਹੋ ਦਿੱਲੀ ਦੇ ਹੱਥ। ਸੋ ਮੈਂ ਫੇਰ ਕਹਿਣਾ ਚਾਹੁੰਦਾ ਕਿ ਇਹ ਜਿਹੜੀ ਗਲਤ ਧਾਰਨਾ ਦੇਸ਼ 'ਚ ਤੇ ਵਰਲਡ 'ਚ ਫੈਲਾਈ ਜਾ ਰਹੀ ਹੈ ਕਿ ਕਿਸਾਨਾਂ ਨੇ ਰੋਡ ਬਲੌਕੇਜ ਕੀਤੀ ਹੋਈ, ਜਿਵੇਂ ਸਾਡੇ ਵੀਰ ਨੇ ਕਿਹਾ ਵੀ ਟਰੈਕਟਰ ਮਾਰਚ 'ਚ ਵੀ ਕੋਈ ਰੋਡ ਬਲੌਕੇਜ ਨਹੀਂ ਸੀਗੀ, ਸਿਰਫ ਟਰੈਕਟਰ ਆਪਣੀ ਲਹਿ 'ਚ ਜਾ ਰਹੇ ਸੀ, ਬਾਕੀ ਰੋਡ ਖੁੱਲੀ ਸੀ, ਚੱਲ ਰਹੀ ਸੀਗੀ। ਇਵੇਂ ਹੀ ਰੋਡ ਬਲੌਕੇਜ ਇਟਸੈਲਫ ਜਿਹੜੇ ਮੋਰਚਾ ਲੱਗਿਆ ਹੈ, ਪਰਮਾਨੈਂਟ ਮੋਰਚਾ ਲੱਗਿਆ ਹੈ ਜਿਹੜਾ 40 ਦਿਨ ਤੋਂ ਹੈ, ਉਹ ਮੋਰਚੇ 'ਚ ਵੀ ਬਲੌਕੇਜ ਨਹੀਂ ਹੈਗੀ, ਉਹ ਵੀ ਖੁੱਲਾ। ਉਲਟਾ ਤੁਹਾਨੂੰ ਜਾ ਕੇ ਉੱਥੇ ਲੰਗਰ ਸੇਵਾ, ਹਰ ਚੀਜ਼ ਦੀ ਸੇਵਾ ਦਾ ਤੁਹਾਨੂੰ ਆਨੰਦ ਮਾਣ ਤੁਸੀਂ ਸਕਦੇ ਹੋ ਜਾ ਕੇ ਉੱਥੇ। ਸੋ ਮੈਂ ਉਹੀ ਕਹੂੰਗਾ ਕਿ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਆਪਣਾ ਐਸੀ ਇਲੀਗਲ ਐਕਟੀਵਿਟੀ ਤੋਂ ਲੈ ਕੇ ਇਲੀਗਲ ਗੱਲ ਇਸ ਕਿਸਾਨ ਲਹਿਰ ਕਿਸਾਨਾਂ ਵੱਲੋਂ ਨਹੀਂ ਕੀਤੀ ਗਈ। ਠੀਕ ਹੈ, ਬਹੁਤ ਵਧੀਆ ਬਾਲੀਆ ਸਾਹਿਬ, ਤੁਸੀਂ ਬਹੁਤ ਵਧੀਆ ਪੁਆਇੰਟ ਕੀਤਾ ਵੀ ਇਹਦੇ ਵਿੱਚ ਇੱਕ ਚੀਜ਼ ਸੋਚਣ ਵਾਲੀ ਆ। ਦੇਖੋ ਜਿਹੜੇ ਬੈਰੀਗੇਡ ਲਗਾਏ ਆ ਉਹ ਸਰਕਾਰ ਨੇ ਲਾਏ ਆ, ਕਿਸਾਨਾਂ ਨੇ ਤਾਂ ਲਾਏ ਨਹੀਂ। ਉਹ ਜਦ ਕਿ ਉਹ ਇੱਕ ਸ਼ਾਂਤੀਪੂਰਵਕ ਅੰਦੋਲਨ ਕਰ ਰਹੇ ਆ, ਕਿਸੇ ਨੂੰ ਉਹ ਕੋਈ ਮਾਰ ਕੁੱਟ ਨਹੀਂ ਰਹੇ, ਕੋਈ ਬੱਸਾਂ ਨਹੀਂ ਤੋੜ ਰਹੇ, ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਪਹੁੰਚਾ ਰਹੇ, ਫਿਰ ਵੀ ਉਹਨਾਂ ਨੇ ਐਡੇ ਤਕੜੇ ਤਕੜੇ ਬੈਰੀਗੇਡ ਲਗਾਏ ਹੋਏ ਆ। ਇੱਥੋਂ ਪਤਾ ਲੱਗਦਾ ਵੀ ਸਰਕਾਰ ਦੀ ਮੈਂਟੈਲਿਟੀ ਕਿੱਧਰਲੇ ਪਾਸੇ ਨੂੰ ਆ। ਮੈਂ ਇਸੇ ਕੁਐਸਚਨ ਨੂੰ ਅਕਵਿੰਦਰ ਭਾਜੀ ਵੱਲ ਲੈ ਕੇ ਜਾਣਾ। ਭਾਜੀ, ਇਹ ਜਿੱਦਾਂ ਮੀਡੀਆ ਦੇ ਵਿੱਚ ਗੱਲ ਫੈਲਾਉਂਦੇ ਆ ਵੀ ਜੀ ਕਿਸਾਨਾਂ ਦੇ ਕਰਕੇ ਸਾਨੂੰ ਪਰੇਸ਼ਾਨੀ ਆ ਰਹੀ ਆ ਉੱਥੇ,
ਤੇ ਬੈਰੀਕੇਡ ਇਹਨਾਂ ਨੇ ਸਰਕਾਰ ਨੇ ਆਪ ਲਗਾ ਰਹੇ ਆ। ਤੁਸੀਂ ਇਹਦੇ ਬਾਰੇ ਥੋੜਾ ਜਿਹਾ ਕੋਈ ਐਡ ਕਰਨਾ ਚਾਹੁੰਦੇ ਹੋ ਕੁਝ? ਦੇਖੋ, ਇਹ ਜਿਹੜੇ ਆਪਣਾ ਸੰਘਰਸ਼ ਹੈ ਨਾ, ਇਹਦੇ ਚ ਸਾਡੀਆਂ ਥੋੜ੍ਹੀਆਂ ਜਿਹੀਆਂ ਕਮਜ਼ੋਰ ਤੰਦਾਂ ਹੈ, ਜਿਹਦੇ ਬਾਰੇ ਮੈਂ ਕਹੂੰ, ਜਿਹਦੇ ਚ ਤੁਹਾਡਾ ਕੁਐਸਚਨ ਜਿਹੜਾ ਉਹ ਵੀ ਕਵਰ ਹੁੰਦਾ ਹੈਗਾ। ਸਰਕਾਰ ਜਿਹੜੀ ਹੈ ਨਾ, ਇਸ ਸੰਘਰਸ਼ ਚ ਲੱਗੀਆਂ ਜਥੇਬੰਦੀਆਂ ਤੇ ਲੋਕਾਂ ਦਰਮਿਆਨ ਜਿਹੜਾ ਭਰਮ ਤੇ ਭੁਲੇਖੇ ਜਿਹੜੇ ਆ ਉਹ ਖੜੇ ਕਰ ਰਿਹਾ ਤੇ ਪਾੜ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ। ਇਹ ਕੋਸ਼ਿਸ਼ ਲੰਮੇ ਸਮੇਂ ਤੋਂ ਚੱਲ ਰਹੀ ਹੈ। ਜਿਹੜੇ ਕੁਝ ਕਮਜ਼ੋਰ ਜਥੇਬੰਦੀਆਂ ਜੋ ਵਰਤਮਾਨ ਸਰਕਾਰ ਦੀ ਮਦਦ ਕਰਦੀਆਂ ਜਾਂ ਉਹਨਾਂ ਨਾਲ ਹਮਦਰਦੀ ਰੱਖਦੀਆਂ, ਸਰਕਾਰ ਉਹਨਾਂ ਨੂੰ ਵਰਤ ਰਹੀ ਹੈ। ਜਿਵੇਂ ਤੁਸੀਂ ਸੁਣਿਆ ਹੋਣਾ ਹੈ ਕਿ ਇਹ SYL ਲਿੰਕ ਦੇ ਹਰਿਆਣੇ ਦੇ ਵਿੱਚੋਂ ਕੁਝ ਇਹਨਾਂ ਦੇ ਬੰਦੇ ਲੈ ਕੇ XMLA ਕੋਈ ਉਹਨੂੰ ਤੋਮਰ ਨੂੰ ਮਿਲੇ, ਸੋ ਉਹਦਾ ਬੰਦੇ ਹੈ ਨਹੀਂ ਉਹਨਾਂ ਮਗਰ। ਉਹ ਸਿਰਫ SYL ਦਾ ਮੁੱਦਾ ਉਹਨਾਂ ਨੇ ਪੁੱਛਿਆ ਕਿ ਭਾਈ ਸਾਨੂੰ ਵੀ ਟਾਈਮ ਦਿਓ, ਅਸੀਂ ਇਹ ਬੜੇ ਚਿਰ ਦਾ ਲੰਮਾ ਚੱਲ ਰਿਹਾ ਹੈਗਾ, ਅਸੀਂ ਇਸ ਬਾਰੇ ਗੱਲ ਕਰਨੀ ਹੈ। ਜਦੋਂ ਤੁਸੀਂ ਉਹੀ ਕੁਐਸਚਨ ਆ ਕੇ ਬਾਰਡਰ ਤੋਂ ਪੁੱਛਦੇ ਆ ਤੇ ਬਾਰਡਰ ਦੇ ਵਿੱਚ ਉਹ ਕਹਿੰਦੇ ਆ ਭਾਈ ਜਦੋਂ ਸਾਡੇ ਕੋਲ ਜ਼ਮੀਨ ਹੀ ਨਹੀਂ ਰਹੀ ਤੇ ਅਸੀਂ ਪਾਣੀ ਨੂੰ ਕੀ ਕਰਨਾ ਹੈ, ਪਾਣੀ ਦਾ ਮਸਲਾ ਅਸੀਂ ਬਾਅਦ ਚ ਸੋਲਵ ਕਰ ਲਾਂਗੇ, ਬਾਅਦ ਚ ਗੱਲ ਕਰ ਲਾਂਗੇ, ਪਹਿਲਾਂ ਸਾਡੀ ਜ਼ਮੀਨ ਤਾਂ ਬਚਾਓ ਨਾ, ਕਾਨੂੰਨ ਤਾਂ ਰੱਦ ਕਰੋ ਨਾ। ਤੁਸੀਂ ਕਿਸੇ ਹਰਿਆਣੇ ਦਾ ਇੰਨੀਆਂ ਇੰਟਰਵਿਊ ਮੈਂ ਅੱਜ ਦੇਖੀਆਂ, ਇਹਨਾਂ ਨੇ ਜਾਣ ਕੇ ਉਹ ਮੁੱਦਾ ਜਿਹੜਾ ਜਿਹੜੇ ਇੰਟਰਵਿਊ ਵਾਲੇ ਸੀ ਉਹਨਾਂ ਨੇ ਜਾਣ ਕੇ SYL ਦਾ ਮੁੱਦਾ ਜਿਹੜਾ ਉਹ ਸਿੰਘ ਬਾਰਡਰ ਦੇ ਉੱਤੇ ਕਈ ਫਾਰਮੂਲਾ ਨਾਲ ਕੀਤਾ, ਜਿਹਦਾ ਉਹਨਾਂ ਨੇ ਜਵਾਬ ਸਿੰਪਲ ਜਵਾਬ ਇਹੀ ਦਿੱਤਾ, ਜਿੰਨੇ ਹਰਿਆਣੇ ਤੋਂ ਸੀਗੇ, ਜਿੰਨੇ ਉਹਨਾਂ ਨੇ ਇੰਟਰਵਿਊ ਦੇ ਉੱਤੇ ਦਿਖਾਏ, ਸਭ ਦਾ ਜਵਾਬ ਇਹ ਸੀ ਕਿ ਸਾਡੇ ਵੱਡੇ ਭਾਈ ਹੈ, ਸਾਡੇ ਵੱਡੇ ਭਾਈ ਹੈ, ਅਸੀਂ ਇਹਨਾਂ ਦੇ ਨਾਲ ਲੱਗੇ ਆ, ਜੋ ਇਹ ਕਰਨਗੇ ਪਹਿਲਾਂ ਆਪਦੀ ਜ਼ਮੀਨ ਬਚਾਓ, ਫਿਰ ਅਸੀਂ ਦੂਜੇ ਪਾਸੇ ਜਾਵਾਂਗੇ। ਫਿਰ ਉਹਨਾਂ ਨੇ ਇਹ ਵੀ ਕੁਐਸਚਨ ਉਹਨਾਂ ਨੂੰ ਉਕਸਾਇਆ ਕਿ ਪੰਜਾਬ ਮੂਹਰੇ ਲੱਗਿਆ। ਉਹ ਕਹਿੰਦੇ ਕਿ ਜੇ ਪੰਜਾਬ ਮੂਹਰੇ ਲੱਗਿਆ ਨਾ ਤਾਂ ਸਾਡੇ ਵੱਡੇ ਭਾਈ ਹੈ, ਜੇ ਸਾਡੇ ਵੱਡੇ ਭਾਈ ਮੂਹਰੇ ਲੱਗਿਆ ਤਾਂ ਸਾਨੂੰ ਕੋਈ ਉਹਦੇ ਚ ਹਰਜ ਨਹੀਂ। ਸੋ ਉਹ ਇਹਨਾਂ ਜਿਹੜੀਆਂ ਕਮਜ਼ੋਰ ਤੰਦਾਂ ਨੂੰ ਜਿਹੜੀ ਇਹ ਆਪਦੀਆਂ ਜਥੇਬੰਦੀਆਂ ਸ਼ੁਰੂ ਕਰ ਰਹੇ ਆ, ਉਹਦੇ ਨਾਲ ਇਹ ਥੋੜਾ ਜਿਹਾ ਕਹਿ ਲਓ ਕਿ ਪਾੜ ਵਧਾਉਣ ਦੀ ਕੋਸ਼ਿਸ਼ ਕਰ ਰਹੇ ਆ। ਉਹ ਬੜੀ ਤਰੀਕੇ ਦੇ ਨਾਲ ਜਿਹੜੀ ਜਥੇਬੰਦੀਆਂ, ਜਿਹੜੇ ਕਿਸਾਨ ਜਥੇਬੰਦੀਆਂ, ਉਹ ਇਹਨਾਂ ਨੂੰ ਜਵਾਬ ਦੇ ਰਹੀਆਂ। ਇਸ ਤੋਂ ਬਾਅਦ ਦੂਜੀ ਜਿਹੜੀ ਸਾਡੀ ਕਮਜ਼ੋਰ ਤੰਦ ਹੈ ਨਾ, ਉਹ ਹੈਗਾ ਲੋਕਾਂ ਦਾ ਕਾਲਾਪਣ, ਜੋ ਇਹ ਸਮਝਦੇ ਹੈ ਕਿ ਇਹ ਜਿਹੜੀ ਪੈਸਿਵ ਰੈਜ਼ਿਸਟੈਂਸ ਹੈ, ਜਿਵੇਂ ਵਾਲੀਆ ਸਾਹਿਬ ਨੇ ਵੀ ਗੱਲ ਕੀਤੀ ਕਿ ਜਿਹੜੀ ਇਹ ਬੜੀ ਸ਼ਾਂਤਮਈ ਪੈਸਿਵ ਰੈਜ਼ਿਸਟੈਂਸ ਮੂਵਮੈਂਟ ਹੈ, ਕਿ ਇਹਨੂੰ ਬਦਲ ਕੇ ਕੋਈ ਹੋਰ ਤਰ੍ਹਾਂ ਦੀ ਕਾਰਵਾਈ ਕਰੀਏ ਜੋ ਵਾਇਲੈਂਟ ਸਿਚੁਏਸ਼ਨ ਕ੍ਰੀਏਟ ਕਰ ਸਕਦੀ ਹੈ। ਹਕੂਮਤ ਇਹ ਚਾਹੁੰਦੀ ਹੈ, ਤੁਸੀਂ ਐਗਜ਼ਾਮਪਲ ਟਰੰਪ ਵਾਲੀ ਲੈ ਲਓ, ਉਹਨੇ ਇੱਕ ਵਾਇਲੈਂਟ ਜਿਹੜਾ ਉਹ ਐਕਟ ਕੀਤਾ ਤੇ ਅੱਜ ਉਹ ਕਿੱਥੇ ਖੜਾ ਹੈਗਾ, ਅੱਜ ਉਹ ਕਿਵੇਂ ਉਹਨੂੰ ਦੁਨੀਆ ਉਹਨੂੰ ਲਾਹਨਤਾਂ ਮਾਰ ਰਹੀ ਹੈਗੀ ਹੈ। ਸੋ ਇਹ ਜਿਹੜੇ ਕਾਲੇ ਬੰਦੇ ਆ, ਉਹਨਾਂ ਨੂੰ ਇਹੀ ਰਿਕੁਐਸਟ ਹੈ ਕਿ ਭਾਈ ਜਿਹੜੀ ਪੈਸਿਵ ਇਹ ਜਿਹੜੀ ਰੈਜ਼ਿਸਟੈਂਸ ਮੂਵਮੈਂਟ ਹੈ ਤੇ ਉਹਦੇ ਦੇ ਨਾਲ ਤੁਸੀਂ ਆਪਣਾ ਸਾਥ ਦਿਓ, ਤੇ ਜਿਹੜੇ ਇਹ ਅੰਡਰਸਟੈਂਡ ਹੈ ਕਿ ਜਿਹੜਾ ਅਕੇਵਾ ਹੋ ਜਾਂਦਾ ਤੇ ਇਹ ਭਾਵਨਾਵਾਂ ਜਿਹੜੀਆਂ ਕਿਵੇਂ ਦੀਆਂ ਤੇ ਜਿਹੜੀ ਕਾਲਪੁਣ ਦੀਆਂ, ਉਹਦਾ ਫਾਇਦਾ ਜਿਹੜਾ ਉਹ ਸਰਕਾਰ ਤਾਕ ਲਾਈ ਬੈਠੀ ਹੈ ਕਿ ਕਦੋਂ ਲਈਏ। ਸਾਰਿਆਂ ਨੂੰ ਇੱਕ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਅਸੀਂ ਇਸ ਪੜਾਅ ਤੇ ਪਹੁੰਚੇ ਹਾਂ, ਅੱਜ ਪੈਸਿਵ ਰੈਜ਼ਿਸਟੈਂਸ ਦੀ ਦੇਣ ਹੈ। ਅਸੀਂ ਸਾਰੀ ਦੁਨੀਆ ਜਾਣਦੀ ਹੈ, ਸਾਰੇ ਕੰਟਰੀ ਜਾਣਦੇ ਆ, ਸਾਰੇ ਸੂਬੇ ਸਾਡੇ ਨਾਲ ਲੱਗੇ ਆ, ਹਰੇਕ ਜਾਤ ਦੇ ਹਰੇਕ ਕਿਸਾਨ ਸੰਘਰਸ਼ ਨਾਲ ਜੁੜੇ ਹੈ, ਉਹ ਪੈਸਿਵ ਰੈਜ਼ਿਸਟੈਂਸ ਨਾਲ ਹੈ। ਤੇ ਜੇ ਅਸੀਂ ਅੱਗੇ ਵਧਣਾ ਹੈ ਤਾਂ ਅਸੀਂ ਇਹਨਾਂ ਕਿਸਾਨ ਜਥੇਬੰਦੀਆਂ ਦੇ ਜੋ ਲੀਡਰ ਹੈਗੇ ਆ ਉਹਨਾਂ ਨੂੰ ਸੁਣੀਏ ਤੇ ਗਰਮ ਖਿਆਲਿਆਂ ਨੂੰ ਥੋੜਾ ਜਿਹਾ ਨਰਮ ਹੋਣਾ ਪੈਣਾ, ਥੋੜਾ ਜਿਹਾ ਉਹਨਾਂ ਨੂੰ ਸੋਚਣਾ ਪੈਣਾ, ਤੇ ਜਿਹੜਾ ਐਕਸਪੀਰੀਅੰਸ ਇਹਨਾਂ ਲੀਡਰਾਂ ਦਾ ਹੈ ਉਹਨਾਂ ਨੂੰ ਫਾਲੋ ਕਰਨਾ ਪੈਣਾ। ਹਾਂਜੀ, ਬਹੁਤ ਵਧੀਆ ਅਕਵਿੰਦਰ ਭਾਜੀ, ਬਹੁਤ ਵਧੀਆ ਤਰੀਕੇ ਨਾਲ ਤੁਸੀਂ ਐਕਸਪਲੇਨ ਕੀਤਾ ਹੈਗਾ ਇਸ ਨੂੰ। ਦੇਖੋ, ਜਿਹੜਾ ਸ਼ਾਂਤਮਈ ਅੰਦੋਲਨ ਅੱਜ ਤੱਕ ਹੁਣ ਤੱਕ ਜੇ 3 ਮਹੀਨੇ ਹੋ ਗਏ ਆ ਕੋਈ ਗੱਲਬਾਤ ਨਹੀਂ ਹੋਈ, ਇਹਦਾ ਮਤਲਬ ਇੱਥੋਂ ਆ ਕਿ ਅਸੀਂ ਸ਼ਾਂਤ ਸੀਗੇ, ਔਰ ਸਾਡੇ ਜੋ ਗਾਈਡ ਕਰਨ ਵਾਲੇ ਲੀਡਰ ਆ ਉਹ ਬਹੁਤ ਵਧੀਆ ਨੇ, ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਚਲਾ ਰਹੇ ਆ, ਉਹਨਾਂ ਨੂੰ ਚਲਾਉਣ ਦੇਣਾ ਚਾਹੀਦਾ। ਇਸ ਚੀਜ਼ ਨਾਲ ਮੈਂ ਵੀ ਤੁਹਾਡੀ ਨਾਲ ਜੀ ਐਗਰੀ ਆ। ਮੋਰਓਵਰ ਸਰਕਾਰ ਬੜੀ ਕੋਸ਼ਿਸ਼ਾਂ ਕਰ ਰਹੀ ਹੈ ਕਿ ਇਸ ਅੰਦੋਲਨ ਨੂੰ ਖਰਾਬ ਕੀਤਾ ਜਾਵੇ, ਭੜਕਾਇਆ ਜਾਵੇ। ਜਿਵੇਂ ਵੀਰ ਨੇ ਗੱਲ ਕੀਤੀ, SYL ਦੇ ਮੁੱਦੇ ਦੀ ਗੱਲ ਕੀਤੀ, ਦੇਖੋ ਸਰਕਾਰ ਦੀ ਕਿੰਨੀ ਕੂੜ ਮਨਸ਼ਾ ਹੈਗੀ ਹੈ, ਕਿੰਨੀ ਗੰਦੀ ਮਨਸ਼ਾ ਹੈਗੀ। ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ। ਸਰਕਾਰ SYL ਨੂੰ ਲੈ ਕੇ ਸੋਚਦੀ ਸੀਗੀ ਸ਼ਾਇਦ ਹਰਿਆਣਾ ਦੇ ਪੰਜਾਬ ਉੱਥੇ ਇਕੱਠੇ ਲੱਖਾਂ ਤਾਦਾਦ 'ਚ ਬੈਠੇ ਵੀ ਲੜ ਪੈਣ
ਸਰਕਾਰ ਨੇ ਇਹ ਨਹੀਂ ਸੋਚਿਆ ਵੀ ਜੇ ਕਿਤੇ ਉੱਥੇ ਲਓ ਲੜ ਪੈਣ ਤਾਂ ਕਿੱਡਾ ਵੱਡਾ ਜਿਹਨੂੰ ਕਹਿੰਦੇ ਆ ਘਾਣ, ਇਤਿਹਾਸ ਦਾ ਸਭ ਤੋਂ ਵੱਡਾ ਮੈਂ ਕਹਿੰਦਾ ਘਾਣ ਹੋ ਸਕਦਾ ਸੀਗਾ। ਪਰ ਮੈਂ ਫੇਰ ਧੰਨਵਾਦੀ ਹਾਂ ਸਾਡੇ ਪੰਜਾਬ ਤੇ ਹਰਿਆਣੇ ਵਾਲਿਆਂ ਦਾ, ਜਿਨ੍ਹਾਂ ਨੇ ਸੂਝਵਾਨੀ ਦਿਖਾਈ ਯਾਰ, ਕਿਹਾ ਸਾਨੂੰ SYL ਨਹੀਂ ਚਾਹੀਦੀ। ਤੇ ਮੈਨੂੰ ਸੁਣਨ ਚ ਆਇਆ ਕਿ ਉੱਥੇ ਕਈਆਂ ਨੇ ਤਾਂ ਇਹ ਵੀ ਕਿਹਾ ਵੀ ਚਲੋ ਮੌਕਾ ਵਧੀਆ ਹੈ, ਪੰਜਾਬ ਹਰਿਆਣੇ ਨੂੰ ਦੁਬਾਰਾ ਇਕੱਠਾ ਕਰ ਦਿਓ, ਵੀ ਅਸੀਂ ਸਰਕਾਰ ਨੂੰ ਕਹਿੰਦੇ SYL ਛੱਡੋ, ਸਾਨੂੰ ਇਕੱਠੇ ਕਰ ਦਿਓ ਤੁਸੀਂ। ਸੋ ਮਤਲਬ ਇਹ ਉਹਨਾਂ ਨੇ ਉਹਦਾ ਜਵਾਬ ਇਹ ਦਿੱਤਾ ਉੱਥੇ ਕਿਸਾਨ ਅੰਦੋਲਨ ਕਰ ਰਹੇ ਕਿਸਾਨ ਵੀਰਾਂ ਨੇ। ਸੋ ਪਰ ਸਰਕਾਰ ਦੀ ਮਨਸ਼ਾ ਸੀਗੀ ਕਿ ਇਹਨਾਂ ਨੂੰ ਆਪਸ ਚ ਲੜਾਇਆ ਜਾਵੇ, ਮਤਲਬ ਲੱਖਾਂ ਲੋਕਾਂ ਨੂੰ ਇੱਕ ਦੂਜੇ ਦੇ ਆਮਣੇ ਸਾਹਮਣੇ ਕਰਕੇ ਦੰਗਾ ਭੜਕਾਉਣ ਦੀ ਕੋਸ਼ਿਸ਼ ਸਰਕਾਰ ਦੀ ਸੀਗੀ ਇਹ। ਸੋ ਦੇਖੋ ਤੁਸੀਂ ਆਪ ਸੋਚੋ ਕਿ ਸਾਡਾ ਪ੍ਰਧਾਨ ਮੰਤਰੀ ਕਿੱਡਾ ਕੁ ਛੋਟੇ ਦਿਮਾਗ ਦਾ ਹੈਗਾ ਤੇ ਕਿੰਨਾ ਕੁ ਜਿਹਨੂੰ ਕਹਿੰਦੇ ਆ ਦੰਗਾ ਪ੍ਰਸਤ ਲੋਕਾਂ ਦੀ ਸਹਾਇਤਾ ਕਰਨ ਵਾਲਾ ਹੈਗਾ, ਜੋ ਇਸ ਮੁੱਦੇ ਨੂੰ, ਇਸ ਪੁਆਇੰਟ ਨੂੰ ਲੈ ਕੇ ਦੋ ਸਟੇਟਾਂ ਨੂੰ ਆਪਸ ਲੜਾਉਣ ਵਾਸਤੇ ਉੱਥੇ ਤਿਆਰ ਬੈਠਾ ਸੀਗਾ। ਰਾਈਟ ਉਹ ਭਾਜੀ ਮਕਸਦ ਤਾਂ ਉਹਨਾਂ ਦਾ ਇਹੋ ਹੀ ਆ ਵੀ ਕਿਸੇ ਤਰੀਕੇ ਦੇ ਨਾਲ ਇਹ ਅੰਦੋਲਨ ਖਰਾਬ ਕੀਤਾ ਜਾਵੇ। ਤੇ ਜਿੱਦਾਂ ਹੁਣ ਮੀਟਿੰਗਾਂ ਵੀ ਕਰ ਰਹੇ ਆ, ਬਸ ਉਹ ਇੱਕ ਬਹਾਨਾ ਜਿਹਾ ਬਣਾਈ ਜਾਂਦੇ ਹਰ ਮੀਟਿੰਗ ਦੇ ਵਿੱਚ ਵੀ ਕਿਸੇ ਤਰੀਕੇ ਦੇ ਨਾਲ ਕੋਈ ਦਿਨ ਏਦਾਂ ਦਾ ਆ ਜਾਏ ਵੀ ਅਸੀਂ ਅੰਦੋਲਨ ਨੂੰ ਖਰਾਬ ਕਰੀਏ। ਪਰ ਇਹ ਪ੍ਰਮਾਤਮਾ ਦੀ ਕਿਰਪਾ ਜੀ ਉਸ ਅੰਦੋਲਨ ਤੇ ਕਿ ਅੱਜ ਹੁਣ ਹਜੇ ਤੱਕ ਉਸ ਅੰਦੋਲਨ ਦੇ ਉੱਤੇ ਕੋਈ ਏਦਾਂ ਦਾ ਦਾਗ ਨਹੀਂ ਲੱਗਿਆ, ਔਰ ਨਾ ਹੀ ਇਹਨਾਂ ਨੂੰ ਕੋਈ ਚਾਂਸ ਮਿਲਿਆ ਕਿ ਉਹ ਉਸ ਅੰਦੋਲਨ ਨੂੰ ਖਰਾਬ ਕਰ ਸਕਣ। ਤੇ ਪ੍ਰਮਾਤਮਾ ਇਸੇ ਤਰੀਕੇ ਨਾਲ ਕਿਰਪਾ ਰੱਖੇ। ਸਾਡਾ ਟਾਈਮ ਵੀ ਹੁਣ ਕਲੋਜ਼ ਹੋ ਰਿਹਾ ਜੀ, ਤੇ ਮੈਂ ਜਿੰਨੇ ਵੀ ਆਪਣੇ ਫੇਸਬੁੱਕ ਚਰਚਾ ਤੇ ਸਾਡੇ ਵੀਰ ਭੈਣ ਬਜ਼ੁਰਗ ਜੁੜੇ ਹੋਏ ਆ, ਸਾਨੂੰ ਸਾਰਿਆਂ ਨੂੰ ਬਹੁਤ ਧੰਨਵਾਦ ਕਰਦਾ ਜੀ ਸਾਰਿਆਂ ਦਾ ਕਿ ਉਹਨਾਂ ਨੇ ਸਾਨੂੰ ਸ਼ੇਅਰ ਕਰ ਰਹੇ ਆ, ਦੇਖ ਰਹੇ ਆ। ਮੈਂ ਬਾਰ-ਬਾਰ ਕਹਿੰਦਾ ਬੋਲਣਾ ਬਹੁਤ ਸੌਖਾ ਪਰ ਸੁਣਨਾ ਬੜਾ ਔਖਾ। ਸੁਣਨ ਵਾਲੇ ਬੋਲਣ ਵਾਲਿਆਂ ਨੂੰ ਜ਼ਿਆਦਾ ਸਿੱਧਗੀ ਹੁੰਦੇ ਆ। ਤੁਹਾਡਾ ਬਹੁਤ ਧੰਨਵਾਦ ਜਿਹੜੇ ਤੁਸੀਂ ਸਾਨੂੰ ਸੁਣ ਰਹੇ ਆ ਬੜੇ ਪਿਆਰ ਨਾਲ। ਤੇ ਸਾਡੇ ਨਾਲ ਵਾਲੀਆ ਜੀ ਜੁੜੇ ਆ, ਇਹਨਾਂ ਨੂੰ ਤੁਸੀਂ ਸੁਣ ਰਹੇ ਆ, ਅਕਵਿੰਦਰ ਭਾਜੀ ਉਹਨਾਂ ਨੂੰ ਅਸੀਂ ਸੁਣ ਰਹੇ ਆ। ਹੁਣ ਵਾਲੀਆ ਸਾਹਿਬ ਆਪਾਂ ਐਂਡ ਤੁਹਾਡੇ ਤੋਂ ਹੀ ਪਹਿਲਾਂ ਸ਼ੁਰੂ ਕਰਦੇ ਆ। ਹੁਣ ਆਪਣੇ ਕੋਲ ਮਿੰਟ ਸਾਰੇ 8 ਰਹਿ ਗਏ ਨੇ। ਤੁਸੀਂ ਲਾਸਟ ਦੇ ਵਿੱਚ ਜੋ NRI ਸਾਡੇ ਵੀਰ ਬਾਹਰ ਬੈਠ ਕੇ ਬੜੀ ਕੋਸ਼ਿਸ਼ ਕਰ ਰਹੇ ਆ ਕਿਸੇ ਤਰੀਕੇ ਦੇ ਨਾਲ ਅਸੀਂ ਉੱਥੇ ਭਰਾਵਾਂ ਨੂੰ ਹੌਸਲਾ ਦੇ ਸਕੀਏ। ਕੁਝ NRI ਵੀਰ ਗਏ ਵੀ ਆ ਉੱਥੇ ਹੌਸਲਾ ਦੇਣ ਲਈ, ਕੁਝ ਜਾਣ ਲਈ ਤਿਆਰ ਨੇ, ਜਾਂ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੇ ਵਿਊ ਦੇ ਨਾਲ ਕਿਸ ਤਰੀਕੇ ਦੇ ਨਾਲ ਸਾਨੂੰ ਇਹ ਕਹਿਣਾ ਦੱਸਣਾ ਚਾਹੁੰਦੇ ਜਾਂ ਕੋਈ ਆਪਣੀ ਸਲਾਹ ਦੇਣਾ ਚਾਹੁੰਦੇ ਕਿ ਅਸੀਂ ਹੋਰ ਹੈਲਪ ਕਰ ਸਕੀਏ ਉਹਨਾਂ ਦੀ? ਦੇਖੋ ਮੈਂ ਤਾਂ ਆਪਣੇ ਸਾਰੇ NRI ਭਰਾਵਾਂ ਨੂੰ ਇੱਕੋ ਬੇਨਤੀ ਕਰੂੰਗਾ ਕਿ ਦੇਖੋ ਅਸੀਂ ਇਲੈਕਸ਼ਨ ਆਉਂਦੇ ਆ ਤਾਂ ਪੋਲੀਟੀਕਲ ਪਾਰਟੀਆਂ, ਕੋਈ ਵੀ ਪੋਲੀਟੀਕਲ ਪਾਰਟੀ, ਮੈਂ ਵੀ ਇੱਕ ਪੋਲੀਟੀਕਲ ਪਾਰਟੀ ਨਾਲ ਐਸੋਸੀਏਟ ਹੈਗਾ, ਪਰ ਮੈਂ ਆਪਾਂ ਨॉन ਪੋਲੀਟੀਕਲ ਪ੍ਰੋਗਰਾਮ ਹੈਗਾ, ਇਸ ਕਰਕੇ ਆਪਾਂ ਨਹੀਂ ਉਹਦਾ ਨਾਮ ਲੈ ਸਕਦੇ। ਸੋ ਜਿਵੇਂ ਪੋਲੀਟੀਕਲ ਪਾਰਟੀਆਂ ਤੋਂ ਲੈ ਕੇ ਪੋਲੀਟੀਕਲ ਲੀਡਰਸ ਨੂੰ NRI ਜਿਹੜੇ ਆ ਫੰਡਿੰਗ ਕਰਦੇ ਆ, ਸਪੋਰਟ ਕਰਦੇ ਆ, ਤਾਂ ਅੱਜ ਸਮਾਂ ਹੈ ਸਾਡੇ ਪੰਜਾਬ, ਉਹ ਬੇਸਿਕਲੀ ਕਰਦੇ ਪੰਜਾਬ ਨੂੰ ਬਚਾਉਣ ਵਾਸਤੇ, ਪੰਜਾਬ ਦੀ ਲੜਾਈ ਲੜਨ ਵਾਸਤੇ। ਪਰ ਅੱਜ ਅਸਲ 'ਚ ਪੰਜਾਬ ਦੀ ਹੋਂਦ ਦੀ ਲੜਾਈ ਹੈ, ਪੰਜਾਬ ਨੂੰ ਬਚਾਉਣ ਦੀ ਲੜਾਈ ਹੈ, ਪੰਜਾਬ ਨਾਲ ਖੜਨ ਦੀ ਲੜਾਈ ਹੈ। ਤਾਂ ਜਿੰਨਾ ਫਾਈਨੈਂਸ਼ਲੀ ਤੋਂ ਲੈ ਕੇ ਫਿਜ਼ੀਕਲੀ ਵੀ ਜੇ ਕੋਈ ਆ ਸਕਦਾ ਹੈ ਆ ਕੇ, ਜਿੰਨਾ ਆਪਾਂ ਸਪੋਰਟ ਇਸ ਲਹਿਰ ਨੂੰ ਕਰੀਏ ਤਾਂ ਅੱਜ ਹੀ ਤਾਂ ਉਹ ਸਭ ਤੋਂ ਵਧੀਆ। ਤੇ ਅੱਜ ਵਾਕਈ ਅਸਲੀਅਤ 'ਚ ਲੋੜ ਹੈ ਪੰਜਾਬ ਨੂੰ ਬਚਾਉਣ ਦੀ ਤੇ ਪੰਜਾਬ ਨਾਲ ਖੜਨ ਦੀ, ਤੇ ਵੱਧ ਤੋਂ ਵੱਧ NRI ਭਰਾ ਖੜਨ। ਤੇ ਬਾਕੀ ਮੈਂ ਫੇਰ ਇੱਕ ਵਾਰੀ ਬੇਨਤੀ ਕਰਦਾ ਹਾਂ, ਜੋ ਅਸੀਂ ਸਟਿੱਕਰ ਵੀ ਅੱਜ ਰਿਲੀਜ਼ ਕੀਤਾ, ਸਾਰੇ ਦੇਸ਼ ਵਾਸੀਆਂ ਨੂੰ ਬੇਨਤੀ ਹੈ ਕਿ ਜੋ ਵੀ ਇਸ ਕਿਸਾਨ ਲਹਿਰ 'ਚ ਜੁੜਿਆ ਹੋਇਆ ਕਿਸੇ ਵੀ ਤਰੀਕੇ ਦਾ, ਕਿਸੇ ਵੀ ਢੰਗ ਨਾਲ ਆਪਣੇ ਗੱਡੀਆਂ ਤੇ ਸਟਿੱਕਰ ਬੈਨਰ ਡਿਸਪਲੇ ਕਰਨ 26 ਤਰੀਕ ਤੋਂ ਪਹਿਲਾਂ, ਤਾਂ ਕਿ ਪਤਾ ਲੱਗੇ ਕਿ ਮੈਕਸਿਮਮ ਤੋਂ ਮੈਕਸਿਮਮ ਲੋਕ ਜਿਹੜੇ ਇਸ ਕਿਸਾਨ ਲਹਿਰ ਦੇ ਨਾਲ ਜੁੜ ਚੁੱਕੇ ਆ ਔਰ ਸਰਕਾਰ ਦੇ ਪ੍ਰੈਸ਼ਰ ਬਿਲਟ ਹੋ। ਵਾਲੀਆ ਸਾਹਿਬ ਤੁਹਾਡੇ ਕੋਲ ਸਟਿੱਕਰ ਪਿਆ ਹੋ, ਇੱਕ ਵਾਰ ਤੁਸੀਂ ਮਾੜਾ ਜਿਹਾ ਦਿਖਾਓਗੇ? ਜੇ ਤੁਸੀਂ ਦਿਖਾ ਸਕਦੇ ਤਾਂ ਮਾੜਾ ਦੇ ਪਤਾ ਲੱਗੇ। ਮੈਂ ਇੱਕ ਵਾਰੀ ਫਿਰ ਦੁਬਾਰਾ ਡਿਸਪਲੇ ਕਰ ਦਿੰਦਾ। ਹਾਂਜੀ ਡਿਸਪਲੇ ਕਰ ਦਿਓ ਮਾੜਾ ਜਿਹਾ। ਅਸੀਂ ਡਿਜ਼ਾਈਨ ਕਰਵਾਇਆ ਹੈ ਆਲਰੇਡੀ, ਉਸ ਤੇ ਫੇਸਬੁੱਕ ਤੇ WhatsApp ਤੇ ਲੋਕਾਂ ਨੇ ਆਪਣੀ ਫੋਟੋ ਲਾ ਕੇ ਲਾਇਆ ਹੋਇਆ ਹੈ, ਬਟ ਅਸੀਂ ਇੰਟਰਨਲ ਪੋਰਸ਼ਨ ਜਿਹੜਾ ਹੈਗਾ ਉਸ 'ਚ ਫੋਟੋ ਕੱਢ ਕੇ ਉਸ 'ਚ ਆਪਾਂ ਟਰੈਕਟਰ ਦੇ ਨਾਲ ਨੋ ਫਾਰਮਰ ਨੋ ਫੂਡ ਵਿੱਚ ਅਟੈਚ ਕਰਤੇ ਆ। ਬਾਕੀ ਆਲਮੋਸਟ ਸੋਸ਼ਲ ਮੀਡੀਆ ਤੇ ਪਿਆ, ਇਦਾਂ ਦਾ ਨਾਂ ਵੀ ਸਹੀ, ਹੋਰ ਵੀ ਤਰ੍ਹਾਂ ਦੇ ਆਪਾਂ ਜਿਹੜੇ ਆਪਣਾ ਜਿਵੇਂ ਇਹ ਹੈਗਾ ਟਰੈਕਟਰ ਦੇ ਨਾਲ ਨੋ ਫਾਰਮਰ ਨੋ ਫੂਡ, ਆਈ ਸਪੋਰਟ ਫਾਰਮਰ, ਆਈ ਸਟੈਂਡ ਵਿਦ ਫਾਰਮਰ, ਇਦਾਂ ਦਾ ਕਿਸੇ ਵੀ ਤਰ੍ਹਾਂ ਦਾ ਵੀ ਸਲੋਗਨ ਜਿਹੜਾ ਫਾਰਮਰ ਦੀ ਸਪੋਰਟ ਜਿਹੜਾ ਹੈਗਾ ਉਹ ਲਗਾ ਕੇ ਆਪਣੀ ਗੱਡੀਆਂ ਤੇ 26 ਤਰੀਕ ਤੋਂ ਪਹਿਲਾਂ ਮੈਕਸਿਮਮ ਤੋਂ ਮੈਕਸਿਮਮ ਜਿਹੜਾ ਆਪਾਂ ਸ਼ੋਅ ਕਰੀਏ ਸਪੋਰਟ ਫਾਰਮਰਸ ਨੂੰ, ਤਾਂ ਕਿ ਸਰਕਾਰ ਨੂੰ ਪਤਾ ਲੱਗੇ ਕਿ ਵੀ ਕੱਲਾ ਕਿਸਾਨ ਨਹੀਂ, ਹਰ ਵਰਗ ਜਿਹੜਾ ਸਾਡੇ ਕਿਸਾਨ ਅੰਦੋਲਨ ਨਾਲ ਜੁੜਿਆ ਹੋਇਆ, ਸਾਡੇ ਕਿਸਾਨ ਲਹਿਰ ਨਾਲ ਜੁੜਿਆ ਹੋਇਆ ਔਰ ਇਹ ਵਿਲਾ ਦੀ ਵਿਰੋਧਤਾ ਕਰਦਾ ਜੀ। ਥੈਂਕ ਯੂ ਵਾਲੀਆ ਸਾਹਿਬ। ਮੈਂ ਅਕਵਿੰਦਰ ਭਾਜੀ, ਤੁਸੀਂ ਇੱਕ ਹਾਂਜੀ ਵਾਲੀਆ ਸਾਹਿਬ ਜੁੜੇ ਰਹੋ ਸਾਡੇ ਨਾਲ, ਤੁਸੀਂ ਅਜੇ ਤੱਕ ਜਾਇਓ ਨਾ। ਹਾਂਜੀ ਅਕਵਿੰਦਰ ਭਾਜੀ, ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ, ਜਦੋਂ ਤੁਸੀਂ ਕਿਹਾ ਸੀ ਵੀ ਹਾਰਟ ਅਟੈਕ ਦੇ ਨਾਲ ਬਿਮਾਰੀਆਂ ਉੱਥੇ ਡੈਥ ਹੋ ਰਹੀਆਂ, ਤੁਸੀਂ ਕੋਈ ਇਹਦੇ ਤੇ ਕੁਝ ਕਹਿਣਾ ਚਾਹੋ, ਜਿੱਦਾਂ ਵੀ ਕਿ ਮੁੱਢਲੀ ਸਹਾਇਤਾ ਬਾਰੇ ਵੀ ਕਿਸੇ ਨੂੰ ਪਤਾ ਹੋਵੇ ਜਾਂ ਉੱਥੇ ਟ੍ਰੇਨਿੰਗ ਦੇਣੀ ਚਾਹੀਦੀ ਆ, ਕੁਝ ਇਹਦੇ ਬਾਰੇ ਤੁਸੀਂ ਐਡ ਕਰਨਾ ਚਾਹੋ ਜਿਹੜੇ ਹਾਰਟ ਅਟੈਕ ਜਿਹੜੇ ਆ
ਇਹ ਪ੍ਰੋਬਲਮ ਨੂੰ ਘਟਾਇਆ ਜਾ ਸਕੇ? ਤੁਸੀਂ ਕੁਝ ਇਹਦੇ ਬਾਰੇ ਕਹਿਣਾ ਚਾਹੋ? ਦੇਖੋ, ਉਹਦੇ 'ਚ ਤਾਂ ਇਹ ਹੈ ਕਿ ਆਪਦੇ ਆਪ ਨੂੰ ਗਰਮ ਰੱਖਣਾ ਉਹ ਹੁਣ ਪੋਸੀਬਲ ਨਹੀਂ ਗਾ, ਜਿੱਥੇ ਇੰਨੀ ਮੂਸਲਾਧਾਰ ਮੀਂਹ ਪੈ ਰਿਹਾ ਹਾਂਜੀ, ਉਧਰੋਂ ਠੰਡ ਹੈ। ਸੋ ਇਹੋ ਜਿਹੀ ਕੰਡੀਸ਼ਨ ਦੇ ਵਿੱਚ ਹੈ ਤਾਂ ਬਹੁਤ ਮੁਸ਼ਕਿਲ ਹੈ ਇਹ ਜਿਹੜੀ ਸਿਚੁਏਸ਼ਨ ਹੈ। ਬਾਕੀ ਮੈਂ ਕਿਸੇ ਵੀ ਸਰਕਾਰ ਦਾ ਨਾਂ ਲੈਂਦਿਆਂ ਹੋਇਆ ਮੈਂ ਤੁਹਾਨੂੰ ਇਹੀ ਕਹੂੰਗਾ ਕਿ ਉੱਥੇ ਕਈ ਡਾਕਟਰ ਗਏ ਆ, ਮੇਰੀ ਆਪਦੀ ਮਾਸੀ ਦੀ ਲੜਕੀ ਵੀ ਉੱਥੇ ਗਈ ਹੈ। ਉਹ ਇਸ ਚੀਜ਼ ਨੂੰ ਸਪੋਰਟ ਕਰ ਰਹੇ ਹੈਗੇ ਆ, ਉਹਨਾਂ ਨੂੰ ਸਹੂਲਤ ਜਿਹੜੀ ਆ ਉਹ ਮੌਕੇ ਤੇ ਦੇ ਰਹੇ ਆ। ਪਰ ਕਈ ਵਾਰੀ ਇਹੋ ਜਿਹੀ ਕੰਡੀਸ਼ਨ ਦੇ ਵਿੱਚ ਕੰਟਰੋਲ ਹੀ ਨਹੀਂ ਰਹਿੰਦਾ, ਤੁਸੀਂ ਬੰਦਾ ਜਿਹੜਾ ਉਹ ਡਿੱਗਿਆ ਹੀ ਪਾਉਂਦੇ ਆ। ਤੋ ਇਸ ਤੋਂ ਬਿਨਾਂ ਮੈਂ ਥੋੜ੍ਹੀਆਂ ਜਿਹੀਆਂ ਚੀਜ਼ਾਂ ਹੈ ਅਸੀਂ ਕੁਝ ਕਰ ਸਕਦੇ ਹਾਂ ਇਸ ਸੰਘਰਸ਼ ਬਾਰੇ। ਅਸੀਂ ਜਿਹੜੇ ਪਿੱਛੇ ਬੈਠੇ ਹੈਗੇ ਆ, ਦੇਖੋ ਇਹ ਜਿਹੜੀ ਦਿੱਲੀ ਦੀ ਐਂਟਰੀ ਪੁਆਇੰਟ ਤੇ ਲੱਗੇ ਜਿਹੜੇ ਇੱਕ ਵਿਸ਼ਾਲ ਮੋਰਚਾ ਜਿਹੜਾ ਹੈਗਾ, ਉਹ ਮੋਦੀ ਸਰਕਾਰ ਦੀ ਦੁੱਖ ਦੀ ਰਗ ਨੂੰ ਦੱਬਣ ਵਾਲਾ। ਤੇ ਇਸੇ ਤਰ੍ਹਾਂ ਜਿਹੜੇ ਇਹ ਆਪਣਾ ਹੈਗੇ ਆ ਸੰਘਰਸ਼, ਇਹ ਪਿੱਛੇ ਵੀ ਤੁਸੀਂ ਕੰਟੀਨਿਊ ਰੱਖੋ, ਹਰੇਕ ਸਟੇਟ ਦੇ ਵਿੱਚ, ਹਰੇਕ ਪਿੰਡ ਦੇ ਵਿੱਚ, ਹਰੇਕ ਸ਼ਹਿਰ ਦੇ ਵਿੱਚ ਇਹਨੂੰ ਤੁਸੀਂ ਤੇਜ਼ੀ ਦੇ ਨਾਲ ਇਹਨੂੰ ਸਪਰੈਡ ਕਰੋ। ਤੇ ਉਹਦੇ ਨਾਲ ਕੀ ਕਰ ਸਕਦੇ ਆ ਤੁਸੀਂ? ਧਰਨੇ ਦਿਓ ਆਪਦੇ ਸ਼ਹਿਰਾਂ 'ਚ, ਪਿੰਡਾਂ 'ਚ, ਬੀਜੇਪੀ ਲੀਡਰਾਂ ਦਾ ਘਿਰਾਓ ਕਰੋ, ਕਾਰਪੋਰੇਟ ਘਰਾਣਿਆਂ ਦੀ ਜਿਹੜੀ ਪ੍ਰੋਡਕਟ ਹੈਗੀ ਆ ਉਹਦਾ ਬਾਈਕਾਟ ਕਰੋ, ਕਾਰਪੋਰੇਟ ਘਰਾਣਿਆਂ ਦੇ ਵਿਰੁੱਧ ਜਲੂਸ ਲਾਮਬੰਦ ਕਰੋ। ਇਹ ਐਕਸ਼ਨ ਜਿਹੜੇ ਹੈਗੇ ਆ ਉਹ ਭਾਜਪਾ ਤੇ ਕਾਰਪੋਰੇਟ ਘਰਾਣਿਆਂ ਲਈ ਸਿਰਦਰਦੀ ਵਧਾਉਣਗੇ ਤੇ ਉਹਨਾਂ ਦੀ ਰਾਤ ਦੀ ਚੈਨ ਗਵਾਉਣਗੇ, ਜਿਹਦੇ ਕਰਕੇ ਸਾਨੂੰ ਜ਼ਿਆਦਾ ਜਿਹੜੀ ਹੈਗੀ ਆ ਬਲ ਮਿਲੂਗਾ ਇਸ ਮੋਰਚੇ ਲਈ ਕਿ ਇਹ ਕੰਮ ਜਿਹੜਾ ਹੈਗਾ ਉਹ ਗੌਰਮੈਂਟ ਛੇਤੀ ਨਜਿੱਠਣ ਲਈ ਕਰੂਗਾ। ਉਹਨਾਂ ਨੇ ਇਹ ਮਨੁੱਖੀ ਆਧਾਰਾਂ ਤੇ ਤਾਂ ਉਹਨਾਂ ਨੇ ਕਰਨਾ ਨਹੀਂ ਕੰਮ। ਕਿਸਾਨ ਮਰ ਰਹੇ ਆ, ਉਹਨਾਂ ਨੂੰ ਤਾਂ ਇੱਕ ਵਾਰੀ ਇੱਕ ਸਟੇਟਮੈਂਟ ਨਹੀਂ ਦਿੱਤੀ ਉਹਨਾਂ ਨੇ, ਨਹੀਂ ਦਿੱਤੀ। ਇਹ ਨਹੀਂ ਇੱਥੇ ਇੱਕ ਆਪਣਾ ਜਿਹੜੀ ਪੁਲਿਸ ਵਾਲੇ ਦਾ ਇੱਥੇ ਅੱਜ ਜਿਹੜਾ ਮਰਡਰ ਹੋਇਆ ਕੱਲ, ਹਾਂਜੀ, ਉਹਦੇ ਤੇ ਦੇਖੋ ਕਿੰਨੀ ਜਿਹੜਾ ਸਾਰੀ ਸੰਸਦ ਬੋਲ ਰਹੀ ਹੈ, ਹਰ ਕੋਈ ਦਾ ਜਿਹੜਾ ਸੈਨੇਟਰ ਹੈ, ਕਾਂਗਰਸਮੈਨ ਹੈ, ਉਹ ਬੋਲ ਰਹੇ ਹੈਗੇ ਆ। ਪਰ ਸਾਡੇ ਇੱਥੇ 70 ਦੇ ਕਰੀਬ ਜਿਹੜਾ ਉਹ ਗਿਣਤੀ ਹੋ ਚੁੱਕੀ ਹੈ ਤੇ ਸਾਡੇ ਕੋਈ ਇੱਥੇ ਅੱਜ ਤੱਕ ਇਹਨਾਂ ਨੇ ਇਹ ਦੱਸਿਆ ਨਹੀਂ, ਕਿਹਾ ਹੀ ਨਹੀਂ ਗਾ ਕਿ ਸਾਨੂੰ ਹਮਦਰਦੀ ਆ ਉਹਨਾਂ ਨਾਲ, ਜਾਂ ਜੋ ਹੋ ਰਿਹਾ ਉਹ ਗਲਤ ਹੋ ਰਿਹਾ, ਜਾਂ ਅਸੀਂ ਉਹਨਾਂ ਦੇ ਲਈ ਭਾਈ ਕੰਬਲ ਦਿੰਨੇ ਆ ਜਾਂ ਰਜਾਈ ਦਿੰਨੇ ਆ, ਜਾਂ ਅਸੀਂ ਆਹ ਕੋਸ਼ਿਸ਼ ਕਰਦੇ ਆ, ਬਲਕਿ ਉਹਨਾਂ ਦੀਆਂ ਮੁਸੀਬਤਾਂ ਵਧਾ ਰਹੇ ਆ। ਹਾਂਜੀ, ਮੈਂ ਇੰਨਾ ਕਹਿੰਦਾ ਹੋਇਆ ਮਾਫੀ ਮੰਗਦਾ, ਤੇ ਕੋਈ ਗਲਤੀ ਹੋਵੇ ਤਾਂ ਮਾਫ ਕਰਨਾ। ਤੇ ਥੈਂਕ ਯੂ ਵੈਰੀ ਮਚ ਵਾਇਆ ਜੀ, ਥੈਂਕ ਯੂ ਵੈਰੀ ਮਚ ਅਮਰਜੀਤ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਆਪਾਂ ਸ਼ੇਅਰ ਕਰਨ ਜਾ ਰਹੇ ਹਾਂ ਜਿਹੜੀ ਫੇਸਬੁੱਕ ਚਰਚਾ ਦੀ, ਫਿਰ ਆਪਾਂ ਬਾਅਦ ਦੇ ਵਿੱਚ ਲਾਈਵ ਤੋਂ ਬਾਅਦ ਵੀ ਇੱਕ ਦੋ ਗੱਲਾਂ ਕਰਨੀਆਂ ਹੈਗੀਆਂ ਆਪਾਂ। ਮੈਂ ਇੱਕ ਸ਼ੇਅਰ ਕਰਨ ਜਾ ਰਿਹਾ ਜੋ ਅੱਜ ਦੀ ਫੇਸਬੁੱਕ ਚਰਚਾ ਸੀਗੀ ਸਾਡੇ ਫੇਸਬੁੱਕ ਚਰਚਾ ਪੇਜ ਦੇ ਉੱਤੇ। ਜਿਸ ਤਰ੍ਹਾਂ ਸਾਡੇ ਵੀਰ ਗਿੱਲ ਜੀ ਨੇ ਪਾਇਆ ਹੈਗਾ, ਇਹੋ ਕਿਸਾਨ ਮਜ਼ਦੂਰ ਵੱਡਾ ਕਾਫਲਾ, ਜਿੱਦਾਂ ਅਕਵਿੰਦਰ ਭਾਜੀ ਹੁਣੀ ਵੀ ਕਿਹਾ ਵੀ ਕਾਫਲਾ ਕਾਫੀ ਕਿਸਾਨਾਂ ਨੇ ਜੋਸ਼ ਸੀ ਉਹਨਾਂ ਦੇ ਵਿੱਚ, ਤੇ ਇਹ ਗਿੱਲ ਸਾਹਿਬ ਨੇ ਇਹੋ ਪੋਸਟ ਪਾਈ ਆ ਉਹਦੇ ਬਾਰੇ ਚ। ਤੇ ਇਹ ਦਵਿੰਦਰ ਸਿੰਘ ਜੀ ਨੇ ਵੀ ਪੋਸਟ ਪਾਈ ਆ ਜਿਹਦੇ ਵਿੱਚ ਕਿ ਇਹ ਕਿਸਾਨ ਵੀਰ ਦਾ ਜਿਹੜਾ ਲੜਕਾ ਸੀਗਾ ਉਹਦੀ ਡੈਥ ਹੋ ਗਈ ਸੀਗੀ, ਇਸ ਜਿਹਨੂੰ ਜਿੱਦਾਂ ਸ਼ਹੀਦ ਹੋ ਗਏ ਸੀਗੇ, ਤੇ ਉਹ ਆਪ ਉਹਨਾਂ ਦੀ ਜਗ੍ਹਾ ਲੈਣ ਆਏ ਆ ਹੁਣ ਆਪਣੇ ਬੱਚੇ ਦੀ। ਇੰਨਾ ਜਾਣੀ ਕਿ ਜਿਹਨਾਂ ਵਿੱਚ ਇੰਨਾ ਜਜ਼ਬਾ ਹੋਵੇ ਤਾਂ ਉਸ ਅੰਦੋਲਨ ਨੂੰ ਹਿਲਾਉਣਾ ਬਹੁਤ ਮੁਸ਼ਕਲ ਹੈ ਜੀ। ਤੇ ਇਹ ਹੈਗੇ ਆ ਜਿੱਦਾਂ ਉੱਥੇ ਇੱਕ ਹੋਰ ਸਾਡੇ ਵੀਰ ਦੀ, ਸਾਡੇ ਕਿਸਾਨ ਭਰਾ ਦੀ ਜਿੱਦਾਂ ਇੱਕ ਸ਼ਹਾਦਤ ਹੋਈ ਆ, ਡੈਥ ਹੋਈ ਆ, ਉਹਦੇ ਬਾਰੇ ਉਹਨੂੰ ਪੋਸਟ ਪਾਈ ਆ ਆਪਣੇ ਹੱਕ ਸੱਚ ਦੀ ਆਵਾਜ਼ ਸਿੰਘੂ ਬਾਰਡਰ ਦਿੱਲੀ ਤੋਂ। ਤੇ ਜੀਐਸ ਤੂਰ ਲਿਖਦੇ ਆ, ਤੂੰ ਫਿਰਦਾ ਚਾਰ ਸਿਆੜ ਬਚਾਉਣ ਲਈ, ਉਹਨਾਂ ਤਾਂ ਸਾਰਾ ਵਤਨ ਹੀ ਵਿਕਣੇ ਲਾ ਦਿੱਤਾ। ਸਹੀ ਗੱਲ ਆ ਤੂਰ ਸਾਹਿਬ, ਅਸੀਂ ਤਾਂ ਚਲੋ ਆਪਣਾ ਫਰਜ਼ ਨਿਭਾ ਰਹੇ ਆ। ਵਾਕਈ ਜਿਹੜੇ ਬਾਕੀ ਆ ਜਿਹੜੇ ਸਮਝਦਾਰ ਲੋਕ ਵੀ ਸਾਰੇ ਸਮਝਦਾਰ ਆ, ਜਿਹੜੇ ਪੜ੍ਹੇ ਲਿਖੇ ਲੋਕ ਵੀ ਆ, ਜੇ ਉਹ ਵੀ ਆਪਣੇ ਫਰਜ਼ ਸਮਝਣ ਤਾਂ ਅਸੀਂ ਬਾਕੀ ਜੋ ਅਦਾਰੇ ਵਿਕ ਰਹੇ ਆ ਉਹਨਾਂ ਨੂੰ ਵੀ ਰੋਕ ਸਕਦੇ ਆ। ਵਿੱਕੀ ਸੈਣੀ ਜੀ ਲਿਖਦੇ ਆ ਕਿ 15 ਲੱਖ सैनिकों और 26 लाख सैन्य पेंशनरों के फंड में 11,000 करोड़ की कटौती की गई है क्योंकि मोदी सरकार वित्तीय समस्याएं झेल रही है। सो ये उन्होंने लिखा है भी किस तरीके दे नाल कट लाए जा रहे हैं, किस तरीके दे नाल ਇਹੋ ਮੋਦੀ ਸਰਕਾਰ ਕਰ ਰਹੀ ਹੈਗੀ ਆ। ਤੇ ਸੁਖਵਿੰਦਰ ਸੁੱਖੀ ਜੀ ਜਿਹੜੇ ਆਪਣੇ ਬੜੇ ਕਲੋਜ਼ ਨੇ, ਉਹਨਾਂ ਨੇ ਵੀ ਲਿਖਿਆ ਪਾਇਆ, ਕੁੰਭ ਦਾ ਮੇਲਾ ਹਰੇਕ 12 ਸਾਲ ਬਾਅਦ ਆਉਂਦਾ ਰਹਿੰਦਾ ਹੈ, ਕਿਸਾਨ ਮਹਾਕੁੰਡ ਸਦੀਆਂ ਬਾਅਦ ਆਇਆ ਹੈ,
ਲਾ ਲਓ ਡੁਬਕੀ, ਜੀਵਨ ਸਫਲ ਹੋ ਜਾਵੇਗਾ। ਸਹੀ ਗੱਲ ਹੈ ਜੀ। ਉਹ ਅੱਜ ਜਿਹੜੇ ਵੀ ਉੱਥੇ, ਜਿੱਦਾਂ ਵਾਲੀਆ ਸਾਹਿਬ, ਉੱਥੇ ਤੁਹਾਨੂੰ ਚਾਂਸ ਮਿਲਿਆ ਵਾਲੀਆ ਸਾਹਿਬ ਜਾਣ ਦਾ, ਇਹ ਇੱਕ ਅੰਦੋਲਨ ਆ ਜਿਹੜਾ ਕਿ ਇਤਿਹਾਸ ਵਿੱਚ ਲਿਖਿਆ ਜਾਣਾ, ਤੇ ਤੁਸੀਂ ਉੱਥੇ ਜਾ ਕੇ ਦੇਖਿਆ, ਬੜੇ ਕਿਸਮਤ ਵਾਲੇ ਆ ਜੀ। ਤੇ ਬਲਜਿੰਦਰ ਉੱਭੀ ਜੀ ਲਿਖਦੇ ਆ ਕਿ ਈਵੀਐਮ ਨੂੰ ਕੂੜੇ ਸੁਟਾਓ ਯਾਰ, ਸੁਪਰੀਮ ਕੋਰਟ ਤੋਂ ਵੀ ਸੁਣਵਾਈ ਨਹੀਂ ਹੋਈ। ਸੋ ਈਵੀਐਮ ਦਾ ਜਿਹੜਾ ਇੱਕ ਨਵਾਂ ਮੁੱਦਾ ਆ, ਇਹੋ ਉੱਠਣਾ ਚਾਹੀਦਾ, ਕਿਉਂਕਿ ਈਵੀਐਮ ਇੱਕ ਇਹੋ ਜਿਹੀ ਜੰਤਰ ਆ ਜਿਹੜਾ ਕਿ ਬਾਕੀ ਸਰਕਾਰਾਂ, ਬਾਕੀ ਕੰਟਰੀਆਂ ਜਿਹੜੀਆਂ ਇਹਨੂੰ ਫੇਲ ਕਰ ਚੁੱਕੀਆਂ, ਤੇ ਸਾਡੀ ਸਰਕਾਰ ਇਹਨੂੰ ਇੱਕ ਹਥਿਆਰ ਬਣਾ ਕੇ ਯੂਜ਼ ਕਰ ਰਹੀ ਆ। ਤੇ ਬਲਜਿੰਦਰ ਉੱਭੀ ਜੀ ਅੱਗੇ ਫਿਰ ਪੋਸਟ ਪਾਉਂਦੇ ਆ, ਜੱਟ ਅਤੇ ਜਾਟ ਇਕੱਠੇ ਤੁਰੇ ਮੋਦੀ ਨੂੰ ਸੁਣਾਉਣ ਬਾਤ, ਤੇ ਇਹਦੇ ਵਿੱਚ ਹਰਿਆਣੇ ਤੇ ਪੰਜਾਬ ਦੀ ਗੱਲ ਕੀਤੀ ਗਈ ਆ। ਸੋ ਇਸ ਤਰੀਕੇ ਦੇ ਨਾਲ ਸਾਡੇ ਵੀਰ ਜਿਹੜੇ ਵੀ ਅੱਜ ਫੇਸਬੁੱਕ ਚਰਚਾ ਦੇ ਉੱਤੇ ਪੋਸਟਾਂ ਪਾ ਰਹੇ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਮਾਨਸੀ ਸੋਨੀ ਜੀ ਨੇ ਪੋਸਟ ਪਾਈ ਆ, ਤੇ ਪਨੀਤ ਸ਼ਾਹੀ ਜੀ ਨੇ ਵੀ ਪੋਸਟ ਪਾਈ ਹੈਗੀ ਆ। ਤੇ ਇਹ ਸਾਡੇ ਆਪਣੇ ਰਣਜੀਤ ਗਿੱਲ ਜੀ, ਉਹਨਾਂ ਨੇ ਕਵਿਤਾ ਲਿਖੀ ਆ, ਤੇ ਉਹ ਆਪਣੇ ਫੇਸਬੁੱਕ ਚਰਚਾ ਤੁਸੀਂ ਜਾ ਕੇ ਦੇਖ ਸਕਦੇ ਆ। ਤੇ ਅੱਜ ਦੇ ਇਸ ਪ੍ਰੋਗਰਾਮ ਨੂੰ ਅਸੀਂ ਐਂਡ ਵੱਲ ਲੈ ਕੇ ਜਾਂਦੇ ਆ, ਤੇ ਮੈਂ ਧੰਨਵਾਦ ਕਰਦਾ ਵਾਲੀਆ ਸਾਹਿਬ ਦਾ, ਜਿਨ੍ਹਾਂ ਨੇ ਟਾਈਮ ਕੱਢਿਆ ਸਾਡੇ ਲਈ ਇੰਡੀਆ ਤੋਂ, ਤੇ ਧੰਨਵਾਦ ਕਰਦਾ ਮੈਂ ਅਕਵਿੰਦਰ ਭਾਜੀ ਦਾ, ਜਿਨ੍ਹਾਂ ਨੇ ਸਾਡੇ ਲਈ ਟਾਈਮ ਕੱਢਿਆ ਅੱਜ ਇਸ ਫੇਸਬੁੱਕ ਚਰਚਾ ਦੇ ਪ੍ਰੋਗਰਾਮ ਦੇ ਵਿੱਚ ਆਉਣ ਦਾ। ਤੇ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਐਕਸਪਲੇਨ ਕੀਤਾ ਸਾਡੇ ਸਾਰੇ ਸਰੋਤਿਆਂ ਨੂੰ। ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਿਆਂ ਨੂੰ ਸੁਣਿਆ ਤੇ ਸ਼ੇਅਰ ਕੀਤਾ। ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਐਂਡ ਦੇ ਵਿੱਚ ਅਸੀਂ ਨਾਰਾ ਲਾਵਾਂਗੇ ਜੀ, ਇਨਕਲਾਬ ਜਿੰਦਾਬਾਦ, ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਜਿੰਦਾਬਾਦ।